ਕਾਂਗਰਸ ਕੋਲੇ ਸਭ ਤੋਂ ਜ਼ਿਆਦਾ ਸਿਆਣੇ ਲੀਡਰ ਹੈਗੇ ਨੇ। ਕਿਸੇ ਪਾਰਟੀ ਕੋਲ ਉਨੇ ਸਿਆਣੇ ਲੀਡਰ ਹੋਰ ਕੋਲ ਨਹੀਂ ਹੈਗੇ, ਪਰ ਸਾਰੇ ਮੁੱਖ ਮੰਤਰੀ ਦੇ ਕੈਂਡੀਡੇਟ ਨੇ। ਬਾਜਵਾ ਜੀ ਕਹਿੰਦੇ ਮੈਂ ਮੁੱਖ ਮੰਤਰੀ ਬਣਨਾ, ਰੰਧਾਵਾ ਜੀ ਕਹਿੰਦੇ ਮੈਂ ਬਣਨਾ, ਰਾਣਾ ਗੁਰਜੀਤ ਨੂੰ ਵੀ ਕਹਿਣ ਲੱਗੇ ਸੀ, ਆਸ਼ੂ ਜੀ ਨੂੰ ਵੀ ਕਹਿਣ ਲੱਗੇ ਸੀ, ਬਾਕੀ ਚੰਨੀ ਤਾਂ ਕਹਿੰਦਾ ਮੈਂ ਬਣਨਾ ਹੀ ਬਣਨਾ। ਸੋ ਇਹਨਾਂ ਦੇ ਤਾਂ ਹਰੇਕ ਬੰਦਾ ਮੁੱਖ ਮੰਤਰੀ ਬਣਨ ਦਾ ਕੈਂਡੀਡੇਟ ਹੈ। ਰਾਜਾ ਵੜਿੰਗ ਦੀ ਪ੍ਰਧਾਨਗੀ ਤੋਂ ਸਮੱਸਿਆਵਾਂ ਛਿੜ ਰਹੀਆਂ ਨੇ ਬਹੁਤ ਸਾਰੇ ਪਾਰਟੀ ਦੇ ਲੀਡਰਸ ਨੂੰ, ਤੇ ਵੜਿੰਗ ਸਾਹਿਬ ਨੂੰ ਅਸਤੀਫਾ ਦੇ ਦੇਣਾ ਚਾਹੀਦਾ। ਫਿਰ ਕਾਂਗਰਸ ਦਾ ਪੱਕਾ ਹੀ ਹੈ ਵੀ ਜੇ ਮੈਂ ਨਹੀਂ ਤਾਂ ਦੂਜੇ ਨੂੰ ਹਰਾਣਾ। ਕੈਪਟਨ ਅਮਰਿੰਦਰ ਸਿੰਘ ਨੇ, ਕੈਪਟਨ ਅਮਰਿੰਦਰ ਸਿੰਘ 7 ਚ ਵੀ ਨਹੀਂ ਹਾਰਦਾ ਸੀ, 12 ਚ ਵੀ ਨਹੀਂ ਹਾਰਦਾ ਸੀ, ਇਹਨੇ ਆਪਦੇ ਅੰਦਰ ਦੇ ਹਰਾਉਣੇ ਸ਼ੁਰੂ ਕਰਤੇ। ਤਾਂ ਤੁਹਾਨੂੰ ਲੱਗਦਾ ਸਰ ਕਿ ਕੈਪਟਨ ਦੀ ਵਾਪਸੀ ਜ਼ਰੂਰੀ ਹੈ ਕਾਂਗਰਸ ਚ ਇਸ ਵੇਲੇ? ਰਾਹੁਲ ਗਾਂਧੀ ਹਰਾਂ ਨੇ ਇੱਕ ਹਿੰਟ ਕਹਿ ਸਕਦੇ ਆਪਾਂ, ਜਾਂ ਇੱਕ ਸਾਈਨ ਤਾਂ ਦੇ ਦਿੱਤਾ ਕਹਿ ਕੇ ਕਿ ਮੇਰੇ ਫੇਵਰੇਟ ਲੀਡਰ ਨੇ ਉਹ। ਸੋ ਬੀਜੇਪੀ ਚ ਕੈਪਟਨ ਦੀ ਦਾਲ ਨਹੀਂ ਕਰੀ। ਕੈਪਟਨ ਨੇ ਆਪਣੀ ਬੀਵੀ ਨੂੰ ਵੀ ਉੱਥੇ ਭੇਜਤਾ, ਆਪਣੀ ਬੇਟੀ ਨੂੰ ਵੀ ਭੇਜਤਾ। ਹੁਣ ਕੈਪਟਨ ਆ ਕੇ ਜਿਹੜੀ ਖਿਚੜੀ ਆ ਇਹ ਜ਼ਿਆਦਾ ਵੱਧ ਬੇਸ਼ੱਕ ਜਾਵੇ, ਘੱਟਦੀ ਨਹੀਂ। ਨਵਜੋਤ ਸਿੱਧੂ ਨੂੰ ਜੇ ਹੁਣ ਇਸ ਵੇਲੇ ਵੀ ਲੈ ਕੇ ਆਉਣਗੇ ਤਾਂ ਉਹਦੇ ਨਾਲ ਸ਼ਾਇਦ ਸਾਰਿਆਂ ਨੂੰ ਕੰਪਰੋਮਾਈਜ਼ ਕਰਨਾ ਪਏਗਾ। ਨਵਜੋਤ ਸਿੰਘ ਸਿੱਧੂ ਕਾਂਗਰਸ ਚ ਸੀ, ਫਿਰ ਵੀ ਚੰਨੀ ਨੂੰ ਸੀਐਮ ਚੁਣ ਲਿਆ ਗਿਆ ਸੀ। ਕੁਛ ਕਿਉਂਕਿ ਚੰਨੀ ਸਾਹਿਬ ਚਾਹੁੰਦੇ ਸੀ ਕਿ ਬਾਰ-ਬਾਰ ਕਿ ਰਾਹੁਲ ਗਾਂਧੀ ਨੇ ਕਿਹਾ ਵੀ ਤੂੰ ਜਾਣ ਦੇ ਮੇਰੇ ਕਹੇ ਤੋਂ, ਉਹ ਮੰਨ ਗਿਆ। ਇਹਨਾਂ ਨੇ ਨਵਜੋਤ ਸਿੱਧੂ ਨੂੰ ਹਰਾਉਣ ਤੇ ਜ਼ੋਰ ਲਾ ਲਿਆ। ਹਾਰ ਆਪ ਵੀ ਗਏ, ਸਭ ਤੋਂ ਜ਼ਿਆਦਾ ਜ਼ੋਰ ਨਵਜੋਤ ਸਿੱਧੂ ਨੂੰ ਹਰਾਉਣ ਤੇ ਲਾਇਆ ਵੀ ਜੇ ਜਿੱਤ ਗਿਆ ਫਿਰ ਕੰਮ ਖਰਾਬ ਹੈ। ਇਹਨਾਂ ਸਰ ਨਵਜੋਤ ਸਿੱਧੂ ਤੋਂ ਕੀ ਖਤਰਾ ਸੀ? ਇਹਨੂੰ ਖਤਰਾ ਇਹ ਸੀ ਵੀ ਇਹ ਮੁੱਖ ਮੰਤਰੀ ਬਣੇਗਾ। ਪੂਰੇ ਮਾਝੇ ਦਾ ਜ਼ੋਰ ਪੂਰਾ ਲੱਗਿਆ ਹੋਇਆ ਸੀ ਵੀ ਇਹ ਨਵਜੋਤ ਸਿੱਧੂ ਹੱਥ। ਇਹਨਾਂ ਨੇ ਤਾਂ ਇਹ ਤਾਂ ਖੁਸ਼ ਹੋਏ ਸੀ ਜਦ ਨਵਜੋਤ ਸਿੱਧੂ ਨੂੰ ਜੇਲ੍ਹ ਹੋਈ, ਉਹ ਫਿਰ ਵੀ ਆਪਦਾ ਆਨੰਦ ਚ ਜੇਲ੍ਹ ਆਪਦਾ ਕੱਟਿਆ ਆ। ਸਰ ਮਨਪ੍ਰੀਤ ਇਆਲੀ ਬੜੇ ਸੂਝਵਾਨ ਲੀਡਰ ਮੰਨੇ ਜਾਂਦੇ ਸੀ। ਸ਼੍ਰੋਮਣੀ ਅਕਾਲੀ ਦਲ ਛੱਡ ਕੇ ਪੁਨਰ ਸੁਰਜੀਤ ਵਿੱਚ ਚਲੇ ਗਏ, ਤੇ ਫਿਰ ਪਾਰਟੀ ਛੱਡ ਕੇ ਵਾਰਿਸ ਪੰਜਾਬ ਦੇ ਵਿੱਚ ਉਹ ਚਲੇ ਗਏ। ਅੱਜ ਉਹਨਾਂ ਦੇ ਉੱਤੇ ਇਹ ਦੋਸ਼ ਲੱਗ ਰਹੇ ਨੇ ਕਿ ਇਹ ਖੁਦ ਸੀਐਮ ਬਣਨਾ ਚਾਹੁੰਦੇ ਨੇ। ਉਹ ਪੁਨਰ ਸੁਰਜੀਤ ਚ ਉਹਨੂੰ ਸੀਗਾ, ਉੱਥੇ ਉਹਨੂੰ ਲੱਗਿਆ ਵੀ ਕਿ ਤਾਂ ਇਹਨਾਂ ਦਾ ਸਕੋਪ ਨਹੀਂ। ਦੂਜੀ ਗੱਲ ਜੇ ਹੋ ਵੀ ਗਿਆ ਤਾਂ ਮੇਰੀ ਵਾਰੀ ਫੇਰ ਨਹੀਂ ਆਉਣੀ। ਹੁਣ ਉਹ ਵਾਰਿਸ ਪੰਜਾਬ ਚ ਗਿਆ, ਵਾਰੀ ਉੱਥੇ ਵੀ ਨਹੀਂ ਆਉਣੀ। ਇਹ ਵੀ ਮੈਂ ਤੁਹਾਨੂੰ ਕਹਿ ਦਿੰਦਾ। ਤੁਹਾਨੂੰ ਲੱਗਦਾ ਅੰਮ੍ਰਿਤਪਾਲ ਬਣ ਜਾਣਗੇ ਸੀਐਮ? ਅੰਮ੍ਰਿਤਪਾਲ ਪਹਿਲਾਂ ਐਮਪੀ ਬਣ ਗਿਆ, ਫਿਰ ਉਹਦਾ ਕੀ ਗਾ, ਉਹਨੂੰ ਤਾਂ ਉੱਥੇ ਬੋਲਣ ਹੀ ਨਹੀਂ ਦਿੱਤਾ ਗਿਆ। ਇਹ ਤਾਂ ਅੰਮ੍ਰਿਤਪਾਲ ਨੂੰ ਤਾਂ ਬਾਹਰ ਹੀ ਤਾਂ ਕੱਢਣਗੇ ਜੇ ਬੀਜੇਪੀ ਨੂੰ ਸੂਟ ਕਰਦਾ ਹੋਇਆ। ਇਸੇ ਲਈ ਮੀਟਿੰਗਸ ਹੋ ਰਹੀਆਂ ਨੇ ਇਹਨਾਂ ਦੀਆਂ ਉਹਨਾਂ ਨਾਲ ਕਿ ਬੀਜੇਪੀ ਨੇ 30 ਕਾਰਡ ਅੰਮ੍ਰਿਤਪਾਲ ਨਾਲ ਨਹੀਂ ਸਮਝੌਤਾ ਕਰ ਸਕਦੀ ਕਦੀ ਵੀ। ਨਾ ਬੀਜੇਪੀ ਕਰ ਸਕੇ ਮਾਨ ਦਲ ਨਾਲ, ਸਿਮਰਜੀਤ ਸਿੰਘ ਮਾਨ ਨਾਲ। ਉਹਦਾ ਕਾਰਨ ਇਹ ਹੈ ਵੀ ਉਹਨਾਂ ਦਾ ਅਕਸ ਜਿਹੜਾ ਹੈ ਉਹ ਹਿੰਦੂ ਵਿਰੋਧੀ ਹੈ। ਹਰ ਰੋਜ਼ ਸਾਨੀ ਇਹ ਉਹ ਉਹਨਾਂ ਤੇ ਜ਼ਿਆਦਾ ਬਿੱਡਾ ਲੱਗਿਆ ਹੋਇਆ। ਇਸ ਕਰਕੇ ਉਹਨਾਂ ਨਾਲ ਸਮਝੌਤਾ ਕਰਨਾ ਮਤਲਬ ਹੈ ਜਿਹੜੀ ਇੱਥੋਂ ਦੀ ਹਿੰਦੂ ਵੋਟ ਹੈ ਉਹਨੂੰ ਜਵਾਬ ਕੀ ਦੇਊਗੀ ਬੀਜੇਪੀ। ਸਤਿ ਸ਼੍ਰੀ ਅਕਾਲ, ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ। ਪੰਜਾਬ ਦੀ ਪੋਲਿਟਿਕਸ ਦੇ ਵਿੱਚ ਕੀ ਚੱਲ ਰਿਹਾ ਹੈ ਕਿਸੇ ਨੂੰ ਸਮਝ ਨਹੀਂ ਆ ਰਹੀ। ਕਾਂਗਰਸ ਦੋ ਧੜਿਆਂ ਦੇ ਵਿੱਚ ਵੰਡੀ ਜਾ ਚੁੱਕੀ ਹੈ। ਇੱਕ ਲੀਡਰ ਦੇ ਸਾਹਮਣੇ ਦੂਜੇ ਲੀਡਰ ਦੇ ਹੱਕ ਦੇ ਵਿੱਚ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੇ ਨਾਲ ਮੀਟਿੰਗਸ ਕਰ ਰਿਹਾ ਹੈ, ਔਰ ਚਰਚਾਵਾਂ ਇਹ ਚੱਲ ਰਹੀਆਂ ਨੇ ਕਿ ਮੀਟਿੰਗਸ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਹੋ ਰਹੀਆਂ ਨੇ, ਅਲਾਈਅੰਸ ਨੂੰ ਲੈ ਕੇ ਨਹੀਂ। ਵਾਰਿਸ ਪੰਜਾਬ ਦੇ ਜੋ ਲੱਗਿਆ ਸੀ ਕਿ ਹਾਂ ਇਹ ਪਾਰਟੀ ਸ਼ਾਇਦ ਇਸ ਵਾਰ ਆਪਣਾ ਆਧਾਰ ਬਣਾ ਸਕਦੀ ਹੈ ਜਾਂ ਸ਼ਾਇਦ ਸੱਤਾ ਦੇ ਵਿੱਚ ਆ ਕੇ ਸਰਕਾਰ ਬਣਾ ਸਕਦੀ ਹੈ, ਉਹ ਵੀ ਡਾਵਾਂਡੋਲ ਹੁੰਦੀ ਹੋਈ ਨਜ਼ਰ ਆ ਰਹੀ ਹੈ। ਆਮ ਆਦਮੀ ਪਾਰਟੀ ਬਾਰੇ ਤਾਂ ਇਹ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਜਿਹੜੇ ਵੱਡੇ ਲੀਡਰਸ ਨੇ ਉਹਨਾਂ ਦੀਆਂ ਟਿਕਟਾਂ ਕੱਟੀਆਂ ਜਾ ਸਕਦੀਆਂ ਨੇ, ਤੇ ਬੀਜੇਪੀ ਨੂੰ ਹਜੇ ਸਮਝ ਹੀ ਨਹੀਂ ਆ ਰਿਹਾ ਕਿ ਅਸੀਂ ਅੱਗੇ ਕਿਸ ਨੂੰ ਕਰਨਾ ਹੈ। ਕੁੱਲ ਮਿਲਾ ਕੇ ਪੰਜਾਬ ਦੀ ਪੋਲਿਟਿਕਸ ਦੀ ਸਥਿਤੀ ਦੇ ਉੱਤੇ ਸਾਰਿਆਂ ਦੀਆਂ ਨਜ਼ਰਾਂ ਬਣੀਆਂ ਰਹਿੰਦੀਆਂ ਨੇ। ਤੇ ਅੱਜ ਉਹ ਸਮਾਂ ਤੁਸੀਂ ਕਿਸੇ ਨੂੰ ਵੀ ਜਾ ਕੇ ਪੁੱਛ ਲਓ ਨਾ ਕਿ ਵੋਟ ਕਿਹਨੂੰ ਪਾਉਣੀ ਹੈ, ਤਾਂ ਹਰ ਕੋਈ ਸ਼ੀਸ਼ੋ ਪੰਜ ਦੇ ਵਿੱਚ ਪਿਆ ਹੋਇਆ ਹੈ, ਕਿਉਂਕਿ ਕਿਸੇ ਵੀ ਲੀਡਰ ਦੇ ਉੱਤੇ ਯਕੀਨ ਵਿਸ਼ਵਾਸ ਨਹੀਂ ਰਹਿ ਗਿਆ। ਸੋ ਇਸੇ ਹੀ ਇਸ਼ੂਜ਼ ਦੇ ਉੱਤੇ ਅੱਜ ਅਸੀਂ ਗੱਲ ਕਰਾਂਗੇ ਡਾਕਟਰ ਪਿਆਰੇ ਲਾਲ ਗਰਗ ਹਰਾਂ ਦੇ ਨਾਲ। ਸਤਿ ਸ਼੍ਰੀ ਅਕਾਲ ਸਰ, ਠੀਕ ਹੋ? ਸਤਿ ਸ਼੍ਰੀ ਅਕਾਲ, ਠੀਕ ਹੈ ਸਰ। ਮੈਂ ਸ਼ੁਰੂ ਇਸ ਤੋਂ ਕਰੂੰਗੀ ਕਿ ਸੁਖਬੀਰ ਬਾਦਲ ਹਰੀਆਂ ਅੱਜ ਪੀਐਮ ਨਰਿੰਦਰ ਮੋਦੀ ਨੂੰ ਮਿਲ ਕੇ ਆਏ ਨੇ, ਔਰ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਅਲਾਈਅੰਸ ਦੀਆਂ ਚਰਚਾਵਾਂ ਵਿਚਾਲੇ ਮੀਟਿੰਗ ਹੋਈ ਹੈ ਇਹਦੀ। ਤੁਸੀਂ ਇਹਨੂੰ ਕਿਵੇਂ ਐਨਾਲਿਸਿਸ ਕੀਤਾ ਸੀ? ਦੇਖੋ, ਇਹ ਕੋਈ ਪਹਿਲੀ ਵਾਰ ਨਹੀਂ, ਇਹ ਬਾਰ-ਬਾਰ ਆਉਂਦਾ ਹੈ ਕਿ ਇਹਨਾਂ ਨੇ ਜਿਹੜੀ ਬੀਜੇਪੀ ਹੈ ਉਹਨੂੰ ਲੋੜ ਹੈ ਇੱਥੇ ਵਿਸਾਖੀ ਦੀ ਕਿਸੇ ਨਾ ਕਿਸੇ ਦੀ। ਜਿਵੇਂ ਬਿਹਾਰ ਦੇ ਵਿੱਚ ਉਹਨਾਂ ਨੇ ਨਿਤਿਸ਼ ਕੁਮਾਰ ਦੀ ਰੱਖੀ, ਆਂਧਰਾ ਦੇ ਵਿੱਚ ਉਹਨਾਂ ਨੇ ਇਹਦੀ ਨਾਇਡੂ ਦੀ ਰੱਖੀ, ਚੰਦਰ ਬਾਬੂ ਨਾਇਡੂ ਦੀ। ਇੱਥੇ ਇਹਨਾਂ ਨੂੰ ਅਕਾਲੀਆਂ ਦੀ ਵਿਸਾਖੀ ਦੀ ਲੋੜ ਹੈ, ਤੇ ਉਸ ਵਿਸਾਖੀ ਦੀ ਲੋੜ ਦੇ ਵਿੱਚੋਂ ਇਹ ਬਿਆਨ ਦਿੰਦੇ ਰਹੇ। ਪਹਿਲਾਂ ਤਾਂ ਕੁਝ ਲੀਡਰ ਇਹਨਾਂ ਦੇ ਕਹਿੰਦੇ ਰਹੇ ਵੀ ਅਸੀਂ ਤਾਂ ਕੋਈ ਸਮਝੌਤਾ ਨਹੀਂ ਕਰਨਾ, ਪਰ ਇਹਨਾਂ ਦੇ ਵੱਡੇ ਲੀਡਰ ਨੇ ਹਰਦੀਪ ਪੁਰੀ ਜੀ ਨੇ ਬਿਆਨ ਦਿੱਤਾ ਵੀ ਜੇ ਅਕਾਲੀ ਦਲ ਸਾਨੂੰ ਵੱਡਾ ਭਰਾ ਮੰਨਦੇ ਤਾਂ ਅਸੀਂ ਇਹਨਾਂ ਨਾਲ ਸਮਝੌਤਾ ਕਰਨ ਤਿਆਰ, ਅਲਾਈਅੰਸ ਕਰਨ ਤਿਆਰ। ਇਹ ਬਿਆਨ ਤਾਂ ਕੋਈ ਮਹੀਨਾ ਕੁ ਪਹਿਲਾਂ ਹੀ ਆਇਆ ਜੀ। ਦੂਜਾ, ਮਲੂਕਾ ਸਾਹਿਬ ਜਿਹੜੇ ਇਹਨਾਂ ਦੇ ਅਕਾਲੀ ਚੋਂ ਟੁੱਟ ਕੇ ਇਹਨਾਂ ਚ ਗਏ। ਪਹਿਲਾਂ ਉਹਨਾਂ ਨੇ ਆਪਣਾ ਬੇਟਾ ਤੇ ਨੂੰਹ ਭੇਜੀ, ਫਿਰ ਆਪ ਹੀ ਚਲੇ ਗਏ ਸੀ, ਫਿਰ ਉਹ ਵਾਪਸ ਮੁੜ ਕੇ ਅਕਾਲੀਆਂ ਚ ਆਏ ਨੇ। ਉਹਨਾਂ ਦੇ ਆਉਣ ਦੀ ਨਿਸ਼ਾਨੀ ਇਹ ਸੀ ਵੀ ਅੰਦਰ ਆ ਕੇ ਇੱਕ ਮਾਹੌਲ ਬਣਾਉਣ ਕਿ ਵੀ ਆਪਾਂ ਅਲਾਈਅੰਸ ਕਰੀਏ। ਦੋ ਗਰੁੱਪ ਨੇ, ਜਿਹੜਾ
ਪੁਨਰ ਸਿਰਜੀਤੀ ਦਲ ਵੀ ਬਣਿਆ, ਉਹ ਵੀ ਇਸੇ ਗੱਲ 'ਚੋਂ ਬਣਿਆ ਕਿਉਂਕਿ ਉਹਨਾਂ ਦਾ ਇੱਕ ਸੈਕਸ਼ਨ ਜਿਹੜੇ ਪੁਨਰ ਸਿਰਜੀਤੀ 'ਚ ਬਹੁਤੇ ਗਏ ਨੇ ਉਹ ਅਲਾਇੰਸ ਕਰਨਾ ਚਾਹੁੰਦੇ ਸੀ ਬੀਜੇਪੀ ਨਾਲ, ਪਰ ਜਿਹੜਾ ਸੁਖਬੀਰ ਬਾਦਲ ਧੜਾ ਸੀ ਉਹ ਕਹਿੰਦਾ ਨਹੀਂ ਅਲਾਇੰਸ ਨਹੀਂ ਕਰਨੀ ਜੀ, ਕਿਉਂਕਿ ਇਹ ਸਿੱਖੀ ਦੇ ਉੱਤੇ ਹੋ ਪਿਆ। ਪਰ ਹੁਣ ਜਦ ਉਹਨਾਂ ਦਾ 2 ਵਾਰੀ ਉਹ ਹਾਰ ਚੁੱਕੇ, ਹੁਣ ਤੀਜੀ ਵਾਰੀ ਵੀ ਲੋਕ ਤਾਂ ਅੱਜ ਕੱਲ੍ਹ ਵੋਟਾਂ ਦੀ ਗੱਲ ਹੀ ਕਰਦੇ ਨੇ, ਸਿਆਸਤ ਦੀ ਗੱਲ ਤਾਂ ਕਰਦੇ ਨਹੀਂ, ਸਿੱਖੀ ਦੀ ਗੱਲ ਨਹੀਂ ਕਰਦੇ। ਪੰਜਾਬ ਦਾ ਸਿਆਸਤਦਾਨ ਪੰਜਾਬ ਦੀ ਸਿਆਸਤ ਦੀ ਥੋੜ੍ਹਾ ਗੱਲ ਕਰਦਾ, ਪੰਜਾਬ 'ਚ ਵੋਟਾਂ ਦੀ ਗੱਲ ਕਰਦਾ। ਵੋਟਾਂ ਕਿਹਨੂੰ ਮਿਲਣਗੀਆਂ, ਜਿੱਤੂਗਾ ਕੌਣ, ਲੀਡਰ ਕੌਣ ਬਣੂਗਾ, ਮੁੱਖ ਮੰਤਰੀ ਕੌਣ ਬਣੂਗਾ, ਕਿਹਦੀ ਟਿਕਟ ਦਿੱਤੀ ਜਾਏਗੀ, ਕਿਹਦੀ ਕੱਟੀ ਜਾਏਗੀ, ਸਾਰੀਆਂ ਪਾਰਟੀਆਂ 'ਚ ਇਹ ਰੌਲਾ, ਹੋਰ ਤਾਂ ਕੋਈ ਹੈ ਨਹੀਂ ਰੌਲਾ। ਸੋ ਜੇ ਮੁੱਖ ਮੰਤਰੀ ਜਿਹੜਾ ਮਰਜ਼ੀ ਬਣ ਜੇ ਹਾਲ ਤਾਂ ਉਹੀ ਰਹਿਣਾ, ਕਿਉਂਕਿ ਜਿਹੜਾ ਪੰਜਾਬ ਦੀਆਂ ਸਮੱਸਿਆਵਾਂ ਨੇ ਉਹਦਾ ਹੱਲ ਤਾਂ ਸਿਆਸੀ ਹੈ। ਉਹਦੇ ਉੱਤੇ ਤਾਂ ਕਦੇ ਨਾ ਚਰਚਾ ਹੋਈ ਹੈ ਵਿਧਾਨ ਸਭਾ 'ਚ, ਨਾ ਅਕਾਲੀ ਬੀਜੇਪੀ ਵੇਲੇ ਹੋਈ ਹੈ, ਨਾ ਕਾਂਗਰਸ ਵੇਲੇ ਹੋਈ ਹੈ, ਨਾ ਹੁਣ ਆਪ ਵੇਲੇ ਹੋਈ ਹੈ। ਉਹਦਾ ਇੱਕ ਦੂਜੇ ਨੂੰ ਮਿਹਨੇ ਦਿੰਦੇ ਨੇ। ਹੁਣ ਉਹ ਕੁਛ ਸਿਆਸਤਦਾਨਾਂ ਨੂੰ ਕੋਈ ਥੋੜ੍ਹਾ ਚਾਅ ਚੜਿਆ ਹੋਇਆ ਅੰਕੜੇ ਪੇਸ਼ ਕਰਨ ਦਾ, ਉਹ ਅੰਕੜੇ ਵੀ ਗਲਤ ਪੇਸ਼ ਕਰੀ ਜਾਂਦੇ ਨੇ। ਆ ਪਰਸੋਂ ਦਾ ਹੀ ਮੈਂ ਪਰਸੋਂ ਕੇ ਕੱਲ੍ਹ ਦਾ ਵਿਧਾਨ ਸਭਾ 'ਚ ਸੁਣ ਰਿਹਾ ਸੀ ਜੀ, ਇੱਕ ਜਿਹੜੇ ਵਿਰੋਧੀ ਧਿਰ ਉਹਨੇ ਪੇਸ਼ ਕਰਿਆ ਕਿ ਤੁਹਾਡੇ ਸਕੂਲਾਂ 'ਚ ਬੱਚੇ ਘਟ ਗਏ ਤੇ ਬਹੁਤ ਜ਼ਿਆਦਾ ਘਟ ਗਏ, 29 ਲੱਖ ਤੋਂ 25 ਲੱਖ ਰਹਿ ਗਏ, ਸ਼ਾਇਦ ਕੁਛ ਇਸ ਤਰ੍ਹਾਂ ਦਾ ਫਿਗਰ ਆ, ਐਗਜ਼ੈਕਟ ਫਿਗਰ ਨਹੀਂ ਮੈਨੂੰ ਯਾਦ ਹੈਗੀ ਇਸ ਵੇਲੇ। ਉਹਨਾਂ ਨੇ ਕਿਹਾ 4-5 ਲੱਖ ਬੱਚਾ ਘਟ ਗਿਆ। ਤੇ ਜਿਹੜਾ ਮੰਤਰੀ ਆ ਹਰਜੋਤ ਬੈਂਸ, ਉਹਨੇ ਜਵਾਬ ਦਿੰਦੇ ਹੋਏ ਕਿਹਾ ਵੀ ਨਹੀਂ ਇਹ ਇੰਨਾ ਨਹੀਂ ਘਟਿਆ, 2-2.5 ਲੱਖ ਘਟਿਆ, ਉਹ ਸੀ ਜਿਹੜਾ ਝੂਠਾ ਸੀ, ਅਸੀਂ ਬਲਕਿ ਮਿਡ ਡੇ ਮੀਲ 'ਚ ਹੋਰ 'ਚ ਪੈਸੇ ਬਚਾਏ ਨੇ। ਇਹ ਦੋਨੇ ਗੱਲਾਂ ਗਲਤ ਨੇ। ਇਹਦਾ ਮਤਲਬ ਨਾ ਤਾਂ ਸਰਕਾਰ ਨੂੰ ਪਤਾ ਹੈ ਐਕਚੁਅਲ ਅੰਕੜਾ ਕੀ ਹੈ ਜੀ, ਨਾ ਵਿਰੋਧੀ ਧਿਰ ਨੂੰ ਪਤਾ ਹੈ। ਵਿਰੋਧੀ ਧਿਰ ਦੇ ਇੱਕ ਨੇਤਾ ਨੇ ਬਹੁਤ ਸ਼ਰੀਫ ਰਿਹਾ ਹੈ, ਆਪ ਸਿੱਖਿਆ ਮੰਤਰੀ ਰਿਹਾ ਕਿਸੇ ਚੰਨੀ ਸਾਹਿਬ ਦੀ ਸਰਕਾਰ 'ਚ ਜੀ, ਉਹਨਾਂ ਨੇ ਪਤਾ ਕਿ 10ਵੀਂ ਦੇ ਵਿੱਚ 5 ਲੱਖ ਤੋਂ ਬੱਚੇ ਘਟ ਕੇ 2,75,000 ਰਹਿ ਗਏ ਤੇ 12ਵੀਂ ਦੇ ਵਿੱਚ ਤਕਰੀਬਨ 4 ਲੱਖ ਤੋਂ ਘਟ ਕੇ 2 ਲੱਖ ਕੁਛ ਰਹਿ ਗਏ, 26,000 ਕੇ ਕਿੰਨੇ। ਜਦ ਕਿ ਅੰਕੜੇ ਦੱਸਦੇ ਨੇ ਉਸੇ ਸਾਲ 'ਚ ਜਿਹੜੇ ਟੋਟਲ ਬੱਚੇ ਨੇ 9ਵੀਂ ਤੇ 10ਵੀਂ 'ਚ ਉਹਨਾਂ ਦੀ ਗਿਣਤੀ 4.5 ਲੱਖ ਹੈ। ਉਹਦੇ 'ਚ ਫਿਰ 2,75,000 ਕਿਵੇਂ ਰਹਿ ਗਿਆ ਇਕੱਲੀ 10ਵੀਂ 'ਚ। 10ਵੀਂ 'ਚ ਤਾਂ ਬੱਚੇ ਘੱਟ ਹੋ ਸਕਦੇ, ਵੱਧ ਤਾਂ 9ਵੀਂ ਨਾਲ ਹੋਣੀ ਨਹੀਂ, 9ਵੀਂ 'ਚੋਂ ਡਰੋਪ ਕਰਨਗੇ ਤਾਂ ਹੀ ਹੈ ਨਾ। ਜਿਹੜੇ ਪਾਸ ਹੋ ਗਏ ਵੱਧ ਤੋਂ ਦੋਨੇ ਚਲੇ ਜਾਣਗੇ। ਇਹ ਤਾਂ ਹੈ ਨਹੀਂ ਵੀ 9ਵੀਂ ਦੇ ਕੋਈ ਸਕੂਲ ਨੇ ਉੱਥੋਂ ਆ ਜਾਣ, ਜਿਵੇਂ 8ਵੀਂ ਤੋਂ ਬਾਅਦ ਆ ਸਕਦੇ ਨੇ 9ਵੀਂ ਜ਼ਿਆਦਾ। ਸੋ ਇਸੇ ਤਰ੍ਹਾਂ ਹੀ 12ਵੀਂ ਦੇ ਵਿੱਚ ਆਪਾਂ ਜੇ ਬਈਏ ਜਿਹੜੇ 10ਵੀਂ ਵਾਲੇ ਬੱਚੇ ਨੇ ਉਹਨਾਂ ਨੇ 12ਵੀਂ ਜਾਣਾ ਸਰਕਾਰੀ ਸਕੂਲ 'ਚ, ਪ੍ਰਾਈਵੇਟ ਸਕੂਲ ਦਾ ਤਾਂ 12ਵੀਂ 'ਚ ਆਉਂਦਾ ਨਹੀਂ ਸਰਕਾਰੀ 'ਚ। ਸੋ ਜਿਹੜੇ 10ਵੀਂ ਦੇ ਵਿੱਚੋਂ ਗਏ ਨੇ ਉਹ 12ਵੀਂ 'ਚ ਗਏ ਨੇ। 12ਵੀਂ ਦੇ ਟੋਟਲ ਬੱਚੀ 3,95,000 ਹੈ, 52,000, 3,52,000 ਤੋਂ ਇਹ ਕਿਵੇਂ ਹੋ ਸਕਦਾ ਵੀ 2,26,000 ਇਕੱਲਾ 12ਵੀਂ ਦਾ ਹੋਵੇ। ਸੋ ਇਹ ਇੱਥੋਂ ਇਹ ਪਤਾ ਲੱਗਦਾ ਵੀ ਨਾ ਤਾਂ ਵਿਰੋਧੀ ਤੇ ਜਿਹੜੇ ਉਹ ਖੁਦ ਮੰਤਰੀ ਰਹੇ ਨੇ, ਹੁਣ ਵਾਲੇ ਮੌਜੂਦਾ ਮੰਤਰੀ ਨੇ, ਜੇ ਦੋਹਾਂ ਦੀ ਅੰਕੜੇ ਇੰਨੇ ਜ਼ਿਆਦਾ ਗਲਤ ਨੇ, ਇੱਥੋਂ ਹੀ ਪਤਾ ਲੱਗਦਾ ਵੀ ਸਾਡਾ ਸਮਾਜ ਅੰਕੜਿਆਂ ਦੇ ਤੌਰ ਤੇ ਵੀ ਕਿੱਥੇ ਨੂੰ ਜਾ ਰਿਹਾ। ਅਸੀਂ ਇਹ ਵੀ ਸਮਝ ਸਕਦੇ ਹਾਂ ਕਿ ਲੀਡਰ ਸਾਡੇ ਕਿੰਨੇ ਕੁ ਸੀਰੀਅਸ ਨੇ ਜਾਂ ਉਹ ਕਿੰਨੇ ਕੁ ਰੈਲੇਵੈਂਟ ਡਾਟਾ ਇਕੱਠਾ ਕਰਕੇ ਰੱਖਦੇ ਨੇ। ਮੈਂ ਤਾਂ ਇਹ ਕਹਿੰਦਾ ਵੀ ਉਹਨਾਂ ਨੂੰ ਦੱਸਣ ਵਾਲੇ ਵੀ ਕਿੰਨੇ ਕੁ ਸੀਰੀਅਸ ਨੇ। ਦੇਖੋ ਜਿਹੜੇ ਲੀਡਰ ਨੇ ਉਹਦੇ ਕੋਲ ਇਹ ਅੰਕੜੇ ਜ਼ਰੂਰੀ ਨਹੀਂ ਹੋਣ, ਪਰ ਜਿਹੜੇ ਉਹਦੇ ਆਲੇ ਦੁਆਲੇ ਦੱਸਣ ਵਾਲੇ ਹੁੰਦੇ ਨੇ, ਚਾਹੇ ਮਹਿਕਮੇ ਦੇ, ਹੁਣ ਜੇ ਮੰਤਰੀ ਦੇ ਕੋਲ ਤਾਂ ਮਹਿਕਮੇ ਦੇ ਬੰਦੇ ਨੇ ਜੀ, ਤੇ ਜਿਹੜਾ ਇਹ ਮੰਤਰੀ ਨੇ ਨਾ ਕੋਈ ਕੁਛ ਤਾਂ ਪੁਰਾਣੇ ਮਹਿਕਮੇ ਦੀ ਹੋ ਸਕਦੇ ਕਿਉਂਕਿ ਮੰਤਰੀ ਰਹੇ ਨੇ, ਕੋਈ ਨਾ ਕੋਈ ਤਾਂ ਉਹਨਾਂ ਨਾਲ ਹੁੰਦਾ ਸੰਪਰਕ। ਤੇ ਨਹੀਂ ਘੱਟੋ ਘੱਟ ਜਿਹੜੇ ਇਹਨਾਂ ਦੇ ਆਪਦੇ ਪਾਰਟੀ ਦੇ ਬੰਦੇ ਨੇ ਉਹ ਤਾਂ ਨਾਲ ਆਲੇ ਦੁਆਲੇ ਹੋਣਗੇ, ਉਹ ਵੀ ਬਥੇਰੇ ਮਹਿਕਮੇ 'ਚ ਰਹੇ ਹੁੰਦੇ ਨੇ। ਇਹਦਾ ਮਤਲਬ ਇਹ ਆ ਵੀ ਸਾਡੇ ਸਮਾਜ 'ਚ ਅੰਕੜਿਆਂ ਦੀ ਖੇਡ ਬਣ ਗਈ ਵੀ ਅੰਕੜੇ ਵੀ ਝੂਠੇ ਦੇ ਜਾਓ। ਪਹਿਲਾਂ ਸਭ ਤੋਂ ਪਹਿਲਾਂ ਬੀਜੇਪੀ ਨੇ ਕਰਿਆ ਸੀ ਵੀ ਅੰਕੜੇ ਦਿਓ ਹੀ ਨਾ, ਅੰਕੜੇ ਬੰਦ ਕਰ ਦਿਓ, ਅੰਕੜੇ ਇਕੱਠੇ ਕਰਨੀ ਬੰਦ ਕਰ ਦਿਓ। 2021 'ਚ ਜਨਸੰਖਿਆ ਸੁਮਾਰੀ ਹੋਣੀ ਸੀ, ਪੂਰੀ ਦੁਨੀਆ 'ਚ ਹੋ ਗਈ, ਸਾਡਾ ਮੁਲਕ ਹੈ ਜਿੱਥੇ ਹੋਈ ਜੀ। ਹੁਣ ਕਹਿੰਦੇ ਨੇ ਅਸੀਂ ਕਰਨੀ ਹੈ। ਉਹ ਕਿਉਂ ਸੀ ਵੀ ਅਸੀਂ ਜਿੰਨਾ ਮਰਜ਼ੀ ਕਹਿ ਰਹੀ ਇੰਨੇ ਬੱਚੇ, ਇੰਨੇ ਮੁਸਲਮਾਨਾਂ ਦੇ ਇੰਨੇ ਬੱਚੇ ਹੋ ਗਏ, ਸਿੱਖਾਂ ਦਾ ਆਹ ਹੋ ਗਿਆ, ਹਿੰਦੂਆਂ ਦਾ ਆਹ ਹੋ ਗਿਆ। ਫਿਗਰ ਦੇਣੀ ਹੈ ਜਿਹੜੀ ਮਰਜ਼ੀ ਦੇਈ ਜਾਓ, ਤਾਂ ਕਿ ਫਿਗਰ ਜੇ ਸਰਕਾਰ ਦਾ ਅੰਕੜਾ ਨਹੀਂ ਹੋਏਗਾ, ਫਿਰ ਜਿਹੜਾ ਅੰਕੜਾ ਮੋਦੀ ਜੀ ਬੋਲ ਦੇਣ, ਅਮਿਤ ਸ਼ਾਹ ਜੀ ਬੋਲ ਦੇਣ, ਜਾਂ ਇੱਥੇ ਭਗਵੰਤ ਮਾਨ ਜੀ ਬੋਲ ਦੇਣ, ਜਾਂ ਕੋਈ ਹੋਰ ਬੋਲਦੇ, ਹੁਣ ਮੰਨ ਲੈਣਗੇ ਲੋਕ। ਸੋ ਅੰਕੜਾ ਹੈ ਹੀ ਨਹੀਂ ਜ਼ਿਆਦਾ। ਸੋ ਇਸ ਕਰਕੇ ਅੰਕੜੇ ਤੋਂ ਪਹਿਲੀ ਗੱਲ ਅੰਕੜਾ ਤਿਆਰ ਨਾ ਕਰੋ। ਇਹਨਾਂ ਦਾ ਅੰਕੜਾ ਵਗੇ ਨਹੀਂ, ਭਾਰਤ ਸਰਕਾਰ ਦਾ ਅੰਕੜਾ ਵਗੇ ਨਹੀਂ, ਛੱਡ ਗਿਆ ਸੀ ਸੁਬਰਾਮਨਿਅਮ ਸ਼ਾਇਦ ਕੌਣ ਸੀ, ਕਿਉਂਕਿ ਉਹ ਅੰਕੜੇ ਗਲਤ ਬਣਾਉਣਾ ਚਾਹੁੰਦੇ ਨੇ। ਜਦ ਤੁਸੀਂ ਅੰਕੜੇ ਵੋਟਾਂ ਦੇ ਅੰਕੜੇ ਰੋਜ਼ ਹੀ ਗਲਤ ਜਾਂਦੇ ਨੇ। 2019 ਦੀਆਂ ਵੋਟਾਂ ਦੇ ਵਿੱਚ 373 ਸੀਟਾਂ ਦੇ ਉੱਤੇ ਜਿੰਨੀਆਂ ਵੋਟਾਂ ਚੋਣ ਕਮਿਸ਼ਨ ਨੇ ਕਹੀਆਂ ਵੀ EVM 'ਚ ਪਈਆਂ ਨੇ, EVM ਬੰਦ ਹੋ ਗਈ, ਸੀਲ ਹੋ ਗਈ, ਉਹ ਉਦੋਂ 10,000 ਤੋਂ ਲੈ ਕੇ 20,000 ਤੱਕ ਵੋਟ 373 ਸੀਟਾਂ ਤੇ ਜਾਂ ਘੱਟ ਨਿਕਲੀ ਜਾਂ ਵੱਧ ਨਿਕਲੀ। ਉਹਨੂੰ ਪੁੱਛੋ EVM ਦੇ ਅੰਦਰ ਕੋਈ ਚੂਹੇ ਸੀਗੇ ਜਿਹੜੇ ਹੋਰ ਬੱਚੇ ਦੇ ਤੇ ਉਹਨੇ। EVM ਜਿਹੜੀ ਵੋਟ ਸੀਲ ਹੋ ਗਈ, EVM ਤੁਹਾਡੇ ਕਬਜ਼ੇ 'ਚ ਹੈ, ਸਟਰੋਂਗ ਰੂਮ ਦੇ ਵਿੱਚ ਹੈ, ਜਿੰਦੇ ਕੁੰਡੇ ਲੱਗੇ ਹੋਏ ਨੇ, CCTV ਲੱਗੇ ਹੋਏ ਨੇ,
ਉਹਦੇ 'ਚ ਵੋਟ ਜਿੰਨੀ ਤੁਸੀਂ ਦੱਸਦੀ ਉਦੋਂ ਇੰਨੀ ਨਹੀਂ ਜ਼ਿਆਦਾ 2 4 10 20 50 100 ਵੋਟ ਦਾ ਜੋੜ ਘਟਾਓ 'ਚ ਫਰਕ ਰਹਿ ਸਕਦਾ, ਆਪਾਂ ਮੰਨ ਸਕਦੇ ਹਾਂ। ਪਰ ਇਹ ਤਾਂ ਏਡੀ 10 20 ਹਜ਼ਾਰ ਵੋਟ ਫਰਕ ਪਵੇ ਇੱਕ ਸੀਟ 'ਤੇ, ਇਹ ਤਾਂ ਸੰਭਵ ਹੀ ਨਹੀਂ ਹੈ। ਸੋ ਇਹ ਜੇ ਇਸ ਤਰ੍ਹਾਂ ਦੇ ਅੰਕੜਿਆਂ ਦਾ ਸਾਡੇ ਕੋਲ, ਮੈਂ ਜਿਹੜੀ ਗੱਲ ਆਪਦੀ ਕਹਿਣਾ ਵੀ ਅੰਕੜਿਆਂ ਦਾ ਖੇਡ ਕਰਕੇ ਲੋਕਾਂ ਨੂੰ ਹੁਣ ਅੰਕੜੇ ਨਾਲ ਵੀ ਗੁੰਮਰਾਹ ਕਰਿਆ ਜਾਂਦਾ, ਝੂਠ। ਸਰ, ਬੰਗਾਲ ਚ, ਬਿਹਾਰ ਚ SIR ਹੋਈ, ਪੰਜਾਬ ਚ ਬਹੁਤ ਰੌਲਾ ਪਾਇਆ ਗਿਆ ਕਿ ਉੱਥੇ ਵੋਟਾਂ ਕੱਟ ਦਿੱਤੀਆਂ, ਬੀਜੇਪੀ ਆਪਣੇ ਆਪ ਨੂੰ ਫਾਇਦਾ ਦੇਣਾ ਚਾਹੁੰਦੀ ਹੈ। ਹੁਣ ਜਦੋਂ ਪੰਜਾਬ ਚ SIR ਹੋ ਰਹੀ ਹੈ ਤੇ ਸਾਡੀ ਮੌਜੂਦਾ ਸਰਕਾਰ ਕਹਿ ਰਹੀ ਹੈ ਕਿ ਜਿੰਨੇ ਫਾਰਮ ਨਹੀਂ ਭਰੇ ਉਹ ਭਰੋ, ਕਿਤੇ ਕੱਲ ਨੂੰ ਤੁਹਾਡੀ ਵੋਟ ਨਾ ਕੱਟੀ ਜਾਵੇ। ਤੁਹਾਨੂੰ ਲੱਗਦਾ ਨਹੀਂ ਇਹ ਦੋਹਰੇ ਮਾਪਦੰਡ ਇੱਥੇ ਦੇਖੇ ਗਏ? ਨਹੀਂ, ਮੈਨੂੰ ਐਂ ਲੱਗਦਾ ਵੀ ਪਹਿਲਾਂ ਤਾਂ ਸਾਡੀ ਜਿਹੜੀ ਸਰਕਾਰ ਹੈ ਇਹਨੇ ਇੱਥੋਂ ਦੇ ਜਿਹੜਾ ਮੁੱਖ ਚੋਣ ਅਧਿਕਾਰੀ ਹੈਗੀ ਹੈ ਅਨੰਤਾ ਮਿੱਤਰਾ, ਉਹਨਾਂ ਕੋਲ ਜਾ ਕੇ ਪੇਸ਼ ਹੀ ਨਹੀਂ ਕਰਿਆ ਕੇਸ ਵੀ ਗਲਤੀਆਂ ਕਿੱਥੇ ਨੇ, ਗੜਬੜਾਂ ਕਿੱਥੇ ਨੇ, ਇਹਨਾਂ ਨੂੰ ਪਤਾ ਹੀ ਨਹੀਂ। ਦੂਜਾ ਬਿਆਨ ਭਗਵੰਤ ਮਾਨ ਨੇ ਮੁੱਖ ਮੰਤਰੀ ਦੇ ਬਤੌਰ ਦੇਤਾ ਵੀ ਜਿਹਦੀ ਵੋਟ ਨਹੀਂ ਹੋਏਗੀ ਉਹਨੂੰ ਸਰਕਾਰੀ ਸਕੀਮਾਂ ਦਾ ਲਾਭ ਨਹੀਂ ਮਿਲਣਾ ਜੀ। ਪੂਰੇ ਮੁਲਕ 'ਚ ਸਿਰਫ 2 ਸਰਕਾਰਾਂ ਪਹਿਲਾਂ ਨੇ ਜਿਹਨੇ ਚੁਣੀਆਂ ਹੋਈਆਂ ਨੇ, ਇਹਨੇ ਅਜੇ ਚੁਣੇ ਜਾਣਾ ਹੈ, ਬਾਕੀ ਕਿਸੇ ਨੇ ਨਹੀਂ ਇਦਾਂ ਦਾ ਕਿਹਾ। SIR ਤਾਂ ਸਾਰੇ ਮੁਲਕ 'ਚ ਹੋਈ ਆ, ਸਰਕਾਰਾਂ ਵੀ ਬਣੀਆਂ ਨੇ, ਕਿਸੇ ਹੋਰ ਸਰਕਾਰ ਨੇ ਨਹੀਂ ਕਿਹਾ। ਆ ਵੀ ਜੇ ਹੁਣੀ ਜਿੱਤ ਕੇ ਆਇਆ ਸਾਡਾ ਪਤੀ, ਉਹਨੇ ਤਾਂ ਕੋਈ ਨਹੀਂ ਕਿਹਾ ਵੀ ਅਸੀਂ ਕੱਟ ਦਾਂਗੇ, ਹੁਣ ਤਾਂ ਉੱਥੇ ਵੀ ਵੋਟਾਂ ਕੱਟੀਆਂ ਗਈਆਂ ਨੇ ਵੀ ਅਸੀਂ ਸਰਕਾਰੀ ਸਕੀਮਾਂ ਦਾ ਲਾਭ ਵੀ ਕੱਟ ਦਾਂਗੇ। ਸੁਪਰੀਮ ਕੋਰਟ ਨੇ ਨਹੀਂ ਕਿਹਾ ਵੀ ਸਰਕਾਰੀ ਸਕੀਮਾਂ ਦਾ ਲਾਭ ਕੱਟ ਸਕਦੇ ਹੋ ਤੁਸੀਂ ਜੀ। ਜੇ ਬਿਹਾਰ ਤੇ ਬੰਗਾਲ ਵਾਲਿਆਂ ਨੇ ਕਹਿਤਾ ਕਿਉਂਕਿ ਬੀਜੇਪੀ ਦੀ ਸਰਕਾਰ ਹੈ ਜਾਂ ਬੀਜੇਪੀ ਸਮਰਥਕ ਹੈ, ਇੱਥੇ ਇਹਦਾ ਮਤਲਬ ਭਗਵੰਤ ਮਾਨ ਬੀਜੇਪੀ ਦੀ ਗੱਲ ਕਰ ਰਿਹਾ। ਭਗਵੰਤ ਮਾਨ ਨੂੰ ਇੰਨੀ ਮਤਲਬ ਸਿੱਧਾ ਕਹਿਣ ਦੀ ਕੀ ਲੋੜ ਸੀ ਵੀ ਇਹ ਸਰਕਾਰੀ ਸਕੀਮਾਂ ਦਾ ਲਾਭ ਨਹੀਂ ਦੇਣਾ। ਸੋ ਇਹ ਤਾਂ ਇਹ ਪਤਾ ਲੱਗਦਾ ਵੀ ਬੀਜੇਪੀ ਦੀ ਲਾਈਨ ਟੋ ਕਰਦਾ, ਇਹਨੇ SIR ਤੇ ਕੋਈ ਇਤਰਾਜ਼ ਨਹੀਂ ਕਰਨਾ ਸੀ। ਬੀਜੇਪੀ ਵੀ ਇਹੀ ਕਹਿੰਦੀ ਆਪਦੀ ਵੋਟ ਬਣਾ ਲਓ ਜੀ। ਹੁਣ ਮੈਂ ਇਹ ਕਹਿਣਾ, ਇੱਕ ਪੰਜਾਬੀ ਦਾ ਅਖਾਣ ਹੈ, ਸੁੱਕਾ ਹੇਜ ਮਤੇਈ ਦਾ ਮੂੰਹ ਚੁੰਮੇ ਟੁੱਕ ਨਾ ਦੇਈਦਾ। ਜਿਹੜਾ ਸਾਡਾ ਮੁੱਖ ਚੋਣ ਕਮਿਸ਼ਨ ਹੈ ਉਹ ਇਹ ਕਹਿੰਦਾ ਹੈ ਵੀ ਅਸੀਂ ਉਹ ਗਾਂ ਉਹੀ ਥੱਲੇ ਸਾਰੇ, ਜਿਵੇਂ ਹੁੰਦਾ ਨਾ ਇੱਕ ਬੰਦਾ ਉਹ ਬਾਜਾ ਜਿਹੜਾ ਹੁੰਦਾ ਹੈ ਉਹਦੇ 'ਚ ਇੱਕ ਮਾਸਟਰ ਹੁੰਦਾ ਹੈ ਆਰਕੈਸਟਰਾ ਦਾ, ਉਹ ਜਿਹੇ ਜਿਹੀ ਪੀਪਣੀ ਵਜਾਉਂਦਾ ਬਾਕੀ ਸਾਰੇ ਉਹੀ ਜਿਹੀ ਵਜਾਉਣ ਲੱਗ ਜਾਂਦੇ ਨੇ। ਸੋ ਜਿਹੜਾ ਗਣੇਸ਼ ਕੁਮਾਰ ਉਹ ਮਾਸਟਰ ਆਰਕੈਸਟਰਾ ਹੈ, ਉਹਨੇ ਪੀਪਣੀ ਵਜਾਤੀ। ਇੱਕ ਵੀ ਜਾਇਜ਼ ਵੋਟਰ ਲਿਸਟ ਤੋਂ ਬਾਹਰ ਨਹੀਂ ਰਹਿਣੀ ਚਾਹੀਦੀ, ਇੱਕ ਵੀ ਨਜਾਇਜ਼ ਵੋਟ ਉਹਦੇ ਵਿੱਚ ਨਹੀਂ ਰਹਿਣੀ ਚਾਹੀਦੀ। ਇਹ ਪੀਪਣੀ ਵਜਾਤੀ, ਇਹ ਦੇਖਣ ਨੂੰ ਬੜੀ ਸੋਹਣੀ ਲੱਗਦੀ ਹੈ ਵੀ ਕੋਈ ਵੀ ਜਿਹਦੀ ਜਾਇਜ਼ ਵੋਟ ਆ ਉਹ ਬਾਹਰ ਨਾ ਲੈ ਗਏ। ਪਰ ਜਾਇਜ਼ ਹੀ ਤਾਂ ਕੱਟ ਰਹੇ ਨੇ, ਨਜਾਇਜ਼ ਤਾਂ ਲੱਭਦੀ ਨਹੀਂ ਇਹਨਾਂ ਨੂੰ, ਜਾਇਜ਼ ਨੂੰ ਨਜਾਇਜ਼ ਕਹੀ ਜਾ ਰਹੇ ਨੇ। ਹੁਣ ਮੈਂ ਉਦਾਹਰਨ ਦਿੰਦਾ ਜੀ ਛੋਟੀ ਜਿਹੀ, ਫਿਰ ਆਉਣਾ ਮੈਂ ਇਸ ਤੇ ਜਿਹੜਾ ਸਮਝਣ ਦੀ ਲੋੜ ਹੈ। 2003 ਨਾਲ ਕਹਿੰਦੇ ਅਸੀਂ ਇਹ ਮੁਕਾਬਲਾ ਕਰਨਾ ਹੈ ਪੰਜਾਬ 'ਚ। 2003 'ਚ ਹੋਈ ਸੀ SIR। ਕਿੰਨੇ ਸਾਲ ਹੋ ਗਏ? 23 ਸਾਲ ਹੋ ਗਏ। ਹਾਂਜੀ, 23 ਸਾਲਾਂ 'ਚ ਪਿੰਡਾਂ 'ਚੋਂ ਕਿੰਨੇ ਬੰਦੇ ਸ਼ਹਿਰਾਂ 'ਚ ਚਲੇ ਗਏ? ਸ਼ਹਿਰ ਕਿੰਨੇ ਵੱਡੇ ਹੋ ਗਏ? ਪਿੰਡਾਂ ਦੇ ਵਿੱਚ ਕਿੰਨੇ ਭਰਾ ਅੱਡ ਹੋ ਗਏ ਹੋਣਗੇ? ਕਿੰਨੀਆਂ ਕੁੜੀਆਂ ਦੇ ਵਿਆਹ ਹੋ ਗਏ? ਉਹਨਾਂ ਦੇ ਜਵਾਕ ਵੀ ਹੋ ਗਏ ਵੱਡੇ, 18 ਸਾਲ ਦੇ ਹੋ ਗਏ। ਕਿੰਨੇ ਲੋਕ ਬਾਹਰ ਚਲੇ ਗਏ ਟੈਂਪਰੇਰੀ ਪੜ੍ਹਨ ਵਾਸਤੇ, ਕਿਉਂਕਿ ਵੀਜ਼ਾ ਤਾਂ ਪੜ੍ਹਨ ਦਾ ਹੀ ਲੈ ਕੇ ਜਾਂਦੇ ਨੇ ਉਹ। ਪੜ੍ਹਨ ਵਾਲੇ ਵੀਜ਼ੇ ਦਾ ਤਾਂ ਵੋਟ ਕੱਟੀ ਨਹੀਂ ਜਾ ਸਕਦੀ, ਉਹ ਤਾਂ ਟੈਂਪਰੇਰੀ ਗਿਆ, ਰੂਲ 'ਚ ਕਾਨੂੰਨ 'ਚ ਹੀ ਲਿਖਿਆ ਹੋਇਆ। ਸੋ ਉਹ ਵੋਟਾਂ ਇਹਨਾਂ ਨੇ ਇਕੱਠੀਆਂ। ਦੂਜਾ ਇਹਨਾਂ ਨੇ ਇੱਥੇ ਗੱਲ ਕੀ ਕਰੀ ਜਿਹੜੀ ਕਿਸੇ ਪਾਰਟੀ ਨੂੰ ਜਮਾਂ ਹੀ ਢਿੱਲੇ ਦਾ ਨਹੀਂ ਗੱਲ ਕਰੀ ਇਹਨਾਂ ਨੇ। 2024 'ਚ ਜਿਹੜੀ ਚੋਣ ਹੋਈ ਲੋਕ ਸਭਾ ਦੀ, ਉਦੋਂ ਪੰਜਾਬ 'ਚ 2,14,60,000 ਵੋਟ ਸੀ। ਹੁਣ ਵੀ 2,14,60,000 ਦੀ ਕਹਿੰਦੇ ਨੇ। ਫਿਰ ਜਿਹੜੀ 25 'ਚ ਤੇ 26 'ਚ ਵੋਟਾਂ ਬਣਨੀਆਂ ਸੀ ਉਹ ਕਿੱਥੇ ਗਈਆਂ? 25 ਔਰ 26 'ਚ ਵੀ ਤਾਂ 18 ਸਾਲ ਦੇ ਬੰਦੇ ਹੋਏ ਹੋਣਗੇ ਨਾ। ਬਿਲਕੁਲ। ਤੇ ਉਹ ਕਿੱਥੇ ਗਏ? ਵੋਟਾਂ ਤਾਂ ਵੱਧਦੀਆਂ ਨੇ, ਘਟਦੀਆਂ ਤਾਂ ਹੈ ਹੀ ਨਹੀਂ। ਤੇ ਇੱਕ ਤਾਂ ਉਹ ਖਤਮ ਕਰਤੇ, ਯੂਪੀ 'ਚ ਵੀ ਇਹੀ ਕਰਿਆ। ਦੂਜਾ ਹੁਣ 2,14,00,000 'ਚੋਂ ਵੀ ਪਹਿਲਾਂ ਇਹ ਕਹਿੰਦੇ ਜੀ ਅਸੀਂ ਨਾ ਮੈਪਿੰਗ ਕਰੀ ਆ, ਨਕਸ਼ਾ ਕਸ਼ੀ ਕਰੀ ਆ। ਉਹਦੇ 'ਚ ਕਹਿੰਦੇ ਜੀ 1,84,00,000 ਹੀ ਆਇਆ। ਜੇ 1,84 ਆਇਆ ਸੀ, 16 ਤੇ 14 30 ਲੱਖ ਤਾਂ ਉਹਦੀ ਕੱਟਤਾ ਆਪਦੇ ਵੱਲੋਂ। ਹੁਣ ਅਨੰਤਾ ਮਿੱਤਰਾ ਦਾ ਬਿਆਨ ਇਹ ਆਇਆ ਵੀ ਸਾਡੇ ਕੋਲੇ 1,94,00,000 ਦੇ ਫਾਰਮ ਆ ਗਏ, ਐਨੂਮਰੇਸ਼ਨ ਫਾਰਮ, ਜਿਹਨੂੰ ਗਣਨਾ ਫਾਰਮ ਕਹਿ ਸਕਦੇ ਆਪਾਂ। ਜੇ 1,94,00,000 ਦੇ ਵੀ ਆ ਗਏ ਤਾਂ 6 ਤੇ 14 20 ਲੱਖ ਵੋਟ ਤਾਂ ਫਿਰ ਵੀ ਘਟ ਗਈ। 20 ਲੱਖ ਤਾਂ 2024 ਵਾਲੀ ਚੋਂ ਘਟ ਗਈ ਜੀ। ਜਿਹੜੇ ਹੋਰ ਆਉਣੇ ਸੀ ਉਹ ਘਟ ਗਏ, ਉਹ ਵੀ 10-12 ਲੱਖ ਆਉਣੇ ਸੀ 2 ਸਾਲਾਂ 'ਚ। ਇਹਦਾ ਮਤਲਬ 30-32 ਲੱਖ ਵੋਟ ਜਿਹੜੀ ਆ ਉਹ ਕੱਟਤੀ ਪੰਜਾਬ 'ਚ। ਹੁਣ ਉਹ ਜਿਹੜੀ ਕੱਟੀ ਹੋਈ ਵੋਟ ਹੈ, ਇਹ ਕਹਿੰਦੇ ਉਹਦਾ ਹੱਲ ਕਰੋ। ਮੈਂ ਅੱਜ ਹੀ RTI 'ਚ ਮੇਰੇ ਕੋਲ ਉਹ ਆਇਆ, ਦਸਤਖਤ ਹੋਇਆ ਵੀ ਹਾਂ ਉਹਨਾਂ ਨੂੰ ਮਿਲ ਗਈ ਚਿੱਠੀ। ਮੈਂ ਅਨੰਤਾ ਮਿੱਤਰਾ ਨੂੰ ਚਿੱਠੀ ਲਿਖੀ ਹੈ ਸੂਚਨਾ ਅਧਿਕਾਰ ਕਾਨੂੰਨ 'ਚ ਕਿ ਤੁਸੀਂ ਕਿਹਾ ਵੀ ਜਿਨ੍ਹਾਂ ਦੀ ਵੋਟ ਕੱਟ ਗਈ 13 ਤਰੀਕ ਤੋਂ ਬਾਅਦ ਉਹ ਆਪਣਾ 6A ਫਾਰਮ ਭਰਦੇ ਨੇ ਤਾਂ ਕਿ ਉਹਨਾਂ ਦੀ ਵੋਟ ਬਣ ਜੇ ਜੀ। ਜਿਹੜਾ 6A ਫਾਰਮ ਹੈ 2022 ਚ 23 ਚ ਬੀਜੇਪੀ ਦੀ NDA ਸਰਕਾਰ ਨੇ ਬਦਲਤਾ।
ਜਿਹੜਾ ਪਹਿਲਾ ਫਾਰਮ ਸੀ ਉਹਦੇ ਵਿੱਚ ਇਹ ਸੀ ਕਿ ਜਾਂ ਤਾਂ ਵੀ ਮੈਂ ਨਵਾਂ ਵੋਟਰ ਬਣਨਾ ਜਾਂ ਮੈਂ ਵੋਟ ਫਲਾਣੀ ਥਾਂ ਹੈਗਾ ਸੀ ਤੇ ਹੁਣ ਮੇਰੀ ਇੱਥੇ ਵੋਟ ਬਣਾ ਦਿੱਤੀ ਜਾਵੇ। ਕੁਝ ਔਰ ਸੀ, ਇਹ ਐਲਾਨਨਾਮਾ ਦੇਣਾ ਸੀ ਵੀ ਮੈਂ ਪਹਿਲਾਂ ਮੈਂ 18 ਸਾਲ ਦੀ ਉਮਰ ਨਾਲ ਮੇਰੀ ਕਿਤੇ ਵੋਟ ਨਹੀਂ ਬਣੀ, ਕਿਤੇ ਇਹ ਸੀ ਜਾਂ ਮੈਂ ਫਲਾਣੀ ਥਾਂ ਵੋਟਰ ਸੀ, ਇਹ ਦੇਣਾ। ਹੁਣ ਥੱਲੇ ਵਾਲਾ ਕੱਟਤਾ ਇਹਨਾਂ ਨੇ, ਹੁਣ ਉਹ ਕਹਿੰਦਾ ਮੈਂ 18 ਸਾਲ ਦਾ, ਮੇਰੀ ਵੋਟ ਕਿਤੇ ਨਹੀਂ ਹੈ, ਇਹ ਐਲਾਨਨਾਮਾ ਦੇਣਾ। ਤੁਹਾਡੀ ਵੋਟ ਕੱਟ ਗਈ, ਮੇਰੀ ਵੋਟ ਕੱਟ ਗਈ, ਮੈਂ 20 ਵਾਰੀ 12 ਵਾਰੀ ਵੋਟ ਪਾ ਚੁੱਕਿਆ, 10 ਵਾਰੀ ਤੇ ਜੇ ਮੈਂ 10-12 ਵਾਰੀ ਵੋਟ ਪਾ ਚੁੱਕਿਆ, ਮੇਰੀ ਵੋਟ ਕੱਟ ਗਈ, ਮੈਂ ਐਲਾਨਨਾਮਾ ਕਿਵੇਂ ਦਊਂਗਾ ਵੀ ਮੇਰੀ ਤਾਂ ਕਦੇ ਵੋਟ ਹੀ ਨਹੀਂ ਬਣੀ। ਇਹ ਝੂਠਾ ਐਲਾਨਨਾਮਾ ਮੈਂ ਦੇਖਿਆ ਉਹਦੇ ਚ ਵੀ ਤੁਸੀਂ ਕਿਹਾ 6 ਫਾਰਮ ਭਰੋ, 6 ਫਾਰਮ ਜਾਂ ਸ਼ਰਤ ਹੈ, ਤੁਸੀਂ ਦੱਸੋ ਤੁਹਾਡੇ ਕੋਲ ਕਿਹੜਾ ਰਿਕਾਰਡ ਹੈ ਜਿਹੜਾ ਕਹਿੰਦਾ ਵੀ ਮਜਬੂਰ ਕਰਨਾ ਬੰਦੇ ਨੂੰ ਝੂਠਾ ਪੀਰਮ ਦੇਣ ਵਾਸਤੇ ਕਿਉਂਕਿ ਉਹਦੀ ਵੋਟ ਕੱਟ ਗਈ। ਝੂਠਾ ਐਲਾਨਨਾਮਾ ਦੇ ਉਹਦੇ ਵਿੱਚ ਹੀ ਇਹ ਲਿਖਿਆ ਹੈ ਵੀ ਸੈਕਸ਼ਨ 31 ਕੇ ਕਿੰਨੀ ਆ ਉਹਦੀ 23 ਜਾਂ ਜਨ ਪ੍ਰਤੀਨਿਧੀ ਕਾਨੂੰਨ ਦੀ, ਲੋਕ ਪ੍ਰਤੀਨਿਧੀ ਕਾਨੂੰਨ ਦੀ, ਵੀ ਉਹਦੇ ਤਹਿਤ ਜੇ ਤੁਹਾਡਾ ਐਲਾਨਨਾਮਾ ਝੂਠਾ ਹੋਇਆ ਤੁਹਾਡੇ ਤੇ ਅਸੀਂ ਐਕਸ਼ਨ ਲੈ ਸਕਦੇ ਹਾਂ, 2 ਸਾਲ ਤੱਕ ਦੀ ਉਹਦੇ ਸਜ਼ਾ। ਤੇ ਇਹਦਾ ਮਤਲਬ ਇਹ ਹੈ ਵੀ ਪਹਿਲਾਂ ਉਹਦਾ ਵੋਟ ਦਾ ਹੱਕ ਤੁਸੀਂ ਕੱਟਤਾ, ਫਿਰ ਉਸ ਤੋਂ ਬਾਅਦ ਉਹਦਾ ਵੋਟ ਦਾ ਹੱਕ ਦੁਬਾਰਾ ਦੇਣ ਵਾਸਤੇ ਝੂਠਾ ਐਫੀਡੈਵਿਟ ਲੈਣਾ, ਐਲਾਨਨਾਮਾ ਲੈਣਾ, ਫਿਰ ਉਹਨੂੰ ਸਜ਼ਾ ਦੇਣੀ ਹੈ। ਇਸ ਤੋਂ ਵੱਧ ਕੀ ਉਹ ਸਖਤ ਮਾਰੇ ਵੀ ਤੇ ਰੋਣ ਵੀ ਨਾ ਦੇਵੇ। ਇਹ ਜਿਹੜੀ ਗੱਲ ਹੈ ਕਿਸੇ ਸਿਆਸੀ ਪਾਰਟੀ ਨੇ ਇੱਕ ਵੀ ਲੀਡਰ ਨੂੰ, ਸਿਆਸੀ ਪਾਰਟੀ ਦਾ ਇੱਕ ਲੀਡਰ ਦੱਸਦੇ ਲੋਕਾਂ ਨੂੰ ਵੀ ਭਾਈ ਇਹਦੇ ਚਾਹ ਗੱਲ ਹੈ, ਉਹ ਕਿਵੇਂ ਮੁੱਦਾ ਚੁੱਕਣਗੇ? ਕਾਂਗਰਸ ਤਾਂ ਆਪਦੇ ਕਾਂਟੋ ਕਲੇਸ਼ ਦੇ ਵਿੱਚ ਬਿਜ਼ੀ ਹੈ, ਚੰਨੀ ਵਰਸਸ ਵੜਿੰਗ ਹੋਇਆ ਪਿਆ, ਕੁਰਸੀਆਂ ਤੱਕ ਲੁਧਿਆਣੇ ਚੱਲ ਗਈਆਂ। ਪਰ ਸਾਡੇ ਬੁੱਧੀਜੀਵੀਆਂ ਦਾ ਤਾਂ ਰੋਲ ਸੀ ਨਾ ਵੀ ਉਹ ਤਾਂ ਦੱਸਦੇ ਲੋਕਾਂ ਨੂੰ, ਕਿਤੇ ਤੁਸੀਂ ਜਿੰਨੇ ਵੀਡੀਓ ਦੇਖ ਲਿਓ SIR ਤੇ ਕਿਤੇ ਕਿਹਾ ਹੋਵੇ ਵੀ 6A ਫਾਰਮ ਹੈ ਜਿਹੜਾ ਇਹ ਤੁਹਾਡੇ ਨਾਲ ਜਾਤੀ ਹੈ ਤੇ ਕਿਵੇਂ ਜਾਤੀ ਹੈ, ਕਿਸੇ ਨੇ ਕਿਹਾ ਹੋਵੇ। ਦੂਜਾ ਤੁਸੀਂ ਆਪਾਂ ਉਰੇ ਬੈਠੇ ਹਾਂ, ਹਾਂਜੀ, ਇਹ ਪੁਜਾਰੀ ਜੀ ਕਹਿਣ ਜੀ ਮੈਂ ਤਾਂ ਹੁਣ ਆਰਤੀ ਕਰਨੀ ਆ, ਇੱਕ ਵਕਤ ਟੱਗੀਆਂ ਵਜਾਣੀਆਂ ਸ਼ੁਰੂ ਕਰ ਦੇਣਾ ਤੇ ਇਹਦਾ ਮਤਲਬ ਸਾਡੇ ਸਾਨੂੰ ਅਸੀਂ ਪੁੱਛ ਕੇ ਬੈਠਿਆ ਨਾ, ਜੇ ਗਲਤ ਹੋਏਗਾ ਨਾ ਇਹ ਕਹਿਣ ਦੇਖੋ ਜੀ ਤੁਸੀਂ ਆਪਦਾ ਚੇਤੀ ਖਤਮ ਕਰ ਲਓ ਤੇ ਮੈਂ ਆਪਦਾ ਸ਼ੁਰੂ ਕਰਨਾ, ਠੀਕ ਹੈ ਜੀ। ਇਹ ਵਾਰਨਿੰਗ ਜਿਹਨੂੰ ਆਪਾਂ ਕਹਿੰਦੇ ਚੇਤਾਵਨੀ, ਇੱਕ ਰਸਤਾ ਹੈ, ਆਮ ਰਸਤਾ ਹੈ, ਚਾਹੇ ਉਹ ਕਿਸੇ ਦਾ ਪ੍ਰਾਈਵੇਟ ਹੈ ਚਾਹੇ ਸਰਕਾਰੀ ਹੈ, ਆਮ ਰਸਤਾ ਲੋਕ ਲੰਘਦੇ ਨੇ ਉੱਥੋਂ ਦੀ। ਇੱਕ ਦਿਨ ਥੋੜਾ ਉੱਥੇ ਕੋਈ ਬੰਬ ਮਾਰਨੇ ਸ਼ੁਰੂ ਕਰ ਦੂਗਾ ਵੀ ਕਿਉਂਕਿ ਇਹ ਤਾਂ ਰਸਤਾ ਮੇਰਾ ਸੀ, ਤੁਸੀਂ ਲੰਘ ਕਿਵੇਂ ਰਹੇ ਹੋ। ਉਹਨੂੰ ਕਹਿਣਾ ਪਊ ਪਹਿਲਾਂ ਵੀ ਭਾਈ ਇਹ ਰਸਤਾ ਮੇਰਾ ਹੈ, ਤੁਸੀਂ ਲੰਘਦੇ ਹੋ, ਫਲਾਣੀ ਡੇਟ ਤੋਂ ਬਾਅਦ ਇੱਥੋਂ ਲੰਘਣਾ ਨਹੀਂ। ਬਿਲਕੁਲ। ਹੁਣ ਲੋਕਾਂ ਨੇ 23 ਸਾਲਾਂ, ਜਿਵੇਂ ਮੈਂ ਦੱਸਿਆ ਕਿੰਨੇ ਥਾਂ ਬਦਲ ਗਏ, ਕੁੜੀਆਂ ਦੇ ਵਿਆਹ ਹੋ ਗਏ, ਪਰਿਵਾਰ ਵੱਖਰੇ ਹੋ ਗਏ, ਭਾਈ ਵੱਖਰੇ ਹੋ ਗਏ, ਬਾਪ ਬੇਟੇ ਵੱਖਰੇ ਹੋ ਗਏ, ਸ਼ਹਿਰ ਵੱਡੇ ਹੋ ਗਏ, ਸ਼ਹਿਰ ਦੇ ਅੰਦਰੋਂ ਕਲੋਨੀਆਂ 'ਚ ਜਾ ਵਸੇ ਲੋਕ, ਅੰਦਰਲਾ ਘਰ ਵੇਚ ਕੇ ਉਹ ਐਡਰੈਸ ਬਦਲ ਗਈ। ਉਹ ਐਡਰੈਸ ਬਦਲਣ ਵਾਸਤੇ 8 ਨੰਬਰ ਫਾਰਮ ਹੈ, ਇਹ ਬਣਿਆ ਹੋਇਆ 1950 ਦੇ ਕਾਨੂੰਨ 'ਚ ਹੀ ਬਣਿਆ ਹੋਇਆ ਹੈ, 1960 ਦੇ ਨਿਯਮਾਂ 'ਚ ਛਪਿਆ ਹੋਇਆ ਹੈ ਵੋਟਰ ਰਜਿਸਟ੍ਰੇਸ਼ਨ ਕਰਨ ਦੇ। ਉਹ ਤੁਸੀਂ 6 ਮਹੀਨੇ ਗਣੇਸ਼ ਕੁਮਾਰ ਇਹ ਦੇ ਦਿੰਦਾ ਵੀ ਭਾਈ ਤੁਸੀਂ ਆਪਦੇ ਐਡਰੈਸ ਚੇਂਜ ਕਰ ਲਓ ਜਿਨ੍ਹਾਂ ਦੇ ਪੁਰਾਣੇ ਐਡਰੈਸ ਤੇ ਵੋਟ ਹੈ, ਕਿਉਂਕਿ ਅਸੀਂ ਫਿਰ ਕੱਟ ਦੇਣੀ ਆ, ਨਹੀਂ ਤਾਂ ਇਹ ਦੱਸਿਆ। ਇਹਦਾ ਮਤਲਬ ਨਹੀਂ ਰੱਖੀ, ਇਹਦਾ ਮਤਲਬ ਤੁਸੀਂ ਦੱਸਣਾ ਨਹੀਂ, ਜਾਣ ਕੇ ਲੁਕੋ ਰੱਖਿਆ ਵੀ ਆਪਾਂ ਵੋਟ ਕੱਟ ਦੋ ਜਿਹਦੀ ਮਰਜ਼ੀ, ਜਿਹਦੀ ਨਹੀਂ ਕੱਟਣੀ ਨਾ ਕੱਟੋ। ਉਹ ਤਾਂ ਕਿਤੇ ਨਹੀਂ ਲਿਖਿਆ। ਫਿਰ ਇਹਦਾ ਸਿੱਧਾ ਫਾਇਦਾ ਕਿਹਨੂੰ ਜਾਊਗਾ? ਬੀਜੇਪੀ ਨੂੰ। ਬੀਜੇਪੀ ਨੇ ਆਪਦੇ ਪੰਨਾ ਪ੍ਰਮੁੱਖ ਲਾਏ ਹੋਏ ਨੇ। ਇਹ ਬੀਬੀ ਨੇ ਕਿਹਾ ਵੀ 80,000 ਕੇ ਕਿੰਨਾ BLA ਹੈ, BLO ਉਹਨਾਂ ਹੈ ਨਹੀਂ, BLA 80,000 BLA ਕਾਂਗਰਸ ਕੋਲ ਤਾਂ ਹੈ ਨਹੀਂ, ਨਾ ਅਕਾਲੀਆਂ ਕੋਲ ਹੈ, ਨਾ ਆਪ ਵਾਲਿਆਂ ਕੋਲ ਹੈ, ਉਹ ਤਾਂ BJP ਕੋਲ ਹੈ। ਇਹਨਾਂ ਨੇ ਪੰਨਾ ਪ੍ਰਮੁੱਖ ਲਾਏ ਹੋਏ ਨੇ, ਹਰੇਕ ਪੰਨੇ ਦਾ ਇੱਕ ਇੰਚਾਰਜ ਬਣਾਇਆ ਹੋਇਆ ਹੈ। ਖਾਸ ਕਰਕੇ ਸ਼ਹਿਰਾਂ 'ਚ ਤਾਂ ਇਹਨਾਂ ਦੇ ਹੈਗੇ ਨੇ, ਪਿੰਡਾਂ 'ਚ ਵੀ ਥੋੜੇ ਬਹੁਤੇ ਹੋਣਗੇ। ਸੋ ਇਸ ਕਰਕੇ ਇਹ BJP ਨੂੰ ਹੀ ਫਾਇਦਾ ਜਾਣਾ, ਹੋਰ ਕਿਸੇ ਨੂੰ ਨਹੀਂ ਜਾਣਾ, ਕਿ BJP ਨੂੰ ਹੀ ਫਾਇਦਾ ਹੋਇਆ। BJP ਨਹੀਂ ਕਹਿ ਕੇ SIR ਕਰਾਈ ਹੈ, ਇਹ ਕੋਈ ਸਰਕਾਰ ਦੇ ਤੌਰ ਤੇ ਠੀਕ ਫੈਸਲਾ ਨਹੀਂ ਹੈ SIR ਦਾ। ਦੂਜਾ ਇੱਕ ਹੋਰ ਹੈ, ਪੰਜਾਬ ਨਾਲ ਕਿਵੇਂ ਜਾਤੀ ਕਰੀ ਹੈ। ਪੰਜਾਬ 'ਚ ਫਰਵਰੀ 27 ਚੋਣ ਹੋਣੀ ਹੈ ਜੀ, ਪੰਜਾਬ ਦੀ SIR ਹੋ ਰਹੀ ਹੈ ਨਾ ਜੀ, ਹਾਂਜੀ, ਅਜੇ 13 ਅਕਤੂਬਰ ਤੱਕ ਤਾਂ ਇਹਦੀ ਉਹ ਸੁਣਵਾਈ ਕਰਨਗੇ, ਫਿਰ ਨਵੰਬਰ 'ਚ ਜਾ ਕੇ ਉਹ ਸੂਚੀ ਕਰਨਗੇ, ਠੀਕ ਹੈ। ਫਰਵਰੀ 'ਚ ਤਾਂ ਚੋਣ ਹੀ ਹੈ, ਹਾਂਜੀ। ਆਈ ਕੁੜੀ ਦੀ ਜਨ ਬਿੰਨੋ ਕੁੜੀ ਦੇ ਕੰਨ। ਛੱਤੀਸਗੜ੍ਹ 'ਚ, ਰਾਜਸਥਾਨ 'ਚ, ਮੱਧ ਪ੍ਰਦੇਸ਼ 'ਚ ਉੱਥੇ ਚੋਣ 2028 'ਚ ਹੈ, ਉਹ ਵੀ ਐਂਡ 'ਚ, ਤੇ ਉੱਥੇ ਪਹਿਲਾਂ ਕਰਾਤੀ। ਸਾਡੀ ਪਹਿਲਾਂ ਕਿਉਂ ਨਹੀਂ ਕਰਾਈ? ਉੱਥੇ ਹੋ ਚੁੱਕੀ ਹੈ SIR 6 ਮਹੀਨੇ ਪਹਿਲਾਂ, ਸਾਡੇ ਕਿਉਂ ਨਾ ਹੋਈ? ਉਹ ਦੂਜੇ ਫੇਜ਼ 3 ਪੜਾ ਕਰੇ ਨੇ ਇਹਨਾਂ ਨੇ। ਸਭ ਤੋਂ ਪਹਿਲਾਂ ਬਿਹਾਰ 'ਚ ਸੀ, ਉਹ ਜੂਨ 2025 'ਚ ਸ਼ੁਰੂ ਕਰਿਆ ਸੀ, ਫਿਰ ਜਨਵਰੀ ਤੋਂ ਪਹਿਲਾਂ ਹੀ ਸ਼ੁਰੂ ਕਰ ਲਿਆ ਦੂਜਾ ਪੜਾ। ਦੂਜੇ ਪੜਾ ਸਾਡੀ ਕਰਾ ਦਿੰਦੇ, ਸਾਡੀ ਹੁਣ ਨੂੰ ਕਦੀ ਮਾਰਚ ਅਪ੍ਰੈਲ ਤੱਕ ਪੂਰੀ ਹੋਈ ਹੁੰਦੀ। ਜੇ ਮਾਰਚ ਅਪ੍ਰੈਲ ਤੱਕ ਪੂਰੀ ਹੋ ਜਾਂਦੀ ਫਿਰ ਇਹ ਤਾਂ ਨਾ ਹੁੰਦਾ ਨਾ ਵੀ ਆਈ ਕੁੜੀ ਦੀ ਜਨ ਬਿੰਨੋ ਕੁੜੀ ਦੇ ਕੰਨ। ਹੁਣ ਇਹ ਮੌਕੇ 'ਚ ਕਰ ਰਹੇ ਨੇ ਤਾਂ ਕਿ ਘਪਲਾ ਹੋ ਜੇ, ਜਿਹਦੀ ਕੱਟੀ ਗਈ ਜਿਹਦੀ ਰਹਿ ਗਈ ਕੋਈ ਰੌਲਾ ਪਾਉਣ ਜੋਗਾ ਨਾ ਰਹੇ, ਰੌਲਾ ਹੀ ਨਾ ਪਵੇ, ਪਾਈ ਜਾਵੇ। ਉਹ ਕਹਿੰਦੇ ਤੇਰੀ ਕੱਟੀ ਗਈ ਜੀ, ਅਸੀਂ ਕਿਹਾ ਤੂੰ ਅਰਜੀ ਦੇ, ਅਰਜੀ ਦਾ ਫੈਸਲਾ ਨਹੀਂ ਕਰਨਾ। ਬੰਗਾਲ 'ਚ ਇਹੀ ਕਰਿਆ,
27.10 ਲੱਖ, ਯਾਨੀ ਕਿ ਜੇ ਮਿਲੀਅਨ ਕਹਿੰਦੇ 2.71 ਮਿਲੀਅਨ, 27 ਲੱਖ ਹੀ ਕਹ ਲਓ, ਚੱਲ 10,000 ਉੱਪਰਲਾ ਛੱਡ ਲਓ, 27 ਲੱਖ ਬੰਦੇ ਦੀ ਵੋਟ ਇਦਾਂ ਹੀ ਕੱਟ ਸੀ। ਉਹਨਾਂ ਦੀ ਸੁਣਵਾਈ ਹੋਈ ਨਹੀਂ ਕਿ ਸਾਡੇ ਮਾਨਯੋਗ ਚੀਫ ਜਸਟਿਸ ਸਾਹਿਬ ਤੇ 3 ਜੱਜਾਂ ਦਾ ਬੈਂਚ, ਜਿਹੜਾ ਕਹਿੰਦਾ ਲੋਕਾਂ ਨੂੰ, ਕਦੇ ਕਹਿੰਦਾ ਇਹ ਕਾਕਰੋਚ ਨੇ, ਗੰਦੀ ਨਾਲੀ ਦੇ ਕੀੜੇ ਨੇ, ਕਦੇ ਕਹਿੰਦਾ ਇਹ ਵਿਕਾਸ ਦੇ ਵਿਰੋਧੀ ਨੇ, ਉਹੀ ਬੈਂਚ ਕਹਿੰਦਾ ਹੈ। ਤੇ ਉਹੀ ਬੈਂਚ ਕਹਿੰਦਾ ਕੋਈ ਗੱਲ ਨਹੀਂ, ਜੇ 27 ਲੱਖ ਨੇ ਇਸ ਵਾਰੀ ਵੋਟ ਨਾ ਪਾਈ, ਅਗਲੀ ਵਾਰੀ ਪਾ ਲੈਣਗੇ। ਇਦੋਂ ਵੱਡੀ ਬੇਇਨਸਾਫੀ ਕਿਤੇ ਹੋ ਸਕਦੀ ਆ? ਸਭ ਤੋਂ ਵੱਡੇ ਉੱਤੇ ਮੰਦਰ ਦੇ ਵਿੱਚ ਜਾਓ ਤੁਸੀਂ, ਜਿੱਥੋਂ ਤੁਹਾਨੂੰ ਇਨਸਾਫ ਮਿਲਣਾ ਹੋਵੇ, ਤੇ ਉਹ ਕਹੇ ਫਿਰ ਕੀ ਹੋ ਗਿਆ, ਜੇ ਤੁਹਾਡੇ ਨਾਲ ਹੋ ਗਿਆ, ਅਗਲੀ ਵਾਰੀ ਦੇਖ ਲਿਓ। ਮੈਂ ਇਹ 3 ਜੱਜਾਂ ਸਾਹਿਬਾਨ ਤੇ ਮੇਰਾ ਸਵਾਲ ਹੈ ਕਿ ਇਹਨਾਂ ਨੂੰ ਜੱਜਸ਼ਿਪ ਤੋਂ ਅੱਜ ਲਾ ਦੇਣ ਵੀ ਤੁਸੀਂ ਹੁਣ ਛੱਡੋ, ਅਗਲੇ ਸਾਲ ਦੇ ਬਿਠਾ ਦਾਂਗੇ ਤੁਹਾਨੂੰ 2 ਮਹੀਨਿਆਂ ਵਾਸਤੇ, ਜਿੰਨੇ ਥੋੜੇ ਮਹੀਨੇ ਰਹਿ ਗਏ ਨਾ, ਹੁਣ ਤੁਸੀਂ ਛੱਡ ਦਿਓ ਕੁਰਸੀ, ਕਿਉਂਕਿ ਤੁਸੀਂ ਇਹੋ ਜਿਹੇ ਮਾੜੇ, ਹਾਲਾਂਕਿ ਮਾੜੇ ਫੈਸਲੇ ਕਰੇ ਨੇ, ਤੁਹਾਨੂੰ ਛੱਡੋ, ਤੁਹਾਨੂੰ ਅਗਲੇ ਸਾਲ ਬਿਠਾ ਦਾਂਗੇ। ਕਰਕੇ ਦਿਖਾਓ ਜੇ 1 ਦਿਨ ਵਾਸਤੇ ਨਾ ਇਹਨਾਂ ਨੂੰ ਹੋ ਜੇ, ਕਹਿ ਦੇਣ ਨਾ। ਦੂਜੇ ਨੂੰ ਕਹਿਣਾ ਬੜਾ ਸੌਖਾ ਹੈ, ਕਹਿੰਦੇ ਚੱਲ ਜਾ ਬੱਚਾ ਸੂਬੀ ਰਾਮ ਭਲੀ ਕਰੇਂਗੇ, ਇਹ ਤਾਂ ਸੌਖਾ ਹੀ ਕੰਮ ਹੈ ਦੂਜੇ ਨੂੰ ਕਹਿਣਾ। ਤਾਂ ਜਿੱਦੇ ਦੂਜੇ ਦੇ ਘਰੇ ਲੱਗਦੀ ਹੈ ਉਹਦੇ ਕਹਿੰਦੇ ਬਸੰਤਰ ਦੇਵਤਾ ਜੀ, ਇਹਦੀ ਪੂਜਾ ਕਰੋ, ਜਿੱਦੇ ਆਪਦੇ ਲੱਗਦੀ ਹੈ ਉਹਦੇ ਕਹਿੰਦੇ ਅੱਗ ਹੈ। ਸੋ ਇਸ ਕਰਕੇ ਇਹ ਅੱਜ ਸਾਡੀ ਜੁਡੀਸ਼ਰੀ ਦਾ, ਜੇ ਸਭ ਤੋਂ ਸਰਵਉੱਚ ਜੁਡੀਸ਼ਰੀ ਦਾ ਇਹ ਹਾਲ ਹੋ ਗਿਆ, ਜਿਹੜਾ 27 ਲੱਖ ਵੋਟਰ ਨੂੰ ਜਿਹਨੂੰ ਇਸ ਜੁਡੀਸ਼ਰੀ ਨੇ ਨਹੀਂ ਦਿੱਤਾ ਹੱਕ, ਇਹ ਸਾਡੇ ਸੰਵਿਧਾਨ ਨੇ ਦਿੱਤਾ ਹੈ। ਉਹਨੂੰ ਇਹ ਕਹਿ ਸਕਦਾ ਵੀ ਕੋਈ ਗੱਲ ਨਹੀਂ ਜੀ, ਐਤਕੀ ਨਹੀਂ ਹੋਈ ਤਾਂ ਅਗਲੀ ਵਾਰੀ ਸੀ। ਇਹਦਾ ਮਤਲਬ ਜਿਹੜਾ ਚੋਣ ਕਮਿਸ਼ਨ ਆ ਜੋ ਮਰਜ਼ੀ ਸਾਈ ਸਵੇਦੀ ਕਰੀ ਜਾਵੇ, ਜੁਡੀਸ਼ਰੀ ਇਨਸਾਫ ਨਹੀਂ ਕਰ ਰਹੀ, ਤਾਂ ਉਹਦੇ ਵਿੱਚੋਂ ਫਿਰ ਤੁਸੀਂ ਕੀ ਕਰੋਗੇ? ਮਤਲਬ ਇਹ ਨਾ ਮਨਮਰਜ਼ੀ ਕਰੋ ਤੇ ਫਿਰ ਬਾਅਦ ਚ ਤੁਸੀਂ ਜੇ ਅਦਾਲਤਾਂ ਚ ਜਾਂਦੇ ਹੋ ਉੱਥੋਂ ਵੀ ਤੁਹਾਨੂੰ ਇਨਸਾਫ ਨਹੀਂ ਮਿਲੇਗਾ। ਧੱਕੇਸ਼ਾਹੀ। ਮੈਨੂੰ ਤਾਂ ਕਿੰਨੇ ਵਾਰੀ ਕਿਹਾ, ਮੈਨੂੰ ਕਿੰਨੇ ਵਾਰੀ ਨੈਸ਼ਨਲ ਚੈਨਲਾਂ ਨੇ ਪੁੱਛਿਆ ਵੀ ਤੁਹਾਨੂੰ ਇਹ SIR ਦੇ ਮਾਮਲੇ, ਮੈਂ ਕਿਹਾ SIR ਦੇ ਮਾਮਲੇ ਇੱਕ ਵੀ ਫੈਸਲਾ ਜੇ ਸੁਪਰੀਮ ਕੋਰਟ ਨੇ ਕਾਨੂੰਨ ਦੇ ਮੁਤਾਬਕ ਵੀ ਕਰਤਾ ਤਾਂ ਮੈਂ ਮੰਨਾਂਗਾ ਵੀ ਬਿਲਕੁਲ ਠੀਕ ਹੈ। ਜੇ ਕਾਨੂੰਨ ਦੇ ਮੁਤਾਬਕ ਵੀ ਨਹੀਂ ਕਰ ਰਹੇ, ਜੋ ਕਾਨੂੰਨ ਚ ਲਿਖਿਆ ਉਹ ਤਾਂ ਤੋੜਨ ਦਾ ਕੋਈ ਹੱਕ ਨਹੀਂ ਕਿਸੇ ਨੂੰ, ਇਹ ਤਾਂ ਉਹਦੇ ਮੁਤਾਬਕ ਵੀ ਨਹੀਂ ਕਰ ਰਹੇ। ਇੱਕ ਸਵਾਲ ਤੁਹਾਨੂੰ ਦੱਸ ਦਿੰਦਾ ਫਿਰ ਆਪਣਾ, ਕਿਉਂਕਿ ਲੰਬਾ ਵੀ ਹੋ ਰਿਹਾ ਜੀ। ਇਹਨਾਂ ਨੇ ਫੈਸਲਾ ਕਰਿਆ ਉਹ SIR ਦੇ ਕੇਸ ਦਾ, ਉਹਦੇ ਚ ਇਹਨਾਂ 3 ਜੱਜ ਸਾਹਿਬਾਨਾਂ ਨੇ ਲਿਖਿਆ ਹੈ ਵੀ ਇਹ ਬਿਲਕੁਲ ਠੀਕ ਕਰੀ ਜਾ ਰਹੀ ਹੈ ਪ੍ਰਕਿਰਿਆ। ਮੇਰਾ ਇਹਨਾਂ ਤੇ ਸਵਾਲ ਸੀ ਵੀ ਇਹ ਪ੍ਰਕਿਰਿਆ ਬਿਲਕੁਲ ਠੀਕ ਸੀ, ਫਿਰ ਤੁਸੀਂ ਅੰਤਰਿਮ ਹੁਕਮ ਕਿਉਂ ਕਰੇ ਵੀ ਭਾਈ ਇਹ ਲਿਸਟਾਂ ਦਾ, ਪੰਚਾਇਤ ਦਾ ਉਹ ਦੱਸ ਨਹੀਂ ਰਿਹਾ ਸੀ ਵੀ ਕਿਹਦਾ ਨਾਂ ਕੱਟਿਆ। ਗਣੇਸ਼ ਕੁਮਾਰ ਨੇ ਕਿਹਾ ਸੀ ਦੱਸਣਾ ਹੀ ਨਹੀਂ ਵੀ ਕਿਹਦਾ ਨਾਂ ਕੱਟਿਆ, ਆਪੇ ਲੱਭੀ ਜਾਓ ਪੂਰੀ 7 ਕਰੋੜ ਦੀ ਲਿਸਟ ਦੇ ਵਿੱਚੋਂ ਵੀ ਕਿਹਦਾ ਕੱਟਿਆ ਕਿਹਦਾ ਨਹੀਂ ਕੱਟਿਆ, ਲੱਭੀ ਜਾਓ ਜਿੱਥੇ ਲੱਭਣਾ। ਹਾਈ ਕੋਰਟ ਨੇ ਹੁਕਮ ਕਰਿਆ, ਹਾਈ ਕੋਰਟ ਨੇ ਹੁਕਮ ਕਰਿਆ ਵੀ ਤੂੰ ਇਹ ਆਧਾਰ ਕਾਰਡ ਲੈ, ਇਹਦਾ ਮਤਲਬ ਨਜਾਇਜ਼ ਹੁਕਮ ਕਰੇ ਨੇ। ਜੇ ਉਹ ਠੀਕ ਕਰ ਰਿਹਾ ਸੀ, ਕਿਉਂਕਿ 1950 ਦਾ ਜਿਹੜਾ ਜਨ ਪ੍ਰਤੀਨਿਧੀ ਕਾਨੂੰਨ 1950 ਦਾ ਬਣਿਆ ਹੋਇਆ ਹੈ, ਜਿਸ 'ਚ BJP ਨੇ ਆ ਕੇ 2022 'ਚ ਤਰਮੀਮ ਕਰੀ ਹੈ, ਉਹਦੇ 'ਚ ਲਿਖਿਆ ਵੀ ਆਧਾਰ ਕਾਰਡ ਹੀ ਇਕੱਲਾ ਮੰਗਿਆ ਜਾ ਸਕਦਾ, ਹੋਰ ਕੁਝ ਮੰਗੇ ਨਹੀਂ ਜਾਣਾ। ਜੇ ਆਧਾਰ ਕਾਰਡ ਨਾ ਦੇਵੇ ਤਾਂ ਬਾਕੀ ਗੱਲ ਵੀ ਆਉਂਦੀ ਹੈ। ਉਹ 23(4) ਸੈਕਸ਼ਨ ਆ, 23(3) 'ਚ ਲਿਖਿਆ ਆਧਾਰ ਕਾਰਡ ਮੰਗਿਆ ਜਾ ਸਕਦਾ ਹੈ, 23(4) 'ਚ ਲਿਖਿਆ ਪੁਰਾਣਿਆਂ ਤੋਂ ਵੀ ਮੰਗਿਆ ਜਾ ਸਕਦਾ ਹੈ। SIR 'ਚ ਪੁਰਾਣੇ ਵੀ ਆਉਣੇ ਨੇ ਜੀ। 23(5) 'ਚ ਲਿਖਿਆ ਜੇ ਕੋਈ ਆਧਾਰ ਕਾਰਡ ਨਾ ਵੀ ਦੇਵੇ, ਨਾ ਤਾਂ ਉਹਦੀ ਬਣੀ ਹੋਈ ਵੋਟ ਕੱਟੀ ਜਾ ਸਕਦੀ ਹੈ, ਨਾ ਉਹਦੀ ਨਵੀਂ ਵੋਟ ਬਣਾਉਣਾ ਨਾ ਕਰਿਆ ਜਾ ਸਕਦਾ। ਇਸ ਤੋਂ ਵੱਧ ਤਾਂ ਕਾਨੂੰਨ ਸਾਫ਼ ਨਹੀਂ ਹੋ ਸਕਦਾ। ਔਰ ਉਹ ਇਸੇ BJP ਸਰਕਾਰ ਨਹੀਂ ਬਣਾਇਆ ਹੁਣ ਤਾਂ, ਕਿਉਂਕਿ 3 ਸੈਕਸ਼ਨਾਂ ਤਾਂ ਉਹਨਾਂ ਨਹੀਂ ਪਾਈਆਂ ਨੇ। ਕਿ ਇਹਨਾਂ ਨੂੰ ਇਹ ਪੁੱਛੋ ਵੀ ਜੱਜ ਸਾਹਿਬਾਨ ਤਾਂ ਪਹਿਲਾਂ ਤਾਂ ਬੇਨਤੀ ਜੀ ਕਰਦੇ ਰਹੇ ਵੀ ਨਹੀਂ ਤੁਸੀਂ ਆਧਾਰ ਕਾਰਡ ਵੀ ਲੈ ਲਓ। ਇਹ ਬੇਨਤੀ ਦਾ ਕੀ ਮਤਲਬ? ਤੁਸੀਂ ਕਹੋ ਵੀ ਕਾਨੂੰਨ 'ਚ ਲਿਖਿਆ ਤੇ ਕਾਨੂੰਨ ਨੂੰ ਲਾਗੂ ਕਰ, ਇੰਨਾ ਹੀ ਕਹਿਣਾ ਨਾ, ਕਾਨੂੰਨ ਮੁਤਾਬਿਕ ਕੰਮ ਕਰੋ। ਆਪਾਂ 2 ਜਵਾਕ ਘਰ 'ਚ ਲੜ ਪੈਣਾ, ਉਹ ਕਹੇ ਮੇਰੀ ਕਾਪੀ, ਉਹ ਵੀ ਆਹ ਮੇਰਾ ਝੋਲਾ ਇੱਧਰ ਰੱਖਦਾ, ਆ ਜਿਹੜਾ ਮਾਸਟਰ ਉਹ ਕਹੂਗਾ ਵੀ ਦੇਖੋ ਆਪਦੀ ਸੀਟ ਤੇ ਬੈਠੋ, ਹੋਰ ਕੁਝ ਨਹੀਂ ਕਹਿਣਾ, ਬਸ ਉਹਨਾਂ ਨੂੰ ਸੀਟ ਕਿਹੜੀ ਹੈ ਜੀ। ਘਰ ਦੇ ਵਿੱਚ ਕਹਿਣਗੇ ਆਪਦੇ ਝੋਲੇ ਦੀ ਆਪਦੀ ਕਾਪੀ ਕਰੋ, ਦੂਜਾ ਦਾ ਝੋਲਾ ਨਹੀਂ ਛੇੜਨਾ। ਇਹ ਕੀ ਔਖਾ, ਇਹ ਦੱਸਣਾ ਹੀ ਨਹੀਂ ਵੀ ਕਿਹਨੇ ਛੇੜਿਆ ਕਿਹਨੇ ਨਹੀਂ, ਆਹੀ ਹੁਕਮ ਇਹ ਕਰਨਾ ਵੀ ਆਪਦਾ ਝੋਲੇ ਚੋਂ ਕੱਢੋ ਆਪਦਾ ਸਮਾਨ। ਦੱਸੋ ਇਹ ਕੀ ਔਖਾ? ਇਦੋਂ ਸੌਖਾ ਤਾਂ ਹੁਕਮ ਕੋਈ ਹੋ ਨਹੀਂ ਸਕਦਾ। ਤਾਂ ਇਹੀ ਕਹਿਣਾ ਸੀ ਵੀ ਕਾਨੂੰਨ ਨੂੰ ਇੰਨ ਬਿਨ ਲਾਗੂ ਕਰੋ, ਹੋਰ ਕੁਝ ਨਹੀਂ ਕਹਿਣਾ। ਉਹ ਤਾਂ ਕਹਿ ਨਹੀਂ ਸਕੀ ਸੁਪਰੀਮ ਕੋਰਟ, ਆਰਾ ਕਹਿ ਕਾਫੀ ਕਰਾਤੀ। ਸੋ ਇਸ ਕਰਕੇ ਜਿਹੜੇ ਜਦ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦਾ ਹੈ, ਕਲ ਕਲਵਾਲੀ ਸ਼ਰਾ ਨਵੇੜੀ ਕਾਜੀ ਕ੍ਰਿਸ਼ਨਾ ਹੋਆ, ਆਪੇ ਹੀ ਰੂਲ ਬਣਾ ਲਏ, ਆਪੇ ਹੀ ਉਹਦਾ ਫੈਸਲਾ ਕਰਤਾ, ਤੇ ਫਿਰ ਕਹਿੰਦਾ ਮੈਂ ਇਨਸਾਫ ਕਰਿਆ, ਤੇ ਫਿਰ ਕਾਜੀ ਤਾਂ ਕਾਲਾ ਹੋ ਗਿਆ ਨਾ। ਕ੍ਰਿਸ਼ਨਾ ਦਾ ਮਤਲਬ ਕਾਲਾ, ਕ੍ਰਿਸ਼ਨ ਪੱਖ ਜਿਹਨੂੰ ਕਹਿੰਦੇ। ਸੋ ਕਾਜੀ ਤਾਂ ਕਾਲਾ ਹੋ ਗਿਆ ਨਾ। ਹੁਣ ਇਹ 3 ਕਾਜੀ ਨੇ, ਇੱਕ ਮੁੱਖ ਕਾਜੀ ਆ, 2 ਉਹਦੇ ਨਾਲ ਦੇ ਕਾਜੀ ਨੇ, ਉਹ ਤਾਂ ਕਾਲੇ ਹੋ ਗਏ। ਇਸ ਮਾਮਲੇ 'ਚ ਕੋਈ ਸ਼ੱਕ ਨਹੀਂ ਹੈ। ਇੱਥੋਂ SIR ਦੇ ਮਾਮਲੇ 'ਚ ਕੋਈ ਵੀ ਇਹ ਸੋਚਦਾ ਰਹੇਗਾ ਕੋਈ ਇਨਸਾਫ ਨਹੀਂ ਸੁਪਰੀਮ ਕੋਰਟ 'ਚ ਮਿਲ ਸਕਦਾ। ਸਰ ਤੁਹਾਨੂੰ ਲੱਗਦਾ ਕਿ ਕਾਂਗਰਸ 2022 ਵਾਲੀ ਗਲਤੀ ਦੁਬਾਰਾ ਕਰ ਰਹੀ ਹੈ? ਉਦੋਂ ਵੀ ਧੜੇਬਾਜ਼ੀ ਇਸੇ ਹੀ ਤਰੀਕੇ ਹੋਈ ਤੇ ਹੁਣ ਫਿਰ ਉਹੀ ਕਾਂਟੋ ਕਲੇਸ਼ ਛਿੜਿਆ ਹੋਇਆ। ਦੇਖੋ ਗੱਲ ਇਹ ਹੈ ਵੀ ਕਾਂਗਰਸ ਦੇ ਵਿੱਚ ਹਰੇਕ ਬੰਦਾ ਮੁੱਖ ਮੰਤਰੀ ਹੈ,
ਕਾਂਗਰਸ ਦੇ ਸਭ ਤੋਂ ਜ਼ਿਆਦਾ, ਕਾਂਗਰਸ ਕੋਲੇ ਸਭ ਤੋਂ ਜ਼ਿਆਦਾ ਸਿਆਣੇ ਲੀਡਰ ਹੈਗੇ ਨੇ। ਕਿਸੇ ਪਾਰਟੀ ਕੋਲ ਉਨੇ ਸਿਆਣੇ ਲੀਡਰ ਹੋਰ ਕੋਲ ਨਹੀਂ ਹੈਗੇ ਜਿੰਨੇ ਕਾਂਗਰਸ ਕੋਲ ਨੇ। ਪਰ ਸਾਰੇ ਮੁੱਖ ਮੰਤਰੀ ਦੇ ਕੈਂਡੀਡੇਟ ਨੇ, ਇਸ ਕਰਕੇ ਉਹ ਬਾਕੀਆਂ ਦੇ ਜਿਹੇ ਜਿਹੇ ਵੀ ਲੀਡਰ ਉਹਨਾਂ ਨੂੰ ਵੀ ਨਿਕੰਮੇ ਹੋ ਜਾਂਦੇ ਇੱਕ ਕਿਸਮ ਦੇ। ਕਿਉਂਕਿ ਬਾਜਵਾ ਜੀ ਕਹਿੰਦੇ ਮੈਂ ਮੁੱਖ ਮੰਤਰੀ ਬਣਨਾ, ਮੁੱਖ ਹੋਣ ਜਾਂ ਨਾ ਹੋਣ। ਰੰਧਾਵਾ ਜੀ ਕਹਿੰਦੇ ਮੈਂ ਬਣਨਾ। ਹੁਣ ਤਾਂ ਉਹ ਆਪਣੇ ਇਹ ਰਾਣਾ ਗੁਰਜੀਤ ਨੂੰ ਵੀ ਕਹਿਣ ਲੱਗੇ ਸੀ, ਆਸ਼ੂ ਜੀ ਨੂੰ ਵੀ ਕਹਿਣ ਲੱਗੇ ਸੀ। ਬਾਕੀ ਚੰਨੀ ਤਾਂ ਕਹਿੰਦਾ ਮੈਂ ਬਣਨਾ ਹੀ ਬਣਨਾ, ਮੈਨੂੰ ਤਾਂ ਕੋਈ ਰੋਕ ਹੀ ਨਹੀਂ ਸਕਦਾ। ਸੋ ਇਹਨਾਂ ਦੇ ਤਾਂ ਹਰੇਕ ਬੰਦਾ ਮੁੱਖ ਮੰਤਰੀ ਬਣਨ ਦਾ ਕੈਂਡੀਡੇਟ ਹੈ। ਇਹਨਾਂ ਦੇ ਚੋਣਾਂ ਲੜਨ ਵਾਲੇ ਨਹੀਂ ਹੈਗੇ, ਇਹ ਕੈਂਡੀਡੇਟ ਮੁੱਖ ਮੰਤਰੀ ਦੇ ਨੇ। ਤੁਹਾਨੂੰ ਲੱਗਦਾ ਹੈ ਕਿ ਰਾਜਾ ਵੜਿੰਗ ਦੀ ਪ੍ਰਧਾਨਗੀ ਤੋਂ ਸਮੱਸਿਆਵਾਂ ਛਿੜ ਰਹੀਆਂ ਨੇ ਬਹੁਤ ਸਾਰੇ ਪਾਰਟੀ ਦੇ ਲੀਡਰਸ ਨੂੰ, ਤੇ ਵੜਿੰਗ ਸਾਹਿਬ ਨੂੰ ਅਸਤੀਫਾ ਦੇ ਦੇਣਾ ਚਾਹੀਦਾ? ਫਿਰ ਦੇਖੋ, ਆਪਾਂ ਇਹ ਗੱਲ ਨਹੀਂ ਕਹਾਂਗੇ ਇਹ ਉਹਨਾਂ ਦੀ ਪਾਰਟੀ ਦਾ ਹੈ, ਇਹ ਤਾਂ ਉਹ ਸੋਚੇ। ਜਦ ਕੋਈ ਬੰਦਾ ਜਿਹਨੂੰ ਕੋਈ ਨਾ, ਮੈਂ ਆਪਦੀ ਉਦਾਹਰਨ ਕਹਿੰਦਾ ਸਹੁੰ ਦੇਈਏ ਜੀ ਦੀ, ਨਾ ਪੁੱਤ ਦੀ ਨਾ ਧੀ ਦੀ। ਮੈਂ ਕਿ ਜਥੇਬੰਦੀ ਦਾ ਲੀਡਰ ਸੀ ਤੇ ਮੈਂ ਉਹ ਮੀਟਿੰਗਾਂ ਜਾਣਾ ਬੰਦ ਕਰਤਾ। ਮੇਰੇ ਕੋਲ ਬੰਦੇ ਆਏ ਵੀ ਡਾਕਟਰ ਸਾਹਿਬ ਤੁਸੀਂ ਮੀਟਿੰਗ 'ਚ ਆਉਂਦੇ ਨਹੀਂ। ਮੈਂ ਕਿਹਾ ਮੈਂ ਮੀਟਿੰਗ 'ਚ ਕਿਉਂ ਜਾਣਾ ਹੁੰਦਾ? ਮੀਟਿੰਗ 'ਚ ਇਸ ਵਾਸਤੇ ਜਾਣਾ ਹੁੰਦਾ ਵੀ ਜਾਂ ਤਾਂ ਮੈਂ ਕੋਈ ਚੰਗਾ ਕੰਮ ਕਰਨਾ ਉੱਥੇ, ਮੇਰੀ ਰਾਏ ਨਾਲ ਹੋ ਜੂ, ਜਾਂ ਮੈਂ ਕੋਈ ਗਲਤ ਕੰਮ ਹੋਣ ਰੋਕਣਾ ਉਹ ਹੋ ਜੂ, ਜਾਂ ਤੀਜਾ ਹੁੰਦਾ ਵੀ ਮੈਂ ਕੰਮ ਨਹੀਂ ਚੱਲਣ ਦੇਣਾ। ਹੁਣ ਮੇਰਾ ਨਾ ਤਾਂ ਮੈਂ ਕੋਈ ਉੱਥੇ ਚੰਗਾ ਕੰਮ ਤਾਂ ਉੱਥੇ ਹੁੰਦਾ ਨਹੀਂ, ਕਿਉਂਕਿ ਜਿਹੜਾ ਉੱਥੇ ਤਾਂ ਰੌਲਾ ਹੀ ਪੈਂਦਾ ਰਹਿੰਦਾ, ਮਾੜਾ ਵੀ ਨਹੀਂ ਰੁਕਦਾ ਕਿਉਂਕਿ ਰੌਲਾ ਹੀ ਪਈ ਜਾਂਦਾ। ਹੁਣ ਮੈਂ ਇਹ ਤੀਜੀ ਗੱਲ ਮੈਂ ਇਹ ਕਰਨੀ ਨਹੀਂ ਵੀ ਮੈਂ ਜਮਾਂ ਹੀ ਇਹ ਜਿਹਾ ਵੀ ਨਹੀਂ ਚੱਲਣ ਦੇਣਾ ਜਿਹੜਾ ਚੱਲ ਰਿਹਾ। ਸੋ ਇਸ ਕਰਕੇ ਮੈਂ ਉੱਥੇ ਜਾ ਕੇ ਕੀ ਕਰਨਾ? ਇਹ ਕਹਿੰਦੇ ਮੈਂ ਚੱਲਣ ਨਹੀਂ ਦੇਣਾ। ਜੇ ਮੈਂ ਨਹੀਂ ਆ ਤਾਂ ਫਿਰ ਚੱਲਣ ਨਹੀਂ ਦੇਣਾ। ਕਾਂਗਰਸੀ ਇਹ ਪੱਕਾ ਹੀ ਹੈ ਵੀ ਜੇ ਮੈਂ ਨਹੀਂ ਤਾਂ ਦੂਜੇ ਨੂੰ ਹਰਾਉਣਾ। ਕੈਪਟਨ ਅਮਰਿੰਦਰ ਸਿੰਘ ਨੇ, ਜਿਹਦੇ ਬਾਰੇ ਤੁਸੀਂ ਮੇਰੇ ਨਾਲ ਗੱਲ ਕਰੀ, ਰਾਹੁਲ ਗਾਂਧੀ ਕਹਿੰਦਾ ਹੈ ਕੈਪਟਨ ਅਮਰਿੰਦਰ ਸਿੰਘ 7 'ਚ ਵੀ ਨਹੀਂ ਹਾਰਦਾ ਸੀ, 12 'ਚ ਵੀ ਨਹੀਂ ਹਾਰਦਾ ਸੀ। ਇਹਨੇ ਆਪਦੇ ਅੰਦਰ ਦੇ ਹਰਾਉਣੇ ਸ਼ੁਰੂ ਕਰਤੇ। ਇੱਕ ਵਾਰੀ 46 ਸੀਟਾਂ ਲਈਆਂ ਤੇ 17-18 ਸੀਟਾਂ ਤੇ ਇਹ ਹਾਰੇ। ਨਵਜੋਤ ਕੌਰ ਸਿੱਧੂ ਜਿੱਤੀ 33,000 ਵੋਟ ਲੈ ਕੇ ਅੰਮ੍ਰਿਤਸਰ ਚੋਂ। ਇਹਨਾਂ ਦੀਆਂ 2 ਬੀਬੀਆਂ ਖੜੀਆਂ ਹੋ ਗਈਆਂ, ਇੱਕ ਕੈਪਟਨ ਦੇ ਗਰੁੱਪ ਦੀ, ਇੱਕ ਦੂਜੀ। ਉਹਨਾਂ ਨੂੰ 55,000 ਵੋਟ ਮਿਲੀ, ਇੱਕ ਨੂੰ 28,000, ਇੱਕ ਨੂੰ 27,000। 55,000 ਵੋਟ ਲੈਣ ਵਾਲੀ ਕਾਂਗਰਸ ਹਾਰੀ ਤੇ 33,000 ਲੈਣ ਵਾਲੀ ਜਿੱਤੀ। ਏਦਾਂ ਹੀ ਇੱਥੇ ਬੀਬੀ ਲੂੰਬਾ ਜਿੱਤੀ ਛਤਰਾਣੇ ਚੋਂ 765 ਵੋਟਾਂ ਤੇ। ਬਾਦਲ ਸਾਹਿਬ ਦਾ ਜਵਾਈ ਸ਼ਾਇਦ 100 ਪਤਾ ਨਹੀਂ 56 ਕੇ ਕਿੰਨੀਆਂ ਵੋਟਾਂ ਤੇ ਜਿੱਤਿਆ ਸੀ। ਸੋ ਇਹ ਜਿਹੜਾ ਇਹਨਾਂ ਦਾ ਕਾਟੋ ਕਲੇਸ਼ ਹੈ, ਦੀਨਾ ਨਗਰ 'ਚ ਇਹੀ ਕੁਛ ਹੋਇਆ ਸੀ। ਸੋ ਇਹਨਾਂ ਦਾ ਕਾਟੋ ਕਲੇਸ਼ ਇਹ ਹੈ ਵੀ ਇਹ ਕਹਿੰਦੇ ਨੇ ਅੰਦਰ ਦੇ ਵਿਰੋਧੀਆਂ ਨੂੰ ਖੁੱਡੇ ਲਾਈਨ ਲਾਉਣਾ ਸ਼ੁਰੂ ਕਰ ਦਿੰਦੇ ਨੇ। ਕੈਪਟਨ ਨੇ ਸਦਾ ਹੀ ਲੜਾਈ ਰਜਿੰਦਰ ਕੌਰ ਭੱਠਲ ਨਾਲ ਰੱਖੀ। ਉਹਦਾ ਆਪਣਾ ਇੱਕ ਗਰੁੱਪ ਹੈਗਾ ਸੀ। ਔਰ ਜਿੰਨਾ ਮੇਰਾ ਤਜਰਬਾ ਹੈ ਤਾਂ ਰਜਿੰਦਰ ਕੌਰ ਭੱਠਲ ਵੀ ਬਹੁਤ ਸਿਆਣੀ ਲੀਡਰ ਹੈ, ਉਹ ਬਹੁਤ ਚੰਗੀ ਹੈ। ਉਹ ਮੇਰੇ ਹਿਸਾਬ ਨਾਲ ਤਾਂ, ਬਾਕੀ ਲੋਕਾਂ ਦਾ ਤਾਂ ਹਰ ਇੱਕ ਦਾ ਆਪਦਾ ਜਜਮੈਂਟ ਹੈ। ਸਾਡੇ ਮਹਿਕਮੇ 'ਚੋਂ ਮੰਤਰੀ ਰਹੇ ਨੇ, ਡਿਪਟੀ ਮੁੱਖ ਮੰਤਰੀ ਸੀਗੇ ਉਹ। ਸਾਡੇ ਮਹਿਕਮੇ ਤਾਂ ਕਦੇ ਉਹਨਾਂ ਨੇ ਕਦੇ ਸਾਨੂੰ ਗਲਤ ਕੰਮ ਨੂੰ ਕਿਹਾ ਹੀ ਨਹੀਂ ਸੀ। ਇੱਕ ਦਿਨ ਨਹੀਂ ਮੇਰੇ ਕੋਲ, ਇੱਕ ਸਵਾਲ ਨਹੀਂ ਮੈਂ ਕਹਿ ਸਕਦਾ। ਵਾਚ ਕਰਦਾ ਮੈਂ ਵੀ ਮੈਨੂੰ, ਵੈਸੇ ਮੈਨੂੰ ਕਿਸੇ ਨੇ ਵੀ ਨਹੀਂ ਕਿਹਾ, ਪਰ ਉਹ ਤਾਂ ਮੰਤਰੀ ਸੀਗੇ ਨਾ, ਉਹ ਤਾਂ ਕਹਿ ਸਕਦੇ ਸੀ। ਇੱਕ ਵਾਰੀ ਐਸੀ ਗੱਲ ਆਈ, ਮੈਂ ਇੱਕ ਗੱਲ ਤਾਂ ਸੁਣਾਉਣਾ, ਸਿਆਣੇ ਲੀਡਰਾਂ ਦਾ ਕੀ ਹੁੰਦਾ ਜੀ। ਬੱਚੇ ਫੇਲ ਹੋ ਗਏ 400 450 ਦੰਦਾਂ ਦੇ ਕਾਲਜਾਂ ਦੇ। ਉਹ ਕਾਂਗਰਸੀਆਂ ਦੇ ਗਾਹਾਂ ਉਹਦੇ ਵਿੱਚ ਸੀਗਾ ਸਾਰਾ, ਜਿਵੇਂ ਆ ਸੁਨਾਮ ਵਾਲਾ ਕਾਲਜ ਹੈ, ਉਹ ਕਾਂਗਰਸੀਆਂ ਦਾ ਕਾਗਜ਼ ਸੀ। ਭਗਵਾਨ ਸਿੰਘ ਭਗਵਾਨ ਦਾਸ ਅਰੋੜੇ ਹੋਰਾਂ ਦਾ। ਸੋ ਕਾਂਗਰਸੀਆਂ ਦੇ ਕਾਲਜ ਹੋਣ ਦੇ ਬਾਵਜੂਦ ਉਹਨਾਂ ਨੇ ਜੀ ਪਾਇਆ ਰੌਲਾ ਰੂੜਾ, ਧਰਨੇ ਬਜ਼ਾਰੇ ਕਰੇ। ਮੈਨੂੰ ਬੁਲਾਇਆ, ਮੈਂ ਰਜਿਸਟਰਾਰ ਸੀ ਯੂਨੀਵਰਸਿਟੀ ਤੇ ਮੈਂ ਇੱਥੇ ਡਾਇਰੈਕਟਰ ਦੇ ਦਫ਼ਤਰ ਆਇਆ ਹੋਇਆ ਸੀ। ਉੱਥੇ ਕਿਤੇ ਫੋਨ ਕਰਨਾ ਦੇ ਉੱਥੇ ਫੋਨ ਕਰਿਆ ਤਾਂ ਜੁਆਇੰਟ ਡਾਇਰੈਕਟਰ ਜਿਹੜਾ ਸੀ ਉਹ ਮੇਰਾ ਕਲਾਸ ਫੈਲੋ ਸੀ, ਮੇਰਾ ਜਮਾਤੀ ਸੀ। ਉਹਨੇ ਕਿਹਾ ਵੀ ਡਾਕਟਰ ਸਾਹਿਬ ਗਰਗ ਸਾਹਿਬ ਉੱਥੇ ਫੋਨ ਮੰਤਰੀ ਜੀ ਦੇ ਮੀਟਿੰਗ। ਹਾਂ ਠੀਕ ਹੈ, ਉਹਨੇ ਦੱਸ ਦਿੱਤਾ ਕਾਹਦੀ ਹੈ। ਤੇ ਮੈਨੂੰ ਕਹਿੰਦਾ ਕੀ ਕਰੋਗੇ? ਮੈਂ ਰਿਜ਼ਾਈਨ। ਕਹਿੰਦਾ ਸ਼ੋਰ? ਮੈਂ ਕਹਾਂ ਪੱਕਾ। ਫੇਰ ਬੱਚੇ ਨੂੰ ਪਿਆਰ ਲਾਲ ਗਰਗ ਦੇ 10 ਸਰਟੀਫਿਕੇਟ ਨਹੀਂ ਮਿਲ ਸਕਦਾ, ਜੋਬ ਛੱਡ ਦਿਓ। ਮੈਂ ਗਿਆ, ਮੈਂ ਤੁਹਾਨੂੰ ਤਾਂ ਕਹਿਣਾ, ਮੈਂ ਗਿਆ ਜਾਨ ਸਾਰ। ਮੈਡਮ ਤਾਂ ਜੇ ਚੁੱਪੀ ਬੈਠੇ ਨੇ, ਮੈਂ ਵਿਸ਼ ਕਰਿਆ। ਸੈਕਟਰੀ ਕਹਿੰਦਾ ਗਰਗ ਸਾਹਿਬ, ਮੈਂ ਕਿਉਂਕਿ ਲਿਖ ਕੇ ਭੇਜਤਾ ਸੀ ਸਾਰਾ ਕੁਛ ਪਹਿਲਾਂ ਹੀ, ਗਰਗ ਸਾਹਿਬ ਬਿਲਕੁਲ ਠੀਕ ਹੈ, ਇਹਨਾਂ ਨੇ ਪੜ੍ਹਾਇਆ ਨਹੀਂ, ਇਹਨਾਂ ਨੂੰ ਸਜ਼ਾ ਦਿਓ। ਕਾਗਜ਼ਾਂ ਨੇ ਬੋਲੋ ਗੱਲ ਹੀ ਖਤਮ। ਫਿਰ ਦੁਬਾਰਾ ਉਹ ਮਤਲਬ ਉਹਨਾਂ ਨੂੰ ਪਾਸ ਕਰਨੀ, ਇਹਨਾਂ ਨੂੰ ਸਜ਼ਾ ਦਿਓ। ਮੈਂ ਕਿਹਾ ਜੀ ਸਜ਼ਾ ਤਾਂ ਦੇ ਦਾਂਗੇ, ਮੈਂ ਤਾਂ ਨਹੀਂ ਸਜ਼ਾ ਦੇ ਰਿਹਾ ਸੀ, ਕੱਲ੍ਹ ਨੂੰ ਸਰਕਾਰ ਨੂੰ ਆ ਕੇ ਮਿਲ ਲੈਣ, ਫਿਰ ਸਰਕਾਰ ਕਹੇ ਵੀ ਤੁਸੀਂ ਇਹ ਵਾਪਸ ਲਓ। ਮੈਂ ਤੀਰ ਛੱਡਿਆ ਵਾਪਸ ਨਹੀਂ ਆਉਂਦਾ। ਹੁਣ ਤੁਸੀਂ ਕਹਿੰਦੇ ਹੋ ਅਸੀਂ ਸਜ਼ਾ ਦੇ ਦਾਂਗੇ, ਸਾਨੂੰ ਕੀ ਹੈ, ਸਜ਼ਾ ਤਾਂ ਦੇਣ ਦਿਓ, ਹੈਗਾ ਹੀ ਆ ਉਹਨਾਂ ਦਾ। ਪਰ ਅਸੀਂ ਆਪੇ ਤਾਂ ਨਹੀਂ ਦੇ ਰਹੇ ਵੀ ਕੱਲ੍ਹ ਨੂੰ ਸਰਕਾਰ ਦੀਆਂ ਆਪਣੀਆਂ ਮਜਬੂਰੀਆਂ ਹੋ ਸਕਦੀਆਂ ਨੇ। ਹੋ ਸਕਦਾ ਸਰਕਾਰ ਨੇ ਸਜ਼ਾ ਨਾ ਦੇਣੀ ਹੋਵੇ, ਅਸੀਂ ਐਵੇਂ ਵਿੱਚ ਅੜ ਕੇ ਖੜ ਜਾਈਏ। ਉਹ ਨਹੀਂ ਅਸੀਂ ਕਰਨਾ ਚਾਹੁੰਦੇ ਸੀ, ਹੁਣ ਦੇ ਦਾਂਗੇ। ਮੈਂ ਉੱਠ ਕੇ ਆਉਣ ਲੱਗਿਆ ਤੇ ਮੈਡਮ ਭੱਠਲ ਮੈਨੂੰ ਕਹਿੰਦੇ ਡਾਕਟਰ ਸਾਹਿਬ ਕੋਈ ਮੇਰੀ ਵੀ ਇੱਜ਼ਤ ਰੱਖ ਦਿਓ। ਮੈਂ ਦੱਸੋ ਜੀ, ਤੁਸੀਂ ਦੱਸ ਦਿਓ। ਕਹਿੰਦੇ ਇਹਨਾਂ ਦਾ ਇਮਤਿਹਾਨ ਛੇਤੀ ਕਰ ਦਿਓ। ਮੈਂ ਜੀ ਛੇਤੀ ਕਰ ਦਿੰਦੇ ਆ,
ਕਿਉਂਕਿ ਇਮਤਿਹਾਨ ਤਾਂ ਕਰਨਾ ਹੀ ਹੈ। ਤੇ ਮੈਂ ਕਿਹਾ ਸਾਨੂੰ ਮਹੀਨਾ ਕੁ ਲੱਗਦਾ ਤਿਆਰੀ ਪੂਰੀ ਨੂੰ, ਮਹੀਨੇ ਨੂੰ ਕਰ ਲਾਂਗੇ। ਕਹਿੰਦੇ ਜੀ 15 ਦਿਨ ਚ ਕਰ ਦੋ। ਮੈਂ ਕਿਹਾ ਜੀ 15 ਦਿਨ ਚ ਕਰ ਦਿੰਦੇ, ਥੋੜਾ ਜ਼ੋਰ ਲਾ ਕੇ ਕੰਮ ਕਰ ਲਾਂਗੇ, ਇਮਤਿਹਾਨ ਤਾਂ ਲੈਣਾ ਹੀ ਹੈ, ਤਿਆਰੀ ਉਹ ਕਰਨੀ ਹੈ। ਜੇ ਤਿਆਰੀ ਚ ਸਾਨੂੰ ਮਹੀਨਾ ਲੱਗਦਾ ਹੁਣ ਅਸੀਂ 15 ਦਿਨ ਚ ਕਰ ਲਾਂਗੇ। ਚਲੋ ਇਹ ਕਹਿ ਕੇ ਜੀ ਜਦ ਅਸੀਂ ਕਰਿਆ, ਮੈਂ ਆ ਗਿਆ ਤੇ ਮੈਨੂੰ ਕਹਿੰਦੇ ਤੁਸੀਂ ਅਨਾਊਂਸ ਕਰ ਦਿਓ। ਮੈਂ ਜੀ ਮੈਂ ਨਹੀਂ ਅਨਾਊਂਸ ਕਰਨਾ, ਤੁਸੀਂ ਅਨਾਊਂਸ ਕਰੋ ਵੀ ਮੈਂ ਰਜਿਸਟਰਾਰ ਨੂੰ ਕਹਿ ਕੇ ਬਣਾਇਆ ਕਿ ਇਮਤਿਹਾਨ ਤੁਹਾਡਾ ਹੋਊਗਾ, 15 ਦਿਨ ਨੂੰ ਇਮਤਿਹਾਨ ਹੋ ਜਾਊਗਾ। ਮੇਰੇ ਕਹਿਣ ਦਾ ਕੀ ਹੈ, ਮੈਂ ਤਾਂ ਜੋ ਮਰਜ਼ੀ ਕਹਿਣਾ, ਇਹ ਤੁਸੀਂ ਕਰਾਇਆ, ਤੁਸੀਂ ਕਹੋ ਵੀ ਮੈਂ ਰਜਿਸਟਰ ਮੰਨਦਾ ਨਹੀਂ ਸੀ, ਤੁਹਾਡਾ ਇਮਤਿਹਾਨ ਮੈਂ ਦੁਬਾਰਾ ਕਰਾਇਆ। ਮੇਰਾ ਉਹਦੇ ਚ ਉਦੇਸ਼ ਕੀ ਸੀ ਵੀ ਜਦ ਮੰਤਰੀ ਜੀ ਨੇ ਬਿਆਨ ਦਿੱਤਾ ਕਿ ਦੁਬਾਰਾ ਇਮਤਿਹਾਨ ਦੇਣਾ, ਉਹ ਝੂਠਾ ਸਰਟੀਫਿਕੇਟ ਦੇਣ ਨਾਲ ਤਾਂ ਮਾਮਲਾ ਖਤਮ ਹੋ ਗਿਆ। ਮੰਤਰੀ ਦੇ ਉੱਤੇ ਤਾਂ ਫਿਰ ਮੁੱਖ ਮੰਤਰੀ ਰਹਿ ਗਏ ਨਾ, ਕਿ ਮੁੱਖ ਮੰਤਰੀ ਤੱਕ ਪਹੁੰਚ ਕਰਨਗੇ, ਉਦੋਂ ਦੇਖਾਂਗੇ ਕੀ ਹੁੰਦਾ। ਸੋ ਕਹਿਣ ਦਾ ਮੇਰਾ ਮਤਲਬ ਹੈ, ਮੈਨੂੰ ਇੱਕ ਦਿਨ ਵੀ ਐਸਾ ਨਹੀਂ ਮਿਲਿਆ ਜਿੱਦਾਂ ਮੇਰੇ ਤੇ ਕੋਈ ਪ੍ਰੈਸ਼ਰ ਪਾਇਆ ਗਿਆ ਹੋਵੇ, ਮੈਨੂੰ ਕੋਈ ਗਲਤ ਕੰਮ ਨੂੰ। ਵੈਸੇ ਮੈਨੂੰ ਕਿਸੇ ਨੇ ਵੀ ਨਹੀਂ ਕਿਹਾ। ਅਕਾਲੀ ਬੀਜੇਪੀ ਸਰਕਾਰ ਚ ਵੀ ਬੀਜੇਪੀ ਦਾ ਮੰਤਰੀ ਹੁੰਦਾ, ਉਹਦੀ ਕੋਸ਼ਿਸ਼ ਹੁੰਦੀ, ਉਹਦੀ ਅਸੀਂ ਨਹੀਂ ਸੁਣਦੇ ਸੀ। ਉਹ ਤਾਂ ਹਰ ਵਾਰੀ ਵੀ ਫੀਸਾਂ ਵਧਾ ਦਈਏ, ਮੈਰਿਟ ਤੋੜ ਕੇ ਦਾਖਲੇ ਕਰ ਲਈਏ, ਉਹਨੇ ਬਹੁਤ ਪ੍ਰਪੰਚ ਜੋੜੇ, ਅਸੀਂ ਉਹ ਸਾਰੇ ਉਹਦੇ ਫੇਲ ਕਰੇ। ਇੱਕ ਵਾਰ ਤਾਂ ਇੱਥੇ ਤੱਕ ਹੋਇਆ ਕਿ ਸੈਕਟਰੀ ਦੀ ਤੁਰੰਤ ਬਦਲੀ ਕਰਨੀ ਪਈ ਸਰਕਾਰ ਨੂੰ, ਬੱਚੇ ਨੇ ਘਰੋਂ ਕਰ ਲਏ ਜਿਹੜੇ ਮੈਰਿਟ ਤੋੜ ਕੇ ਦਾਖਲੇ ਕਰਨਾ ਚਾਹੁੰਦਾ ਸੀ ਮੰਤਰੀ। ਤਾਂ ਤੁਹਾਨੂੰ ਲੱਗਦਾ ਸਰ ਕਿ ਕੈਪਟਨ ਦੀ ਵਾਪਸੀ ਜ਼ਰੂਰੀ ਹੈ ਕਾਂਗਰਸ ਚ ਇਸ ਵੇਲੇ? ਰਾਹੁਲ ਗਾਂਧੀ ਹਰਾਂ ਨੇ ਇੱਕ ਹਿੰਟ ਕਹਿ ਸਕਦੇ ਆਪਾਂ, ਜਾਂ ਇੱਕ ਸਾਈਨ ਤਾਂ ਦੇ ਦਿੱਤਾ ਕਹਿ ਕੇ ਕਿ ਮੇਰੇ ਫੇਵਰੇਟ ਲੀਡਰ ਨੇ ਉਹ। ਦੇਖੋ ਰਾਹੁਲ ਗਾਂਧੀ ਜੋ ਮਰਜ਼ੀ ਕਹਿਣ, ਉਹ ਉਹਨਾਂ ਦੀ ਪਾਰਟੀ ਆ, ਉਹਨਾਂ ਦਾ ਆਪਦਾ ਮਾਮਲਾ ਹੈ। ਕੈਪਟਨ ਤਾਂ ਪਹਿਲਾਂ ਜਾਣੇ, ਕੈਪਟਨ ਨੇ ਆਪਦੀ ਮਿੱਟੀ ਟਕਰਾ ਲਈ ਜਾ ਕੇ। ਦੂਜੀ ਗੱਲ, ਉਹਦੀ ਬੇਟੀ ਨੂੰ ਹੁਣ ਬਣਾਇਆ ਗਿਆ, ਉਹਦੇ ਉੱਤੇ ਬੀਜੇਪੀ ਨੇ ਝਗੜਾ ਪਾਇਆ ਹੋਇਆ ਵੀ ਇਹਨੂੰ ਕਿਵੇਂ ਬਣਾਤਾ। ਬੀਜੇਪੀ ਕੋਲ ਮਹਿਲਾ ਆਗੂ ਬਹੁਤ ਨੇ, ਉਹ ਸਿਆਣੀਆਂ ਆਗੂ ਨੇ ਜਿਨ੍ਹਾਂ ਨੇ ਸਾਰੀ ਉਮਰ ਲਾਈ ਹੈ। ਸੋ ਬੀਜੇਪੀ 'ਚ ਕੈਪਟਨ ਦੀ ਦਾਲ ਨਹੀਂ ਗਲੀ। ਕੈਪਟਨ ਨੇ ਆਪਣੀ ਬੀਵੀ ਨੂੰ ਵੀ ਉੱਥੇ ਭੇਜਤਾ, ਆਪਣੀ ਬੇਟੀ ਨੂੰ ਵੀ ਭੇਜਤਾ। ਹੁਣ ਕੈਪਟਨ ਆ ਕੇ ਜਿਹੜੀ ਖਿਚੜੀ ਆ ਇਹ ਜ਼ਿਆਦਾ ਵੱਧ ਬੇਸ਼ੱਕ ਜਾਵੇ, ਘਟਦੀ ਨਹੀਂ। ਕੈਪਟਨ ਦੇ ਆਉਣ ਨਾਲ ਮੇਰੇ ਹਿਸਾਬ ਨਾਲ ਕੋਈ ਮੈਨੂੰ ਲੱਗਦਾ ਨਹੀਂ ਵੀ ਰਾਹੁਲ ਦਾ ਇਹ ਇਸ਼ਾਰਾ ਕੈਪਟਨ ਨੂੰ ਇੱਥੇ ਲਿਆਉਣ ਵਾਲਾ ਹੈ। ਤੇ ਮੈਨੂੰ ਇਹ ਲੱਗਦਾ ਇਹ ਇਸ਼ਾਰਾ ਇਹ ਆ ਵੀ ਕੋਈ ਨਹੀਂ, ਉਹ ਵੀ ਠੀਕ ਹੈ। ਇਹਨਾਂ ਨੂੰ ਜ਼ਰੂਰ ਹੌਸਲਾ ਵੀ ਦੇਖੋ ਕੱਲ ਨੂੰ ਕੈਪਟਨ ਆ ਸਕਦਾ, ਫਿਰ ਐਵੇਂ ਨਾ ਰੌਲਾ ਪਾਇਓ। ਤਾਂ ਕਿ ਇੱਕ ਤਰੀਕਾ ਹੁੰਦਾ ਨਾ, ਉਹ ਜਿਵੇਂ ਅੱਗੇ ਕਹਿੰਦਾ ਉਹ ਬੀਬੀ ਆਈ ਵਾਲੀ ਗੱਲ, ਕੈਪਟਨ ਨੂੰ ਨਹੀਂ ਮੇਰੇ ਹਿਸਾਬ ਨਾਲ ਲਿਆਉਣਗੇ। ਇੰਨੀ ਉਹ ਪੋਲੀਟੀਕਲੀ ਗਲਤੀ ਨਹੀਂ ਕਰਨਗੇ, ਬਾਕੀ ਉਹਨਾਂ ਦਾ ਜਾਣਦੇ ਨੇ। ਤੇ ਉਦੋਂ ਤਾਂ ਨਵਜੋਤ ਸਿੱਧੂ ਨੂੰ ਜੇ ਹੁਣ ਇਸ ਵੇਲੇ ਵੀ ਲੈ ਕੇ ਆਉਣਗੇ ਤਾਂ ਉਹਦੇ ਨਾਲ ਸ਼ਾਇਦ ਸਾਰਿਆਂ ਨੂੰ ਕੰਪਰੋਮਾਈਜ਼ ਕਰਨਾ ਪੈ ਜੇ, ਕਿਉਂਕਿ ਵੀ ਪਿਛਲੀ ਵਾਰੀ ਭਾਈ ਤੇ ਇਹਨੂੰ ਰੋਕਿਆ ਸੀ ਆਪਾਂ ਨੇ, ਉਹਨੇ ਤਾਂ ਕੋਈ ਕਾਂਗਰਸ ਛੱਡੀ ਨਹੀਂ ਅਜੇ ਜੀ। ਉਹਦੀ ਘਰ ਵਾਲੀ ਨੇ ਜੋ ਮਰਜ਼ੀ ਪਾਰਟੀ ਬਣਾ ਲਈ, ਉਹਦੇ ਨਾਲ ਡਿਫ ਕਰਦਾ ਰਿਹਾ, ਪਬਲਿਕਲੀ ਕਰਦਾ ਰਿਹਾ। ਆਪਦੀ ਘਰ ਵਾਲੀ ਦੇ ਮਾਮਲੇ 'ਚ ਸਿੱਧਾ ਆਪਦੇ ਵੀਡੀਓ ਪਾਉਂਦਾ ਰਿਹਾ ਤੇ ਉਹਦੇ ਨਾਲ ਭਾਵੇਂ ਸ਼ਾਇਦ ਕੋਈ ਮਾੜਾ ਮੋਟਾ, ਕਿਉਂਕਿ ਉਹਨੇ ਕਾਂਗਰਸ ਨਹੀਂ ਛੱਡੀ। ਪਰ ਨਵਜੋਤ ਸਿੰਘ ਸਿੱਧੂ ਕਾਂਗਰਸ 'ਚ ਸੀ, ਫਿਰ ਵੀ ਚੰਨੀ ਨੂੰ ਸੀਐਮ ਚੁਣ ਲਿਆ ਗਿਆ ਸੀ, ਚੰਨੀ ਸਾਹਿਬ ਨੂੰ ਕੈਪਟਨ ਅਮਰਿੰਦਰ ਹੋਰਾਂ ਤੋਂ ਬਾਅਦ। ਉਹ ਕਿਉਂਕਿ ਚੰਨੀ ਸਾਹਿਬ ਚਾਹੁੰਦੇ ਸੀ ਕਿ ਬਾਰ-ਬਾਰ ਚੰਨੀ ਸਾਹਿਬ ਚਾਹੁੰਦੇ ਸੀ ਨਵਜੋਤ ਸਿੱਧੂ ਨੂੰ ਸੀਐਮ ਚੁਣਨ ਵੇਲੇ ਕੋਈ ਇਤਰਾਜ਼ ਨਹੀਂ ਸੀ ਵੀ ਚਲ ਕੋਈ ਨਹੀਂ 6 ਮਹੀਨੇ ਚੁਣਿਆ। ਅਗਲੀ ਵਾਰੀ ਰਾਹੁਲ ਗਾਂਧੀ ਨੇ ਕਿਹਾ ਵੀ ਤੂੰ ਜਾਣ ਦੇ ਮੇਰੇ ਕਹੇ ਤੋਂ, ਉਹ ਮੰਨ ਗਿਆ। ਇਹਨਾਂ ਨੇ ਨਵਜੋਤ ਸਿੱਧੂ ਨੂੰ ਹਰਾਉਣ ਤੇ ਜ਼ੋਰ ਲਾ ਲਿਆ, ਹਾਰ ਆਪ ਵੀ ਗਏ। ਸਭ ਤੋਂ ਜ਼ਿਆਦਾ ਜ਼ੋਰ ਨਵਜੋਤ ਸਿੱਧੂ ਨੂੰ ਹਰਾਉਣ ਤੇ ਲਾਇਆ ਵੀ ਜੇ ਜਿੱਤ ਗਿਆ ਫਿਰ ਕੰਮ ਖਰਾਬ ਹੈ। ਤੋ ਉਹਨੂੰ ਹਰਾਉਂਦੇ ਸਾਰੀ ਪਾਰਟੀ ਦਾ ਵੱਠਾ ਬਿਠਾ ਲਿਆ। ਇਹਨਾਂ ਸਰ ਨਵਜੋਤ ਸਿੱਧੂ ਤੋਂ ਕੀ ਖਤਰਾ ਸੀ? ਇਹਨਾਂ ਖਤਰਾ ਇਹ ਸੀ ਵੀ ਇਹ ਮੁੱਖ ਮੰਤਰੀ ਬਣੇਗਾ, ਵੀ ਭਾਵੇਂ ਚੰਨੀ ਨੂੰ ਕੈਂਡੀਡੇਟ ਬਣਾਤਾ ਵੀ ਕੱਲ ਨੂੰ ਫੇਰ ਨਾ ਕਿਤੇ ਮੁੱਖ ਮੰਤਰੀ ਬਣ ਗਏ ਜਾਂ ਕੋਈ ਵੱਡਾ ਉਹਦਾ ਲੈ ਲੇ। ਸੋ ਇਹਨਾਂ ਨੂੰ ਖਤਰਾ ਸੀ। ਇਹਨਾਂ ਨੇ ਪੂਰੇ ਮਾਝੇ ਦਾ ਜ਼ੋਰ ਪੂਰਾ ਲੱਗਿਆ ਹੋਇਆ ਸੀ ਵੀ ਇਹ ਨਵਜੋਤ ਸਿੱਧੂ ਹਾਰ ਨਹੀਂ। ਨਵਜੋਤ ਸਿੱਧੂ ਐਡਾ ਵੱਡਾ ਮਤਲਬ ਬੰਦਾ ਜਿਹੜਾ ਜਿਹਨੇ ਕਰਤਾਰਪੁਰ ਦਾ ਨਾਂਗਾ ਖੜਾਇਆ ਹੋਵੇ, ਉਹਨੂੰ ਲੋਕ ਐਂ ਨਹੀਂ ਕਰਦੇ ਸੀ। ਸਿੱਖੀ ਦੇ ਨਾਲ ਜੁੜਿਆ ਹੋਇਆ ਸ਼ਹਿਰ ਹੈ ਉਹ। ਸੋ ਉਹ ਤਾਂ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਇਹਨਾਂ ਨੇ ਪੂਰਾ ਜ਼ੋਰ ਲਾ ਕੇ ਨਵਜੋਤ ਸਿੱਧੂ ਨੂੰ ਹਰਾਇਆ। ਇਹਨਾਂ ਨੇ ਤਾਂ ਖੁਸ਼ ਹੋਏ ਸੀ ਜਦ ਨਵਜੋਤ ਸਿੱਧੂ ਨੂੰ ਜੇਲ੍ਹ ਹੋਈ। ਉਹ ਫਿਰ ਵੀ ਆਪਦਾ ਆਨੰਦ 'ਚ ਜੇਲ੍ਹ ਆਪਦਾ ਕੱਟਿਆ ਆ। ਉਹਨੇ ਤਾਂ ਕੋਈ ਨਹੀਂ ਕਿਹਾ ਵੀ ਮੈਂ ਨਹੀਂ ਜਾਣਾ, ਮੇਰਾ ਰੋਇਆ ਨਹੀਂ। ਉਹ ਇੱਥੇ ਦੁਨੀਆ ਰੋਣ ਲੱਗ ਜਾਂਦੀ ਆ, ਹਾੜੇ ਕੱਢਣ ਲੱਗ ਜਾਂਦੀ ਆ। ਵੀਰ ਸਵਰਕਰ ਨੂੰ ਜੇਲ੍ਹ ਦਾ ਹੁਕਮ ਸੁਣਾਇਆ ਨਾ, ਜਦ ਉੱਥੇ ਹੀ ਪੈਰੀ ਹੱਥ ਲਾਉਣ ਲੱਗ ਗਿਆ ਸੀ, ਉੱਥੇ ਪੈਣੀ ਪੈਣ ਲੱਗ ਗਿਆ ਸੀ। ਤੇ ਜਿਹੜਾ ਕਹਿੰਦਾ ਸੀ ਮੈਂ ਤਾਂ ਨਵਜੋਤ ਸਿੱਧੂ ਨੂੰ ਤਾਂ ਕੋਈ ਪਰਵਾਹ ਨਹੀਂ ਮੰਨੀ। ਉਹਨੇ ਜੇਲ੍ਹ ਕੱਟੀ ਆਰਾਮ ਨਾਲ ਆਪਦੀ। ਉਹਨੇ ਆਪਦੀ ਸਿਹਤ ਦੇ ਬਾਵਜੂਦ ਆਪਦਾ ਇਲਾਜ ਕਰਿਆ। ਉਹਦੀ ਬੀਵੀ ਬਿਮਾਰ ਰਹੀ, ਉਹਦਾ ਇਲਾਜ ਕਰਿਆ। ਉਹਨੇ ਤਾਂ ਕਦੇ ਹੌਸਲਾ ਹੀ ਨਹੀਂ ਛੱਡਿਆ। ਫਿਰ ਉਹ ਆਪਦਾ ਜਾ ਕੇ ਆਪਦੇ ਉਸ 'ਚ ਚਲਾ ਗਿਆ ਜਿੱਥੋਂ ਉਹਦੇ ਪੈਸੇ ਬਣਦੇ ਸੀਗੇ, ਆਪਦਾ ਪ੍ਰੋਫੈਸ਼ਨਲ ਕੰਮ ਚਲਾ ਗਿਆ। ਕਿੱਤਾ ਜੇ ਸਿਆਸਤ ਦੇ ਵਿੱਚ ਬੰਦੇ ਨੂੰ ਤੁਸੀਂ ਨਹੀਂ ਖੜਨ ਦੇਣਾ ਤੇ ਉਹਨੇ ਆਪਦਾ ਕਿੱਤਾ ਤਾਂ ਕਰਨਾ ਹੀ ਹੈ। ਤਾਂ ਸਿਆਸਤ ਕਰਦੇ ਹੋਏ ਕਿੱਤਾ ਕਰੀ ਜਾ ਰਹੇ ਨੇ। ਉਹਨੇ ਤਾਂ ਸਿਆਸਤ ਪੂਰਾ ਸਮਾਂ ਕਰੀ, ਉਹਨੇ ਤਾਂ ਉਦੋਂ ਕਿੱਤਾ ਹੀ ਨਹੀਂ ਕਰਿਆ। ਉਹਨੇ ਕਿੱਤਾ ਛੱਡਤਾ ਆਪਦਾ। ਬਿਲਕੁਲ ਇਹ ਬਹੁਤ ਘੱਟ ਬੰਦੇ ਹੁੰਦੇ ਨੇ ਜਿਹੜੇ ਆਪਦਾ ਕਿੱਤਾ ਛੱਡ ਦਿੰਦੇ ਨੇ। ਭਗਵੰਤ ਮਾਨ ਚੰਗਾ ਜਾਂ ਮਾੜਾ ਹੈ? ਭਗਵੰਤ ਮਾਨ ਨੇ ਆਪਦਾ ਕਿੱਤਾ ਛੱਡਿਆ। ਭਗਵੰਤ ਮਾਨ ਬਥੇਰਾ ਪੈਸਾ ਕਮਾਉਂਦਾ ਸੀ, ਬੜਾ ਵਧੀਆ ਮਜ਼ਾਹੀਆ ਸੀ। ਮੈਂ ਇਹ ਦੋ ਸਿਆਸਤਦਾਨ ਦੇਖ ਰਿਹਾ ਜਿਨ੍ਹਾਂ ਨੇ ਆਪਦਾ ਕਿੱਤਾ ਛੱਡਿਆ। ਚੰਗਾ ਪੈਸਾ ਸੀ ਸਿਆਸਤ ਵਾਸਤੇ, ਬਾਕੀ ਨੇ ਤਾਂ ਛੱਡਿਆ ਹੀ ਨਹੀਂ। ਦੱਸੋ
ਜਿਹੜੇ ਕੋਈ ਮਾਰ ਨੇ ਕੋਈ ਬਿਜ਼ਨਸ ਕਰਦੇ ਉਦਾਂ ਹੀ ਉਹਨੂੰ ਕਰ ਰਹੇ ਸਮਾਂ ਨੇ ਵਧਾਉਂਦੇ ਫਿਰ। ਨੇ ਸਿਆਸਤ ਦੇ ਨਾਲ। ਇਹਨਾਂ ਨੇ ਅਬ ਤੱਕ ਦੋਹਾਂ ਨਹੀਂ ਕੀਤਾ ਛੱਡਿਆ, ਭਗਵੰਤ ਮਾਨ ਨੇ ਵੀ ਛੱਡਿਆ, ਇਹ 'ਚ ਕੋਈ ਦੋ ਰਾਏ ਨਹੀਂ ਹੈ। ਹੁਣ ਸਰ ਇਹ ਜ਼ਿਕਰ ਹੋ ਰਹੇ ਨੇ ਆਮ ਲੋਕਾਂ ਦੇ ਵੱਲੋਂ ਵੀ ਕਿ ਕਾਂਗਰਸ ਭੁੱਲ ਜੇ, ਜਿਵੇਂ ਅਕਾਲੀ ਦਲ ਪਹਿਲਾਂ ਆਪੋਜੀਸ਼ਨ ਚ ਆਈ ਤੇ ਅਗਲੀ ਵਾਰ ਫਿਰ ਆਪੋਜੀਸ਼ਨ ਤੋਂ ਵੀ ਚਲੀ ਗਈ, ਕਾਂਗਰਸ ਦੇ ਨਾਲ ਵੀ ਸੇਮ ਹੋਣਾ ਹੈ, ਆਪੋਜੀਸ਼ਨ ਤੋਂ ਵੀ ਚਲੇ ਜਾਣਾ ਕਾਂਗਰਸ ਨੇ ਇਸ ਵਾਰ। ਤੁਹਾਡੇ ਐਨਾਲਿਸਿਸ ਕੀ ਕਹਿੰਦੇ ਨੇ, ਬਚ ਜੂਗੀ ਇਹ? ਨਹੀਂ, ਮੈਨੂੰ ਨਹੀਂ ਲੱਗਦਾ। ਇਹ ਜ਼ਿਆਦਾ ਹੀ ਕੁਛ ਜਿਨ੍ਹਾਂ ਨੇ, ਕਿਉਂਕਿ ਜਿਨ੍ਹਾਂ ਨੂੰ ਕਾਂਗਰਸ ਤੋਂ ਡਰ ਹੈ, ਸਭ ਤੋਂ ਵੱਡਾ ਡਰ ਕਾਂਗਰਸ ਤੋਂ ਬੀਜੇਪੀ ਨੂੰ ਹੈ, ਤੇ ਉਹ ਹੀ ਇਹ ਪ੍ਰੋਪਗੈਂਡਾ ਕਰਦੇ ਨੇ। ਉਹ ਤਾਂ ਹਰੇਕ ਦੇ, ਉਹ ਤਾਂ ਮੇਰੇ ਬਾਰੇ ਕਹਿੰਦੇ ਵੀ ਜਿਹੜੇ ਕੋਠੀਆਂ 'ਚ ਰਹਿੰਦੇ ਨੇ 4-4 ਕਨਾਲ ਦੀਆਂ ਚੋਣਾਂ, ਉਹਨੂੰ ਕੀ ਪਤਾ ਵੀ ਇਹ ਕਿਰਾਏ ਦੇ ਘਰ 'ਚ ਰਹਿਣ ਵਾਲਾ ਬੰਦਾ ਹੈ ਸਾਰੀ ਉਮਰ। ਸੋ ਉਹ ਲੋਕਾਂ ਨੂੰ ਨਾ ਪਤਾ, ਇਹ ਸਾਰਾ ਪ੍ਰੋਪਗੈਂਡਾ ਹੈ। ਬੇਸਿਕਲੀ ਇਸ਼ੂ ਕੀ ਹੈ, 2 ਮਹੀਨੇ ਪਹਿਲਾਂ ਤੱਕ ਤੁਸੀਂ ਮੰਨੋਗੇ ਵੀ ਜਿੰਨੀ ਸਾਡੀ ਐਨਾਲਿਸਿਸ ਹੈ, ਮੈਂ ਥਾਂ ਤੇ ਘੁੰਮ ਕੇ ਦੇਖਿਆ, ਉਹ ਐਨਾਲਿਸਿਸ ਇਹ ਸੀ ਵੀ ਕਾਂਗਰਸ ਦਾ ਅਪਰ ਹੈਂਡ ਸੀ, ਲੋਕਾਂ ਨੂੰ ਕਾਂਗਰਸ ਤੇ ਵਿਸ਼ਵਾਸ ਸੀ। ਇਹ 2 ਮਹੀਨੇ 'ਚ ਟੁੱਟਿਆ ਨੇ ਕਾਟੋਕਲੇਸ਼ 'ਚ। ਹੁਣ ਪਿੱਛੇ ਜੇ ਅੰਮ੍ਰਿਤਪਾਲ ਦਾ ਥੋੜਾ ਜਿਹਾ ਮਤਲਬ ਐਜ ਲੋਕਾਂ ਨੂੰ ਲੱਗਣ ਲੱਗਿਆ, ਤੇ ਹੁਣ ਉਹ ਵੀ ਟੁੱਟ ਰਿਹਾ। ਤੁਸੀਂ ਆਪ ਹੀ ਤੁਸੀਂ ਦੇਖਦੇ ਹੀ ਹੋ, ਤੁਹਾਡੇ ਸਾਹਮਣੇ ਹੀ ਹੈ, ਕਿਉਂਕਿ ਉੱਥੇ ਵੀ ਕਾਟੋਕਲੇਸ਼ ਪੈ ਗਿਆ। ਇੱਧਰ ਪੁਨਰ ਸਰਜੀਤੀ ਦਾ ਵੈਸੇ ਹੀ ਨਹੀਂ ਸਮਝੌਤਾ ਹੋ ਸਕਦਾ, ਕਿਉਂਕਿ ਪੁਨਰ ਸਰਜੀਤੀ ਦਾ ਆਪਦਾ ਹੀ ਐਡਾ ਕਾਟੋਕਲੇਸ਼ ਹੈ, ਨਾ ਉਹਦੇ ਨਾਲ ਬੀਜੇਪੀ ਨੂੰ ਸਮਝੌਤਾ ਕਰਕੇ ਕੋਈ ਫਾਇਦਾ ਹੈ, ਨਾ ਉਹਨਾਂ ਨੂੰ ਜਿਹੜਾ ਹੈਗਾ ਵੀਰ ਵਾਰਸ ਪੰਜਾਬ ਨੂੰ ਕੋਈ ਫਾਇਦਾ ਉਹਨਾਂ ਨਾਲ ਸਮਝੌਤਾ ਕਰਕੇ। ਸਰ ਮਨਪ੍ਰੀਤ ਇਆਲੀ ਬੜੇ ਸੂਝਵਾਨ ਲੀਡਰ ਮੰਨੇ ਜਾਂਦੇ ਸੀ, ਸ਼੍ਰੋਮਣੀ ਅਕਾਲੀ ਦਲ ਛੱਡ ਕੇ ਪੁਨਰ ਸੁਰਜੀਤ ਵਿੱਚ ਚਲੇ ਗਏ। ਪੁਨਰ ਸੁਰਜੀਤ ਦੇ ਵਿੱਚ ਉਹਨਾਂ ਨੇ ਕਾਫੀ ਕੰਮ ਕੀਤੇ, ਉਸ ਤੋਂ ਪਾਰਟੀ ਨੂੰ ਅੱਗੇ ਲਿਆਉਣ ਵਾਸਤੇ, ਪਾਰਟੀ ਨੂੰ ਖੜਾ ਕਰਨ ਵਾਸਤੇ। ਫਿਰ ਪਾਰਟੀ ਛੱਡ ਕੇ ਵਾਰਿਸ ਪੰਜਾਬ ਦੇ ਵਿੱਚ ਉਹ ਚਲੇ ਗਏ। ਅੱਜ ਉਹਨਾਂ ਦੇ ਉੱਤੇ ਇਹ ਦੋਸ਼ ਲੱਗ ਰਹੇ ਨੇ ਕਿ ਇਹ ਖੁਦ ਸੀਐਮ ਬਣਨਾ ਚਾਹੁੰਦੇ ਨੇ, ਇਸ ਲਈ ਬਾਰ-ਬਾਰ ਪਾਰਟੀ ਸਵਿਚ ਕਰ ਰਹੇ ਨੇ। ਦੇਖੋ, ਪਹਿਲੀ ਗੱਲ, ਮਨਪ੍ਰੀਤ ਇਆਲੀ ਸਿਆਣੇ ਬੰਦਾ, ਕੋਈ ਐਸੀ ਗੱਲ ਨਹੀਂ, ਕਦੇ ਉਹ ਵੱਡਾ ਬੋਲ ਨਹੀਂ ਬੋਲਦਾ ਕਿਸੇ ਨੂੰ, ਕੋਈ ਜਾਤੀ ਨਹੀਂ ਕਰਦਾ, ਬਹੁਤ ਹੈ। ਪਰ ਇੱਕ ਗੱਲ ਹੈ, ਸੀਐਮ ਦੀ ਚਾਹਨਾ ਤਾਂ ਹਰੇਕ ਨੂੰ ਹੀ ਆ। ਪ੍ਰਗਟ ਸਿੰਘ ਨੇ ਇੱਕ ਵਾਰੀ ਪੁੱਛਿਆ, ਕਹਿੰਦੇ ਸੀਐਮ ਦੀ ਚਾਹਨਾ ਹੈ ਕਿਹਨੂੰ ਨਹੀਂ? ਪ੍ਰਗਟ ਸਿੰਘ ਦੇ ਜਿੰਨਾ ਤਾਂ ਸੋਬਰ ਕੋਈ ਵੀ ਨਹੀਂ ਨਾ। ਸੋ ਇਹ ਜਿਹੜੀ ਸੀਐਮ ਦੀ ਚਾਹਨਾ ਹੈ, ਇਹ ਤਾਂ ਕਿਸੇ 'ਚ ਵੀ ਹੋ ਸਕਦੀ ਹੈ, ਉਹ ਮਨਪ੍ਰੀਤ ਇਆਲੀ 'ਚ ਵੀ ਹੋ ਸਕਦੀ ਹੈ। ਸਾਨੂੰ ਵੀ ਲੱਗਦਾ ਵੀ ਉਹਦੇ 'ਚ ਇਹ ਹੈਗੀ ਆ ਵੀ ਮੈਂ ਯਾਰ ਉੱਥੇ ਤਾਂ ਸੁਖਬੀਰ ਸੀ, ਉਹਦਾ ਹੋਰ ਰੌਲਾ ਕੀ ਸੀ ਵੀ ਸੁਖਬੀਰ ਨੂੰ ਨਹੀਂ ਹੋਣਾ ਚਾਹੀਦਾ। ਉਹਦਾ ਮਤਲਬ ਇਹ ਸੀ ਵੀ ਜੇ ਸੁਖਬੀਰ ਨਾ ਹੋਵੇ ਫਿਰ ਸ਼ਾਇਦ ਮੇਰਾ ਤੁੱਕਾ ਲੱਗ ਜੇ, ਨਹੀਂ ਤਾਂ ਸੁਖਬੀਰ ਵੀ ਬਣੇਗਾ। ਇੱਦਾਂ ਹੀ ਉਹ ਪੁਨਰ ਸਰਜੀਤੀ 'ਚ ਉਹਨੂੰ ਸੀਗਾ, ਉੱਥੇ ਉਹਨੂੰ ਲੱਗਿਆ ਵੀ ਕਿਤਾ ਇਹਨਾਂ ਦਾ ਸਕੋਪ ਨਹੀਂ। ਦੂਜੀ ਗੱਲ, ਜੇ ਹੋ ਵੀ ਗਿਆ ਤਾਂ ਮੇਰੀ ਵਾਰੀ ਫੇਰ ਨਹੀਂ ਆਉਣੀ। ਹੁਣ ਉਹ ਵਾਰਸ ਪੰਜਾਬ 'ਚ ਗਿਆ, ਵਾਰੀ ਉੱਥੇ ਵੀ ਨਹੀਂ ਆਉਣੀ। ਇਹ ਵੀ ਮੈਂ ਤੁਹਾਨੂੰ ਕਹਿ ਦਿੰਦਾ, ਕਿਉਂਕਿ ਵਾਰਸ ਪੰਜਾਬ ਤਾਂ ਜਿਹੜੇ ਬੰਦੇ ਲਗਾਤਾਰ ਲੱਗੇ ਹੋਏ ਨੇ, ਜਿਨ੍ਹਾਂ ਨੇ ਵਾਰਸ ਪੰਜਾਬ ਪਾਰਟੀ ਨੂੰ ਬਣਾਇਆ ਹੈ ਪਿਛਲੇ ਕਿੰਨੇ ਸਾਲਾਂ 'ਚ, 4 ਸਾਲ 'ਚ, ਜਿੱਦਾਂ ਦਾ ਅੰਮ੍ਰਿਤਪਾਲ ਅੰਦਰ ਹੈ, ਉਹ ਪਾਰਟੀ ਬਣਾਉਣ 'ਤੇ ਲੱਗੇ ਹੋਏ ਨੇ। ਛੋਟੀ ਬਣੀ ਵੱਡੀ ਬਣੀ, ਉਹਨਾਂ ਨੇ ਪੂਰਾ ਜ਼ੋਰ ਲਾਇਆ ਹੋਇਆ ਹੈ। ਲਗਾਤਾਰ ਉਹਨਾਂ ਨੇ ਮੀਟਿੰਗਾਂ ਕਰ, ਇਹ ਕਰ, ਉਹ ਕਰ। ਉਹ ਉਸ ਸੰਕਟ ਦੀ ਘੜੀ ਦੇ ਵਿੱਚੋਂ ਨਿਕਲ ਕੇ ਆਏ ਨੇ। ਉਹ ਇਹ ਤਾਂ ਹੋ ਨਹੀਂ ਸਕਦਾ ਵੀ ਮਨਪ੍ਰੀਤ ਇਆਲੀ ਦਾ ਉੱਥੇ ਉੱਡੀ ਵੱਡੀ ਦਾਲ ਗਲ ਜੇ ਦੀ। ਤੁਹਾਨੂੰ ਲੱਗਦਾ ਅੰਮ੍ਰਿਤਪਾਲ ਬਣ ਜਾਣਗੇ ਸੀਐਮ? ਨਹੀਂ, ਬਣ ਜਾਣਗੇ, ਨਾ ਬਣ ਜਾਣਗੇ ਤਾਂ ਸਵਾਲ ਹੀ ਨਹੀਂ। ਅੰਮ੍ਰਿਤਪਾਲ ਪਹਿਲਾਂ MP ਬਣ ਗਿਆ, ਫਿਰ ਉਹਦਾ ਕੀ ਗਾ, ਉਹਨੂੰ ਤਾਂ ਉੱਥੇ ਬੋਲਣ ਹੀ ਨਹੀਂ ਦਿੱਤਾ ਗਿਆ। ਇਹ ਤਾਂ ਅੰਮ੍ਰਿਤਪਾਲ ਨੂੰ ਤਾਂ ਬਾਹਰ ਹੀ ਤਾਂ ਕੱਢਣਗੇ ਜੇ ਬੀਜੇਪੀ ਨੂੰ ਸੂਟ ਕਰਦਾ ਹੋਇਆ, ਕਿਉਂਕਿ ਜਿਹੜਾ ਹੁਕਮ ਚੱਲਦਾ ਤਾਂ ਬੀਜੇਪੀ ਦਾ ਚੱਲ ਰਿਹਾ। ਇਸੇ ਲਈ ਮੀਟਿੰਗਸ ਹੋ ਰਹੀਆਂ ਨੇ ਇਹਨਾਂ ਦੀਆਂ ਉਹਨਾਂ ਨਾਲ। ਤੇ ਨਹੀਂ, ਉਹ ਦੋਨੇ ਪਾਸੇ ਨੇ, ਦੋਨੇ ਪਾਸੇ ਗੱਲਾਂ ਨੇ ਵੀ ਅਕਾਲੀਆਂ ਤੇ ਇੱਕ ਪ੍ਰੈਸ਼ਰ ਪਾਉਣ ਦਾ ਵੀ ਤਰੀਕਾ ਵੀ ਆ ਦੇਖ ਲਓ, ਨਹੀਂ ਤਾਂ ਅੰਮ੍ਰਿਤਪਾਲ ਆਊ। ਅਕਾਲੀਆਂ ਤੋਂ ਸੀਟਾਂ ਵੱਧਣਾ। ਅਸਲ 'ਚ ਬੀਜੇਪੀ, ਜੋ ਮੇਰਾ ਅੰਕਲਨ ਹੈ, ਦੇਖੋ ਕੋਈ ਆਪਾਂ ਜਾਦੂਗਰ ਤਾਂ ਹੈ ਨਹੀਂ ਜੀ, ਪਰ ਇੱਕ ਵਿਗਿਆਨ ਸਾਨੂੰ ਵਿਸ਼ਲੇਸ਼ਣ ਕਰਨਾ ਸਿਖਾਉਂਦੀ ਹੈ। ਉਹ ਵਿਸ਼ਲੇਸ਼ਣ ਇਹ ਕਹਿੰਦਾ ਹੈ ਕਿ ਬੀਜੇਪੀ ਨੇ 30 ਕਾਲ ਅੰਮ੍ਰਿਤਪਾਲ ਨਾਲ ਨਹੀਂ ਸਮਝੌਤਾ ਕਰ ਸਕਦੀ, ਕਦੀ ਵੀ ਨਾ। ਬੀਜੇਪੀ ਕਰ ਸਕੇ ਮਾਨ ਦਲ ਨਾਲ, ਸਿਮਰਜੀਤ ਸਿੰਘ ਮਾਨ ਨਾਲ। ਉਹਦਾ ਕਾਰਨ ਇਹ ਹੈ ਵੀ ਉਹਨਾਂ ਦਾ ਅਕਸ ਜਿਹੜਾ ਹੈ ਉਹ ਹਿੰਦੂ ਵਿਰੋਧੀ ਹੈ। ਅਕਸ ਉਹ ਹੈ ਨਾ ਹਿੰਦੂ ਵਿਰੋਧੀ ਜਾਂ ਨਹੀਂ, ਇਹ ਸਵਾਲ ਨਹੀਂ ਹੈ ਜੀ। ਉਹਨਾਂ ਦਾ ਅਕਸ ਬੀਜੇਪੀ ਨੇ ਇਹੋ ਜਿਹਾ ਬਣਾ ਕੇ ਰੱਖਿਆ ਹੋਇਆ ਹੈ। ਹਰ ਰੋਜ਼ ਸਾਨੀ ਇਹ ਉਹ ਉਹਨਾਂ ਤੇ ਜ਼ਿਆਦਾ ਬਿੱਦਾ ਲੱਗਿਆ ਹੋਇਆ ਹੈ। ਇਸ ਕਰਕੇ ਉਹਨਾਂ ਨਾਲ ਸਮਝੌਤਾ ਕਰਨਾ ਮਤਲਬ ਹੈ ਜਿਹੜੀ ਇੱਥੋਂ ਦੀ ਹਿੰਦੂ ਵੋਟ ਆ ਉਹਨੂੰ ਜਵਾਬ ਕੀ ਦੇਊਗੀ ਬੀਜੇਪੀ। ਜਿਵੇਂ ਹੁਣ ਜਸਵੰਤ ਸਿੰਘ ਖਾਲੜਾ ਹਰਾਂ ਦੀ ਮੂਵੀ ਆਈ, ਜਦੋਂ ਰਵਨੀਤ ਬਿੱਟੂ ਨੇ ਜ਼ਿਕਰ ਕੀਤਾ ਕਿ ਤੁਸੀਂ ਸਿਰਫ 25,000 ਸਿੱਖਾਂ ਦੀ ਗੱਲ ਕਰਦੇ ਹੋ, ਆંકੜੇ ਦਿਓ ਤੇ 35,000 ਹਿੰਦੂਆਂ ਦੀ ਗੱਲ ਕਰੋ। ਨਹੀਂ, ਉਹਨੇ 35 ਨਹੀਂ ਕਰੀ, ਉਹਨੇ 26 ਕਿਹਾ, ਪਰ ਉਹ 26 ਦੀ ਵੀ ਨਹੀਂ ਦੇ ਸਕਦਾ। ਸਰਕਾਰ 'ਚ ਸੀਗਾ, ਮੰਤਰੀ ਸੀਗਾ, ਹੁਣ ਤਾਂ ਚਲੋ ਛੱਡਤਾ। ਉਹਨੂੰ ਪੁੱਛੇ ਵੀ ਸਰਕਾਰ ਕੋਲ ਜਿਹੜੇ ਹਿੰਦੂ ਮਾਰੇ ਗਏ ਉਹਨਾਂ ਦਾ ਪੂਰੇ ਦਾ ਪੂਰਾ ਅੰਕੜਾ ਹੈਗਾ। ਕਦੀ ਗੱਲ ਗਿਆ ਕਿਤੇ ਬੱਸਾਂ ਚੋਂ ਕੱਢ ਕੇ ਮਾਰੇ, ਕਿਸੇ ਮੇਲੇ 'ਚ ਮਾਰਤੇ, ਕਿਸੇ ਵਿਆਹ ਸ਼ਾਦੀ 'ਚ ਮਾਰਤੇ, ਕਿਤੇ ਸ਼ਾਖਾ 'ਚ ਮਾਰਤੇ, ਮੋਗੇ ਮਾਰਤੇ, ਲੁਧਿਆਣੇ ਮਾਰਤੇ, ਕਿਤੇ ਟ੍ਰੇਨਾਂ 'ਚ ਮਾਰਤੇ। ਠੀਕ ਹੈ, ਉਹਨਾਂ ਦੇ ਸਾਰੇ ਕਿਤੇ ਘਰਾਂ ਜਾ ਕੇ ਮਾਰ ਗਏ, ਕਿਤੇ ਸੈਰ ਕਰਦਿਆਂ ਨੂੰ ਮਾਰਤੇ। ਹੁਣ ਉਹਦੇ ਵਿੱਚ ਕੀ ਹੈ, ਰਵਨੀਤ ਬਿੱਟੂ ਕਿਵੇਂ ਕਰਦਾ, ਕਿ ਹਿੰਦੂ ਕਹਿੰਦਾ। ਮੈਂ ਇਹ ਪੁੱਛਣਾ, ਅਰਜਨ ਸਿੰਘ ਮਸਤਾਨਾ ਉਹ ਮਾਰੇ ਨੇ, ਉਹ ਹਿੰਦੂ ਸੀ? ਇਹਨਾਂ ਦਾ ਮੰਤਰੀ ਸੀ ਬਲਵੀਰ ਸਿੰਘ,
ਬਲਵੰਤ ਸਿੰਘ ਫਾਈਨੈਂਸ ਮਿਨਿਸਟਰ ਸੀ ਅਕਾਲੀਆਂ ਦਾ, ਉਹ ਮਾਰਿਆ, ਉਹ ਹਿੰਦੂ ਸੀ। ਸੰਤ ਲੌਂਗੋਵਾਲ ਮਾਰਿਆ, ਉਹ ਹਿੰਦੂ ਸੀ। ਫਿਰ ਚੰਨਨ ਸਿੰਘ ਧੂਤ ਮਾਰਿਆ, ਉਹ ਹਿੰਦੂ ਸੀ। ਫਿਰ ਇਹਨਾਂ ਨੇ ਸੋਹਣ ਸਿੰਘ ਢੇਸੀ ਮਾਰਿਆ, ਉਹ ਹਿੰਦੂ ਸੀ। ਪ੍ਰੋਫੈਸਰ ਦਰਬਾਰਾ ਸਿੰਘ ਮਾਰਿਆ, ਉਹ ਹਿੰਦੂ ਸੀ। ਪ੍ਰੋਫੈਸਰ ਰਵਿੰਦਰ ਰਵੀ ਮਾਰਿਆ, ਉਹ ਹਿੰਦੂ ਸੀ। ਇਹਨਾਂ ਨੇ ਇਹ ਉਹ ਕੀ ਕਹਿੰਦੇ ਨੇ ਸੋਹਣ ਸਿੰਘ ਢੇਸੀ ਮਾਰਿਆ। ਫਿਰ ਗੁਰਨਾਮ ਉੱਪਲ ਮਾਰਿਆ, ਉਹ ਕੋਈ ਹਿੰਦੂ ਸੀ। 2 ਪੁਲਿਸ ਦੇ ਸਰਦਾਰ ਪਟਿਆਲੇ NIS 'ਚ ਸੈਰ ਕਰਦੇ IPS ਅਫਸਰ ਯੰਗ, ਉਹ ਮਾਰੇ, ਉਹ ਹਿੰਦੂ ਸੀਗੇ। ਅਟਵਾਲ ਮਾਰਿਆ, ਉਹ ਹਿੰਦੂ ਸੀ। AS ਅਟਵਾਲ। ਇਸ ਤਰ੍ਹਾਂ ਜਿਹੜਾ ਅੱਛਾ ਫਿਰ ਡਾਇਰੈਕਟਰ ਹੈਲਥ ਸਰਵਿਸ ਡਾਕਟਰ ਬਚਿੱਤਰ ਸਿੰਘ, ਉਹ ਮਾਰਿਆ, ਉਹ ਹਿੰਦੂ ਸੀ। ਸੋ ਇਸ ਕਰਕੇ ਇਹਨਾਂ ਦਾ ਜਿਹੜਾ ਰਵਨੀਤ ਬਿੱਟੂ ਦਾ ਇਹ ਕਹਿਣਾ ਹੈ, ਉਹਦਾ ਮਤਲਬ ਇਹਦੇ ਮਨ ਦੇ ਵਿੱਚ ਇੱਕ ਭ੍ਰਾਂਤੀ ਹੈ। ਉਹਨੇ ਹਿੰਦੂ ਕਹਿ ਕੇ ਉਹਨੇ ਕਿਹਾ ਹਿੰਦੂ ਖੜੇ ਹੋ ਜਾਓ। ਉਹ ਤਾਂ ਜਿੰਨਾ ਉਸਨੇ ਇਹੋ ਜਿਹੇ ਬਿਆਨ ਦੇ ਉੱਤੇ ਗਣੇਸ਼ ਕੁਮਾਰ ਚੁੱਪ ਹੈ, ਨਹੀਂ ਤਾਂ ਇਸ ਬਿਆਨ ਦੇ ਉੱਤੇ ਤਾਂ ਐਕਸ਼ਨ ਲੈਣਾ ਚਾਹੀਦਾ ਵੀ ਤੂੰ ਤਾਂ ਸਾਰੇ ਫਿਰਕਾ ਪ੍ਰਸਤੀ ਬਣਾ ਰਹੇ ਹੈ। ਉਹਨੇ ਆਖਿਆ ਹਿੰਦੂ ਖੜੇ ਹੋ ਜਾਓ, ਬਿਆਨ 'ਚ ਕਿਹਾ ਹੈ, ਸੁਣਿਓ ਬਸ, ਬੋਲੋ ਜਾਗੋ ਹਿੰਦੂ ਜਾਗੋ। ਹਾਂ, ਇਸ ਬਿਆਨ ਤੋਂ ਬਾਅਦ ਉਹਨਾਂ ਨੇ ਅਸਤੀਫਾ ਦਿੱਤਾ, ਅਸਤੀਫਾ ਪ੍ਰਵਾਨ ਹੋ ਗਿਆ। ਉਹ ਕਹਿੰਦੇ ਮੈਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜਾਂਗਾ, ਹੁਣ ਉਧਰ ਧਿਆਨ ਦਊਂਗਾ। ਤੁਹਾਨੂੰ ਲੱਗਦਾ ਫੈਸਲਾ ਉਹਨਾਂ ਦਾ ਗਲਤ ਸੀ ਇਸ ਟਾਈਮ ਦੇ ਉੱਤੇ? ਉਹ ਸਟੇਟਮੈਂਟ ਦੇਣ ਤੋਂ ਬਾਅਦ ਫੈਸਲਾ ਕਰਨਾ ਕਿ ਮੈਂ ਵਿਧਾਨ ਸਭਾ, ਮੈਨੂੰ ਤਾਂ ਉਹਦਾ ਫੈਸਲਾ ਦੇਖੋ ਜਿੱਦਾਂ ਦੀ ਉਹ ਬੋਲਬਾਣੀ ਉਹਦੀ, ਉਹ ਤਾਂ ਕਦੇ ਵੀ ਠੀਕ ਨਹੀਂ ਲੱਗੀ। ਜਦੋਂ ਕਾਂਗਰਸ 'ਚ ਸੀਗਾ ਉਦੋਂ ਬਿਆਨ ਇਹੋ ਜਿਹੇ ਦਿੰਦਾ ਸੀ ਜਿਹੜੇ BJP ਨੂੰ ਸੂਟ ਕਰਦੇ ਸੀ। ਮੈਂ ਕਈ ਵਾਰੀ ਕਈ ਕਾਂਗਰਸੀ ਜਿਹੜੇ ਮੈਨੂੰ ਜਾਣਦੇ ਉਹਨਾਂ ਨੂੰ ਕਹਿੰਦਾ ਵੀ ਇਹ ਕੀ ਕਰੀ ਜਾਂਦਾ, ਕਹਿੰਦੇ ਜੀ ਕੀ ਕਰੀਏ। ਉਹ ਬਾਅਦ ਦੇ ਵਿੱਚ ਅਮਿਤ ਸ਼ਾਹ ਜੀ ਦੱਸੀ ਵੀ ਗਏ ਵੀ ਇਹ ਤਾਂ ਮੇਰਾ 5 ਸਾਲ ਤੋਂ ਕੰਟੈਕਟ ਸੀਗਾ। ਸੋ ਇਹ ਤਾਂ ਕਾਂਗਰਸ 'ਚ ਰਹਿੰਦਾ ਹੋਇਆ BJP ਦਾ ਸੀ। ਸੋ ਇਹ ਤਾਂ ਉਹ ਆਪਦਾ ਫੈਸਲਾ ਆਪੇ ਕਰੇ, ਆਪਦੇ ਘਰਦਿਆਂ ਨੂੰ ਪੁੱਛਿਆ ਨਹੀਂ ਪੁੱਛਿਆ, ਘਰਦਿਆਂ ਦੀ ਕੀ ਰਾਏ ਸੀ। ਸੋ ਉਹ ਤਾਂ ਖੱਟਿਆ ਖਾਂਦਾ ਆਪਦੇ ਦਾਦੇ ਦੇ ਉਸਦੇ ਸਹਾਰੇ, ਕੋਈ ਐਸੀ ਗੱਲ ਨਹੀਂ। ਉਹ ਹੁਣ ਅਸਤੀਫਾ ਦੇ ਕੇ ਉਹਦੇ ਮਨ 'ਚ ਇਹ ਆ ਵੀ ਸ਼ਾਇਦ ਮੈਂ ਮੁੱਖ ਮੰਤਰੀ ਬਣ ਜਾ। ਉਹਨੂੰ ਇਹ ਪਤਾ ਨਹੀਂ ਵੀ ਪੰਜਾਬ 'ਚ BJP ਦੀ ਐਡੀ ਵੱਡੀ ਲੀਡਰਸ਼ਿਪ ਬੈਠੀ ਹੈ, ਜਿਹੜੇ ਮੰਤਰੀ ਵੀ ਰਹੇ ਨੇ, ਜਿਨ੍ਹਾਂ ਨੇ ਕੁਰਬਾਨੀਆਂ BJP 'ਚ ਬਹੁਤ ਕਰੀਆਂ ਨੇ, ਜਿਨ੍ਹਾਂ ਨੇ ਡੰਡੇ ਖਾਦੇ ਨੇ। ਉਸ ਵਕਤ ਜਦ BJP ਦਾ ਇੱਥੇ ਕੋਈ ਪੈਰ ਧਰਾ ਨਹੀਂ ਸੀ ਜੀ, ਤੇ ਉਹਨਾਂ ਨੂੰ ਛੱਡ ਕੇ ਜੇ ਇਹਨਾਂ ਨੂੰ ਬਣਾਉਣਗੇ ਫਿਰ ਰੌਲਾ ਹੀ ਪਊਗਾ। ਹੁਣੀ 150 ਬੰਦੇ ਨੇ ਕਿਉਂ ਰਿਜ਼ਾਈਨ ਕਰੇ BJP 'ਚੋਂ? ਜਿਹੜੇ ਕਾਂਗਰਸੀਆਂ 'ਚੋਂ ਆ ਕੇ ਜਾਂ ਅਕਾਲੀਆਂ 'ਚੋਂ ਆ ਕੇ ਜਾਂ BJP 'ਚੋਂ ਆ ਕੇ ਉੱਥੇ ਚੌਧਰੀ ਬਣਨਗੇ, ਤੇ ਫਿਰ BJP ਦਾ ਜਿਹੜਾ ਉਰੇ ਕੈਡਰ ਉਹ ਕੀ ਕਰੂਗਾ? ਫਿਰ ਉਹ ਆਪੇ ਬਾਗੀ ਹੋਊਗਾ। ਇੱਕ ਸੀਮਾ ਤੱਕ ਤਾਂ ਉਹ ਚੁੱਪ ਰਹੇਗਾ, ਇੱਕ ਸੀਮਾ ਤੋਂ ਬਾਅਦ ਉਹ ਬਾਗੀ ਹੋਏਗਾ। ਵੀ ਇਹਦਾ ਕੀ ਮਤਲਬ ਹੈ? ਜੇ ਤੁਸੀਂ ਅਸ਼ਵਨੀ ਜੀ ਨੂੰ ਛੱਡ ਕੇ ਤੇ ਜਾਖੜ ਸਾਹਿਬ ਨੂੰ ਬਣਾਉਣਾ ਹੈ ਪ੍ਰਧਾਨ, ਤੇ ਫਿਰ ਅਸ਼ਵਨੀ ਜੀ ਕੀ ਕਰਨਗੇ? ਜਾਖੜ ਸਾਹਿਬ ਉਹਦੇ ਉਸੇ ਗੁਰਦਾਸਪੁਰ 'ਚ ਜਿੱਥੋਂ ਪਠਾਨਕੋਟ ਤੋਂ ਅਸ਼ਵਨੀ ਜੀ ਸੀਗੇ, ਉਦੋਂ ਤਾਂ ਉਹ ਜਾਖੜ ਸਾਹਿਬ ਦੀਆਂ ਗੱਲਾਂ ਸੁਣਦਾ ਰਹੇ ਜਦ ਇਹ ਚੋਣ ਲੜੀ, ਇਹਨਾਂ ਨੇ ਜਿੱਤੇ ਵੀ MP ਦੀ ਸੀਟ ਬਾਈ ਇਲੈਕਸ਼ਨ 'ਚ, ਤੇ ਹੁਣ ਉਹ ਜਾਖੜ ਸਾਹਿਬ ਦੇ ਲੀਡਰ ਬਣ ਗਏ। ਇਹ ਕਿਵੇਂ ਬਰਦਾਸ਼ਤ ਹੋ ਸਕਦਾ? ਸਰ BJP ਨੇ ਇੱਕ ਹੋਰ ਵੀ ਕਹਿੰਦੇ ਪੈਂਥਰਾ BJP ਨੇ ਖੇਡਿਆ ਕਿ ਜਿਵੇਂ ਹਰਿਆਣਾ ਦੇ ਵਿੱਚ ਉਹਨਾਂ ਨੇ ਜਾਟ ਚਿਹਰਾ ਅੱਗੇ ਰੱਖਿਆ, ਉਵੇਂ ਉਹਨਾਂ ਨੂੰ ਲੱਗਿਆ ਕਿ ਪੰਜਾਬ ਦੇ ਵਿੱਚ ਵੀ ਸਾਨੂੰ ਸਿੱਖ ਜੱਟ ਚਿਹਰੇ ਨੂੰ ਅੱਗੇ ਰੱਖਣਾ ਚਾਹੀਦਾ, ਤੇ ਕੇਵਲ ਸਿੰਘ ਢਿੱਲੋਂ ਹਰਾਂ ਨੂੰ ਫਿਰ ਪ੍ਰਧਾਨ ਬਣਾਤਾ। ਕੋਈ ਨਹੀਂ, ਪਹਿਲਾਂ ਬਿੱਟੂ ਨੂੰ ਲੈ ਕੇ ਉਹਨਾਂ ਨੂੰ ਇਹੀ ਉਮੀਦ ਸੀਗੀ। ਬਿੱਟੂ ਨੇ ਜੋ ਗੁੱਲ ਖਿਲਾਏ ਨੇ ਪੰਜਾਬ 'ਚ, ਜੋ BJP ਦਾ ਮਾੜਾ ਮੋਟਾ ਹੱਕ ਸੀ ਉਹ ਥੱਲੇ ਗਿਆ। ਇੱਦਾਂ ਹੀ ਜਿਹੜਾ ਹੁਣ ਇਹਨੇ ਆਪਣਾ ਇਹਨਾਂ ਨੇ ਦੇ ਨੇ ਬਰਨਾਲੇ ਤੋਂ ਇਹ ਢਿੱਲੋਂ ਸਾਹਿਬ, ਤੇ ਇਹ ਢਿੱਲੋਂ ਸਾਹਿਬ ਦਾ ਪਹਿਲੀ ਗੱਲ, ਪੰਜਾਬ 'ਚ ਢਿੱਲੋਂ ਸਾਹਿਬ ਕੋਈ ਵੱਡੇ ਸਿਆਸਤਦਾਨ ਦੇ ਤੌਰ ਤੇ ਜਾਣੇ ਨਹੀਂ ਜਾਂਦੇ। ਠੀਕ ਹੈ, BJP ਨੂੰ ਉਹਨਾਂ BJP ਨਾਲ ਤਾਂ ਇਹਨਾਂ ਦੇ ਜਿਹੜੇ ਇਹ ਇੱਥੇ ਰਾਜਪੁਰੇ ਵੱਲ ਜਿਹੜੇ ਨੇ ਕਿੰਨੇ ਵਾਰੀ ਕੁੱਟ-ਕੱਟ ਮਾਰ ਹੋਈ ਹੈ, ਦਿਮਾਗ 'ਚੋਂ ਨਾਮ ਨਿਕਲ ਜਾਂਦਾ ਉਹਨਾਂ ਦਾ। ਚਰਨਜੀਤ ਬਰਾੜ? ਨਹੀਂ, ਉਹ ਚਰਨਜੀਤ ਬਰਾੜ ਤਾਂ ਅਕਾਲੀਆਂ 'ਚੋਂ ਗਿਆ ਨਾ। ਆ ਰਾਜਪੁਰੇ ਇਹਨਾਂ ਦਾ ਕਾਫੀ ਪੁਰਾਣਾ RSS ਦਾ ਬੰਦਾ ਹੈ, ਤੇ ਬਨੂੜ ਰਾਜਪੁਰੇ 'ਚ ਮੇਰੇ ਦਿਮਾਗ 'ਚੋਂ ਨਾਮ ਨਿਕਲ ਗਿਆ। ਤੇ ਉਹਨੇ ਸਾਰੀ ਉਮਰ ਇਸ ਚਲਾਈ ਹੈ, ਉਹਦੇ ਨਾਲ ਤਾਂ ਉਹਦਾ ਨਾਮ ਹੈ ਲੋਕਾਂ 'ਚ। ਸੋ ਇਸ ਕਰਕੇ ਬੜੇ ਲੋਕ ਐਸੇ ਨੇ BJP ਦੇ ਵਿੱਚ ਜਿਨ੍ਹਾਂ ਨੇ ਪੂਰਾ ਜੀਵਨ ਲਾਇਆ, ਜਿਨ੍ਹਾਂ ਨੇ RSS ਦੇ ਉਹ 1 ਇੰਚ ਵੀ ਇੱਧਰ ਨਹੀਂ ਗਏ। ਸਿੱਖ ਚਿਹਰੇ ਕਹਿਣਾ ਮੈਂ, ਜੇ ਸਿੱਖ ਚਿਹਰੇ ਦੀ ਗੱਲ ਕਰਦੇ ਹੋ ਤਾਂ ਸਿੱਖ ਚਿਹਰੇ ਇਹਨਾਂ ਕੋਲ ਹੈਗੇ ਨੇ। ਸੋ ਉਹ ਤਕੜੇ ਵੀ ਹੈਗੇ ਨੇ ਜੀ, ਤੇ ਪਰ ਇਹਨਾਂ ਨੇ ਤਾਂ ਜਿਹੜੀ ਹੁਣ ਜਿਹੜੀ ਜੋ ਭਰਤੀ ਕਰੀ ਉਹਦੇ 'ਚ ਤਾਂ ਇਹ ਸਾਰਾ ਪ੍ਰਤੀਕਿਰਿਆ ਹੋਈ ਹੈ। ਸੋ ਇਸ ਕਰਕੇ ਬਾਕੀ ਤਾਂ ਉਹਨਾਂ ਦੀ ਪਾਰਟੀ ਜਾਂਦੇ, ਉਹਨਾਂ ਦਾ ਆਪਦਾ ਕੰਮ ਹੈ, ਪਰ ਜੋ ਸਾਹਮਣੇ ਦਿਖਦਾ ਹੈ ਉਹਦੇ 'ਚ ਇਹ ਆਇਆ ਵੀ ਜਿਹੜੀ ਉਹਨਾਂ ਨੇ ਹੁਣ ਨਿਯੁਕਤੀਆਂ ਕਰੀਆਂ ਨੇ ਉਹਦੇ ਨਾਲ ਪ੍ਰਤੀਕਿਰਿਆ ਬਹੁਤ ਜ਼ਿਆਦਾ ਹੋਈ ਹੈ, ਕਿਉਂਕਿ ਅੰਦਰੋਂ ਉਹਨਾਂ ਨੂੰ ਪਤਾ ਨਹੀਂ ਵੀ BJP ਕਿਵੇਂ। BJP ਦੇ ਕੰਮ ਕਰਨ ਦਾ ਇੱਕ ਹੋਰ ਸਟਾਈਲ ਹੈ, ਉਹਦਾ ਆਪਦਾ ਤਰੀਕਾ ਹੈ, ਤੇ ਇਹਨਾਂ ਦਾ ਆਪਦਾ ਤਰੀਕਾ ਹੈ। ਸੋ ਗਰੇਵਾਲ, ਇੱਥੇ ਗਰੇਵਾਲ ਨਹੀਂ ਹੈਗੇ ਲੀਡਰ ਇਹਨਾਂ ਦੇ ਜੀ, ਉਹ ਗਰੇਵਾਲ ਦੀ ਗੱਲ ਕਰਦਾ ਮੈਂ, ਤੇ ਉਹ ਤਕੜੇ ਲੀਡਰ ਨੇ। ਉਹਨਾਂ ਨੇ ਕਦੇ ਵੀ RSS ਨਹੀਂ ਛੱਡੀ, ਔਰ ਕੋਈ ਨਾ 10-15 ਸਾਲ ਤੋਂ ਕਈ ਵਾਰੀ ਅਸੀਂ ਮੀਡੀਆ ਦੇ ਵਿੱਚ ਆਉਣਾ ਤੇ ਉਹ ਪੈਨਲ ਦੇ ਵਿੱਚ ਹੋਣੇ,
ਤੇ ਉਹਨਾਂ ਨੇ ਆਪਦੀ ਗੱਲ ਬੜੇ ਸਲੀਕੇ ਨਾਲ, ਬੜੇ ਤੌਰ ਤਰੀਕੇ ਨਾਲ ਕਹਿੰਦੇ ਸੀ, ਪਰ ਡਟ ਕੇ ਕਹਿੰਦੇ ਸੀ। ਸੋ ਇਹ ਜਿਹੇ ਲੀਡਰ ਹੈਗੇ ਨੇ, ਸਿੱਖ ਲੀਡਰ ਵੀ ਇਹਨਾਂ ਕੋਲੇ। ਬਾਕੀ ਉਹ ਤਾਂ ਬੀਜੇਪੀ ਆਪੇ ਜਾਣੇ। ਕਹਿੰਦੇ ਬੀਜੇਪੀ ਦੇ ਕੋਲ ਤਾਂ ਚੋਣਾਂ ਲੜਾਉਣ ਵਾਸਤੇ 117 ਲੀਡਰ, 117 ਚਿਹਰੇ ਵੀ ਹੈ ਨਹੀਂਗੇ ਵੀ ਜਿਨ੍ਹਾਂ ਨੂੰ ਅਸੀਂ ਖੜੇ ਇਹ ਕਰਾਂਗੇ। ਤਾਂ ਦੇਖੋ ਐਵੇਂ ਕਿਸੇ ਨੂੰ ਦੂਜਾ ਹਰੇਕ ਦੂਜੇ ਨੂੰ ਕਹਿੰਦਾ ਹੈ, ਆਪਦੀ ਅਕਲ ਬਗਾਨੀ ਮਾਇਆ ਸਾਰੀ ਵੱਡੀ ਵੱਡੀ ਲੱਗਦੀ ਹੁੰਦੀ ਹੈ। ਬੀਜੇਪੀ ਅੱਜ ਕਹਦੇ ਵੀ ਅਸੀਂ 117 ਜਿਵੇਂ 73 ਬੰਦੇ ਤਾਂ ਖੜੇ ਕਰੇ ਸੀ 2022 ਦੀ ਚੋਣ 'ਚ, 73 ਖੜੇ ਕਰੇ ਸੀ, ਉਹ ਚਿਹਰੇ ਨਹੀਂ। ਉਹ ਕਿਵੇਂ ਖੜੇ ਕਰੇ? ਜੇ ਬੀਜੇਪੀ ਹੁਣ ਤਾਂ ਬੀਜੇਪੀ ਦੀ ਜ਼ਿਆਦਾ ਤਾਕਤ ਵਧੀ ਹੋਈ ਹੈ। ਹਾਂਜੀ 73 ਤਾਂ ਉਦੋਂ ਖੜੇ ਕਰੇ ਸੀ ਜਿਆਦਾ ਸਾਰੇ ਕਾਂਗਰਸੀ ਉਹ 'ਚ ਗਏ ਵੀ ਨਹੀਂ ਸੀਗੇ ਜੇ, ਤੇ ਉਦੋਂ 73 ਕਿਵੇਂ ਖੜੇ ਕਰ ਲਏ? ਔਰ ਉਹਨਾਂ ਨੇ ਵੋਟਾਂ ਵੀ ਲਈਆਂ ਨੇ, 7.5% ਵੋਟ ਪਈ ਸੀ ਬੀਜੇਪੀ ਨੂੰ ਜੀ। ਤੇ ਉਹ ਤਾਂ ਕੋਈ ਐ ਨਹੀਂ ਹੈ, ਇਹ ਐ ਨਹੀਂ ਹੈ ਵੀ ਬੀਜੇਪੀ ਕੋਲ ਕੋਈ ਚਿਹਰੇ ਨਹੀਂ ਹੈਗੇ, ਵੀ ਇਹ ਤਾਂ ਬਸ ਆਇਆ ਜੀ ਬੀਜੇਪੀ ਕੋਲ ਫਲਾਣਾ ਚਿਹਰਾ ਨਹੀਂ। ਇਹ ਨਹੀਂ ਹੈ, ਚਿਹਰਿਆਂ ਦਾ ਸਵਾਲ ਨਹੀਂ। ਬੀਜੇਪੀ ਦੀ ਰਾਜਨੀਤੀ ਹੈ ਜਿਹੜੀ, ਉਹ ਪੰਜਾਬ ਦੇ ਸੂਟ ਨਹੀਂ ਕਰਦੀ। ਗੱਲ ਆਹ ਦੇਖਣ ਦੀ ਲੋੜ ਹੈ। ਪੰਜਾਬ ਵਿਰੋਧੀ ਪਾਲਿਸੀ, ਪੰਜਾਬ ਵਿਰੋਧੀ ਪਾਲਿਸੀਆਂ ਨੇ ਬੀਜੇਪੀ ਦੀਆਂ, ਜਿਹੜਾ ਮਰਜ਼ੀ ਚਿਹਰਾ ਅੱਗੇ ਆ ਜੇ, ਇਹ ਵਿਰੋਧੀ ਪਾਲਿਸੀ ਜਿਹੜੀ ਆ ਪੰਜਾਬ ਦੇ ਵਿਰੋਧ 'ਚ ਰਹਿਣੀ ਆ। ਜਿਸ ਇਲੈਕਸ਼ਨ ਤੋਂ ਪਹਿਲਾਂ ਸੈਂਟਰ ਸਰਕਾਰ ਨੇ ਬੰਦੀ ਸਿੰਘ ਰਿਹਾ ਕਰਤੇ, ਤੁਹਾਨੂੰ ਲੱਗਦਾ ਪੱਖ ਬਦਲ ਜਾਏਗਾ ਪੰਜਾਬ ਦੇ ਲੋਕਾਂ ਦਾ? ਨਹੀਂ, ਕੋਈ ਪੱਖ ਨਹੀਂ ਬਦਲਦਾ। ਬੀਜੇਪੀ ਦੇ ਹੱਕ 'ਚ ਤਾਂ ਪੱਖ ਨਹੀਂ ਹੋ ਸਕਦਾ ਪੰਜਾਬ ਦਾ। ਪੰਜਾਬ ਦਾ ਜਿਹੜਾ ਜਨ ਮਾਨਸ ਹੈ, ਉਹਦੇ ਮਨ 'ਚ ਜੇ ਕੋਈ ਸਿੱਖ ਉਹ ਚਲਾ ਜਾਵੇ ਪੁਨਰ ਸੁਰਜੀਤੀ, ਚਲੋ ਉਹ ਤਾਂ ਅਕਾਲੀ ਦਲ ਹੀ ਹੈ, ਮਾਨ ਦਲ ਹੈ। ਜੇ ਉਹ ਕਾਂਗਰਸ ਚਲਾ ਜਾਵੇ ਉਹਨੂੰ ਫਿਰ ਵੀ ਉਹ ਸਿੱਖ ਮੰਨੀ ਜਾਂਦੇ ਨੇ। ਜੋ ਕਾਂਗਰਸ ਚਲਾ ਜਾਵੇ ਉਹਨੂੰ ਸਿੱਖ ਮੰਨੀ ਜਾਂਦੇ ਨੇ। ਜਿਹੜਾ ਬੀਜੇਪੀ ਜਾਂਦਾ ਹੈ ਉਹ ਕਕਾਰ ਪੰਜੇ ਹੋਣ, ਪੂਰਾ ਗੁਰਸਿੱਖ ਹੋਵੇ, ਜਨ ਮਾਨਸ ਉਹਨੂੰ ਸਿੱਖ ਬਣਨ ਨੂੰ ਤਿਆਰ ਨਹੀਂ ਆ। ਵੀ ਇਹ ਸਿੱਖ ਉਹ ਛਕ ਦੇ ਤੌਰ ਤੇ, ਪੂਜਾ ਪਾਠ ਦੇ ਤੌਰ ਤੇ ਉਹ ਸਿੱਖ ਹੈਗਾ, ਸ਼ਾਇਦ ਦੂਜੇ ਨੂੰ ਵਧੀਆ ਵੀ ਹੋਵੇ, ਪਰ ਉਹਨੂੰ ਉਸ ਤਰੀਕੇ ਉਹ ਕਰੇ ਤਾਂ ਉਹੀ ਬੋਲੀ ਬੋਲਦਾ। ਸੋ ਇਸ ਕਰਕੇ ਜਨ ਮਾਨਸ ਪੰਜਾਬ ਦਾ ਜਿਹੜਾ, ਉਹ ਪੰਜਾਬੀ ਭਾਸ਼ਾ, ਪੰਜਾਬੀ ਸੱਭਿਆਚਾਰ, ਸਿੱਖ ਫਲਸਫਾ ਚਾਹੇ ਉਹਦੇ ਵੱਸ 'ਚ ਨਹੀਂ ਹੈ, ਤੇ ਉਹ ਸਿੱਖ ਦਰਸ਼ਨ ਦੇ ਉੱਤੇ ਖੜਾ ਹੈ। ਇਸੇ ਕਰਕੇ ਥਾਂ ਥਾਂ ਤੇ ਅਸੀਂ ਲੰਗਰ ਲਾਉਣੇ ਆ। ਹੁਣ ਵੀ ਆ ਜਿਹੜਾ ਦਿੱਲੀ 'ਚ ਪ੍ਰਦਰਸ਼ਨ ਹੋਇਆ, ਤੇ ਹੋਇਆ ਤਾਂ ਸਾਰਾ ਉਹਦੇ 'ਚ ਤਾਂ ਸਿੱਖ ਬੰਦੇ ਹੀ ਨਹੀਂ ਸੀਗੇ ਜੀ, ਤੇ ਨਾ ਸਿੱਖ ਕੁੜੀਆਂ ਸੀਗੀਆਂ, ਤੇ ਉਹ ਫਿਰ ਵੀ ਮੰਦਰਾਂ ਦੇ ਦਰਵਾਜ਼ੇ ਖੋਲ੍ਹੇ ਨੇ ਜਾਂ ਮਸਜਿਦਾਂ ਨੇ ਖੋਲ੍ਹੇ ਨੇ, ਤੇ ਨਾ ਸੌਰੀ ਇਹਨਾਂ ਗੁਰਦੁਆਰਿਆਂ ਨੇ ਤੇ ਜਾਂ ਮਸਜਿਦਾਂ ਨੇ, ਮੰਦਰਾਂ ਦਾ ਰਸਤਾ ਬੰਦ ਕਰਤਾ, ਬਲਕਿ ਬੰਦ ਕੀਤੇ ਸੀ। ਇਹ ਤਾਂ ਆਪੇ ਹਿਸਾਬ ਲਾ ਲਓ। ਪੰਜਾਬ ਵਾਲੇ ਅੰਦੋਲਨਕਾਰੀਆਂ ਦੇ ਨਾਲ ਹੁੰਦੇ ਨੇ। ਇੱਕ ਤਾਂ ਪਹਿਲੀ ਗੱਲ, ਪੰਜਾਬ ਸ਼ੁਰੂ ਤੋਂ ਲੜਦਾ ਆਇਆ, ਹੁਣ ਵੀ ਉੱਥੇ ਸਿੱਖਾਂ ਨੇ ਪੂਰੀ ਉਹ ਕਰੀ ਆ, ਲੰਗਰ ਦੇਣਾ, ਹੋਰ ਦੇਣਾ, ਲੋਕਾਂ ਨੂੰ ਦਵਾਈਆਂ, ਹੋਰ ਜੋ ਚਾਹੁੰਦੇ ਸੀ ਉਹਨਾਂ ਨੇ ਸਿੱਖਾਂ ਨੇ ਜਾ ਕੇ ਕਰਿਆ। ਔਰ ਕਿੰਨੀਆਂ ਬੱਚੀਆਂ ਨੇ ਕਿਹਾ, ਬੱਚੀਆਂ ਤਾਂ ਨਹੀਂ ਮੈਂ ਕਹਾਂਗਾ, ਜਿਹੜੀਆਂ ਯੂਵਤੀਆਂ ਨੇ ਉਹਨਾਂ ਨੇ ਕਿਹਾ, ਗੱਭਰੂਆਂ ਤੇ ਮਟਿਆਰਾਂ ਨੇ ਵੀ, ਸਾਨੂੰ ਤਾਂ ਹੁਣ ਪਤਾ ਲੱਗਿਆ ਵੀ ਸਿੱਖ ਕਿੰਨੇ ਚੰਗੇ ਨੇ, ਸਾਨੂੰ ਤਾਂ ਐਵੇਂ ਪਾਕਿਸਤਾਨ ਦੇ ਏਜੰਟ ਕਹੇ ਗਏ। ਲੋਕਾਂ ਨੇ ਇਹ ਵੀ ਆਖਿਆ ਉੱਥੇ ਕਿ ਇਹਨਾਂ ਨੇ ਹਿੰਦੂ ਮੁਸਲਿਮ ਦੀ ਲੜਾਈ ਪਾਈ ਹੋਈ ਹੈ, ਸਾਡਾ ਆਪਸ ਚ ਕਿਸੇ ਨਾਲ ਕੋਈ ਝਗੜਾ ਨਹੀਂ। ਸਾਨੂੰ ਉਰੇ ਆ ਕੇ ਪਤਾ ਲੱਗਿਆ ਵੀ ਇਹ ਲੜਾਈ ਨਹੀਂ ਕਰਦਾ ਹੈ। ਇਹ ਤਾਂ ਹੀ ਤਾਂ ਬੀਜੇਪੀ ਨੇ ਉਹਨੂੰ ਧਰਮਿੰਦਰ ਪ੍ਰਧਾਨ ਨੂੰ ਹਟਾਇਆ। ਉਹਨੇ ਆਖਿਆ ਵੀ ਸਾਡੀ ਤਾਂ ਸਾਰੀ ਚੋਣ ਹੀ ਗਈ, ਸਾਡਾ ਤਾਂ ਮੁੱਦਾ ਹੀ ਗਿਆ। ਇਹ ਜਿਹੜਾ ਅੰਦੋਲਨ ਸੀ, ਇਹਨੇ ਉਹਨਾਂ ਦਾ ਮੁੱਦਾ ਗਾਇਬ ਕਰਤਾ ਸੀ ਵੀ ਹਿੰਦੂ ਮੁਸਲਮਾਨ ਦਾ ਤਾਂ ਝਗੜਾ ਹੀ ਨਹੀਂ, ਇੱਥੇ ਹਿੰਦੂ ਸਿੱਖ ਦਾ ਤਾਂ ਝਗੜਾ ਹੀ ਨਹੀਂ। ਸਿੱਖ ਤਾਂ ਬੰਦੇ ਹੀ ਬਹੁਤ ਚੰਗੇ ਨੇ, ਇਹ ਤਾਂ ਸਾਨੂੰ ਲੰਗਰ ਦਿੰਦੇ ਨੇ, ਇਹ ਤਾਂ ਆਪ ਡਾਂਗ ਖਾਣ ਨੂੰ ਤਿਆਰ ਨੇ ਸਾਡੀ ਥਾਂ ਤੇ। ਉੱਥੇ ਨਿੰਗ ਨਹੀਂ ਜਾ ਕੇ ਖੜ ਗਏ, ਇਹਨਾਂ ਦੇ ਵਿੱਚ ਨਿੰਗ ਵੀ ਤਾਂ ਜਾ ਕੇ ਖੜੇ। ਸੋ ਇਸ ਕਰਕੇ ਉਹ ਜਿਹੜਾ ਲੋਕਾਂ 'ਚ ਇੱਕ ਅਕਸੀ ਜਿਹੜਾ ਬੀਜੇਪੀ ਉਲਟਾ ਕਰਨਾ ਚਾਹੁੰਦੀ ਸੀ ਇਸ ਅੰਦੋਲਨ ਰਾਹੀਂ, ਉਹ ਉਲਟਾ ਪੈ ਗਿਆ ਬਲਕਿ। ਸੋ ਕਈ ਵਾਰੀ ਕਹਿੰਦੇ ਨੇ ਵੀ ਕਬੱਡੀਆਂ ਸਵੱਦੀਆਂ ਹੋ ਜਾਂਦੀਆਂ ਨੇ, ਕਈ ਵਾਰ ਸਵੱਦੀਆਂ ਕਬੱਡੀਆਂ ਹੋ ਜਾਂਦੀਆਂ ਨੇ। ਮੇਰਾ ਸਰ ਕੁਝ ਆਖਰੀ ਸਵਾਲ ਹੋਣਗੇ। ਵਿਜੇ ਸਾਂਪਲਾ ਹਰਾਂ ਦੇ ਬਿਆਨਾਂ ਤੋਂ ਬਾਅਦ ਐਸਆਈਟੀ ਨੇ ਸੁਖਬੀਰ ਬਾਦਲ ਹਰਾਂ ਨੂੰ ਬੁਲਾ ਲਿਆ, ਔਰ ਇਹ ਸਰਕਾਰ ਕਹਿ ਕੇ ਆਈ ਸੀ ਕਿ ਅਸੀਂ ਬੇਅਦਬੀਆਂ ਦਾ ਇਨਸਾਫ ਦੇਵਾਂਗੇ। 5 ਸਾਲ ਪੂਰੇ ਹੋਣ ਨੂੰ ਆ ਕੇ ਸੁਖਬੀਰ ਬਾਦਲ ਨੂੰ ਬਾਰ-ਬਾਰ ਐਸਆਈਟੀ ਸੰਮਨ ਜਾਰੀ ਕਰ ਕਰਕੇ ਬੁਲਾ ਰਹੀ ਹੈ, ਨਿਕਲ ਕੁਝ ਵੀ ਨਹੀਂ ਰਿਹਾ। ਔਰ ਇੱਕ ਲੇਟੈਸਟ ਇਹ ਹੋਇਆ ਕਿ ਜਿਹੜਾ 2 ਦਸੰਬਰ ਨੂੰ ਫਸੀਲ ਤੋਂ ਫੈਸਲਾ ਸੁਣਾਇਆ ਸੀ, ਉਸੇ ਦੇ ਆਧਾਰ ਤੇ ਜਾਂ ਫਿਰ ਐਕਸਟਰਾ ਜੁਡੀਸ਼ੀਅਲ ਸਟੇਟਮੈਂਟ ਦੇ ਆਧਾਰ ਦੇ ਉੱਤੇ ਜਿਹੜੀ ਗਿਆਨੀ ਰਘਬੀਰ ਸਿੰਘ ਹਰਾਂ ਨੇ ਦਿੱਤੀ, ਸੁਖਬੀਰ ਬਾਦਲ ਨੂੰ ਆਖਿਆ ਕਿ ਠੀਕ ਹੈ, ਇਹਨਾਂ ਨੂੰ ਤਲਬ ਕਰੋ, ਇਹਨਾਂ ਤੋਂ ਪੁੱਛਗਿੱਛ ਕਰੋ। ਇਹਨਾਂ ਨੇ ਮੰਨ ਲਿਆ ਕਿ ਹਾਂ ਉਸ ਵੇਲੇ ਸਾਡਾ ਰੋਲ ਹੈ ਸੀ ਵਿੱਚ। ਦੇਖੋ ਐਸੇ ਦੇ ਜਿਹੜੀਆਂ ਇਹ ਕੇਂਦਰੀ ਸੰਸਥਾਵਾਂ ਨੇ, ਤਫਤੀਸ਼ੀ ਸੰਸਥਾਵਾਂ, ਇਹਨਾਂ ਤੋਂ ਅਸੀਂ ਇਹ ਤਾਂ ਕਰ ਨਹੀਂ ਸਕਦੇ ਵੀ ਇਹ ਕੋਈ ਨਿਰਪੱਖ ਨੇ ਜਾਂ ਇਹ ਆਪਦੇ ਨਿਯਮ ਕਾਨੂੰਨ ਦੇ ਅਨੁਸਾਰ ਕੰਮ ਕਰਦੀਆਂ ਨੇ। ਇਹ ਤਾਂ ਇਹਨਾਂ ਦੇ ਕਹੇ ਤੋਂ ਕਰਦੀਆਂ ਨੇ। ਹੁਣ ਇੱਥੇ ਆ ਈਡੀ ਦਾ ਮੈਂ ਸੁਣ ਰਿਹਾ ਸੀ ਵੀ ਈਡੀ ਇੱਥੇ ਇਨਵੈਸਟੀਗੇਟ ਕਰ ਰਿਹਾ ਕੋਈ ਲੋਕਾਂ ਨੇ। ਗਮਾਡਾ ਦੀ ਜ਼ਮੀਨ ਹੈ, ਗਮਾਡਾ ਨੇ ਵੇਚੀ ਆ, ਚੰਗੀ ਵੇਚੀ ਆ, ਮਾੜੀ ਵੇਚੀ ਆ, ਉਹਦਾ ਅਸੀਂ ਪੰਜਾਬ ਵਾਲੇ ਫੈਸਲਾ ਕਰਾਂਗੇ ਕਿ ਈਡੀ ਕਰੂਗਾ। ਉਹ ਕਿਉਂਕਿ ਜਿੱਦੇ ਸਰਕਾਰ ਦਾ ਇਹਨਾਂ ਨੇ ਪੰਗਾ ਉਦੇ ਈਡੀ ਇੱਥੇ ਭੇਜ ਦਿੰਦੇ ਨੇ। ਜਿੱਦਾਂ ਇਹਨਾਂ ਨੂੰ ਲੱਗੂਗਾ ਵੀ ਇਹਨਾਂ ਦਾ ਆਰਡੀਐਫ ਠੀਕ ਨਹੀਂ, ਉਹਦੇ ਉੱਤੇ ਈਡੀ ਭੇਜ ਦੇਣਗੇ। ਤਾਂ ਹਰੇਕ ਗੱਲ ਤੇ ਈਡੀ ਭੇਜ ਦਿੰਦੇ ਨੇ। ਸੋ ਇਸ ਕਰਕੇ ਜਿਹੜੀ ਸਿੱਟ ਬਣਾਉਣੀ, ਈਡੀ ਭੇਜਣੀ,
ਇਹ ਕੇਂਦਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਆਪਾਂ ਦੇਖਿਆ ਹੇਮੰਤ ਸੋਰੇਨ ਨੂੰ ਅਰੈਸਟ ਕਰਕੇ ਰੱਖਿਆ, ਕੇਜਰੀਵਾਲ ਨੂੰ ਅਰੈਸਟ ਕਰਕੇ ਰੱਖਿਆ, ਕੇਸ ਤਾਂ ਪ੍ਰੂਵ ਨਹੀਂ ਹੋਏ। ਤੇ ਫਿਰ ਮਨਮੋਹਨ ਸਿੰਘ ਤੇ ਜੋ ਕੇਸ ਬਣਾਇਆ ਐਡਾ ਵੱਡਾ, ਇਹਨਾਂ ਨੇ ਹਜੂਮ ਬਣਾ ਕੇ ਅੰਨਾ ਹਜ਼ਾਰੇ ਦਾ ਅੰਦੋ, ਅੱਜ ਅੰਨਾ ਹਜ਼ਾਰੇ ਕਿੱਥੇ ਹੈ? मैं पूछना भाई अन्ना हजारे अज कितने जेड़ा कहना सी कोला खा गए फलाना खा गए हम ये जन लोकपाल लेके आएंगे ऐसा लेके अज कितने जब मनमोहन सिंह दा क्लीन चिट है ਉਹਦੇ ਜਵਾਬ ਦੇ। ਅੱਜ ਲੋਕ ਯਾਦ ਕਰ ਰਹੇ ਨੇ ਕਿ ਡਾਕਟਰ ਮਨਮੋਹਨ ਸਿੰਘ ਨੇ ਆਖਿਆ ਸੀ ਡੁੱਬੇ ਹੋਏ ਅਰਥਚਾਰੇ ਨੂੰ ਸਿੱਧਾ ਕਰਿਆ ਸੀ ਦੇਸ਼ ਦੇ ਨੂੰ, ਇਹਨਾਂ ਨੇ ਬਣੇ ਹੋਏ ਅਰਥਚਾਰੇ ਨੂੰ ਡੁੱਬੋਇਆ। ਅੱਜ ਦੇਸ਼ ਦੇ ਜੁਮੇ ਜਿੱਦੇ ਮੋਦੀ ਸਾਹਿਬ ਆਏ ਨੇ ਉਹਦੇ 55 ਲੱਖ ਕਰੋੜ ਦਾ ਕਰਜ਼ਾ ਸੀ, ਅੱਜ 215 ਲੱਖ ਕਰੋੜ ਦਾ ਕਰਜ਼ਾ ਹੈ। ਕਿ ਇਹ ਦੱਸ ਦੇਣ ਕਿ ਇੰਨਾ ਜ਼ਿਆਦਾ ਕਰਜ਼ਾ 160 ਲੱਖ ਕਰੋੜ 12 ਸਾਲਾਂ ਚ, 75 ਸਾਲਾਂ, ਜਿਹੜਾ ਕਹਿੰਦਾ 70 साल में जो नहीं हुआ वो हम करेंगे, वाकई करता। 70 साल च कर्जा सी 55,000 करोड़, 55 लाख करोड़, हुण 215 लाख करोड़ करता। 70 साल जो नहीं हुआ वो करता। सो ये हिंदू मुस्लिम करके लोग ਜਿਹੜੇ 70 ਸਾਲਾਂ ਚ ਇਕੱਠੇ ਹੋਣ ਲੱਗੇ ਸੀ ਉਹ ਫਿਰ ਪਾੜਨੇ ਸ਼ੁਰੂ ਕਰਤੇ। ਹੁਣ ਤਾਂ ਬਾਦਾਮਣੀ, ਹੁਣ ਤਾਂ ਸੰਸਥਾਵਾਂ ਤੋੜਤੀਆਂ। ਕੋਈ ਜਿਹੜੀਆਂ ਸੰਸਥਾਵਾਂ 70 ਸਾਲ ਚ ਅਸੀਂ ਬਣਾਈਆਂ ਸੀ, ਚਾਹੇ ਉਹ ਪਾਰਲੀਮੈਂਟ ਹੈ, ਚਾਹੇ ਉਹ ਵਿਰੋਧੀ ਧਿਰ ਦਾ ਨਿਯਮ ਨੇ, ਚਾਹੇ ਉਹ ਅਸੀਂ CBI ਬਣਾਈ, ਚਾਹੇ CVC ਬਣਾਈ, ਚਾਹੇ ਅਸੀਂ UGC ਬਣਾਈ, ਚਾਹੇ ਅਸੀਂ ਸਾਇੰਸ ਦੀਆਂ ਸੰਸਥਾਵਾਂ ਬਣਾਈਆਂ, ਚਾਹੇ ਅਸੀਂ ਪਲੈਨਿੰਗ ਕਮਿਸ਼ਨ ਬਣਾਇਆ, ਚਾਹੇ ਅਸੀਂ ਸਟੈਟਿਸਟੀਕਲ ਸੰਸਥਾਵਾਂ ਬਣਾਈਆਂ, ਚਾਹੇ ਅਸੀਂ ਖੋਜ ਦੀਆਂ ਸੰਸਥਾਵਾਂ ਬਣਾਈਆਂ, ਅਸੀਂ ED ਬਣਾਈ, ਜਿਹੜਾ ਵੀ ਅਸੀਂ ਬਣਾਇਆ ਇੱਕ ਸੰਸਥਾ ਸੀ ਉਹ। ਚਾਹੇ ਅਸੀਂ UPSC PPSC ਬਣਾਏ, ਅਸੀਂ ਸੰਸਥਾਵਾਂ ਬਿਲਡ ਕਰੀਆਂ ਸੀ, ਇਹਨਾਂ ਨੇ ਸੰਸਥਾਵਾਂ ਤੋੜੀਆਂ। ਜੀ ਬਹੁਤ ਬਹੁਤ ਸ਼ੁਕਰੀਆ ਸਰ, ਤੁਸੀਂ ਸਮਾਂ ਦਿੱਤਾ, ਧੰਨਵਾਦ।